ओके जी, वाहिगुरू जी का खालसा वाहिगुरू जी की फतेह। बड़ा अच्छा लगदा ਜਦੋਂ ਤੁਸੀਂ ਇੱਥੇ ਗੁਰਮਤਿ ਦੇ ਆਪਣੇ ਵਿਚਾਰ ਸਾਰੇ ਦੱਸਦੇ ਹੋ ਤੇ ਫਿਰ ਉਸ ਵਿਚਾਰਾਂ ਨੂੰ ਤੁਸੀਂ ਖੁਦ ਵੀ ਦੇਖ ਸਕਦੇ ਹੋ ਵੀ ਤੁਸੀਂ ਕੀ ਕੰਟਰੀਬਿਊਸ਼ਨ ਕੀਤੀ ਤੁਸੀਂ ਸਾਰਿਆਂ ਨੇ। ਕਿਉਂਕਿ ਜਦੋਂ ਤੁਸੀਂ ਅਸੀਂ ਇੱਥੇ ਬੈਠੇ ਹੁੰਨੇ ਆ, ਅਸੀਂ ਕੋਈ ਚੀਜ਼ ਅਸੀਂ ਐਨਾਲਿਸਿਸ ਕੀਤੀ ਹੈ ਤੇ ਇਹ ਫਿਰ ਬਹੁਤ ਜ਼ਰੂਰੀ ਹੋ ਜਾਂਦਾ ਕਿ ਉਸ ਐਨਾਲਿਸਿਸ ਦੇ ਬਾਰੇ ਸਾਨੂੰ ਪਤਾ ਹੋਵੇ ਕਿ ਉਸ ਐਨਾਲਿਸਿਸ ਦੇ ਵਿੱਚ ਜੇ ਕੋਈ ਕਮੀ ਰਹਿ ਗਈ ਹੈ ਤੇ ਨੈਕਸਟ ਟਾਈਮ ਅਸੀਂ ਉਹਨੂੰ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ। ਤਾਂ ਉਹਦੇ ਵਾਸਤੇ ਇਹ ਜੋ ਕੁਝ ਪ੍ਰਬੰਧ ਹੈ ਬਈ ਜ਼ੂਮ ਤੁਹਾਡੀ ਹੈਲਪ ਕਰਦਾ ਹੈ, ਬਾਕੀ ਵੀਡੀਓਜ਼ ਤੁਸੀਂ ਬਣਾ ਕੇ YouTube ਤੇ ਪਾਉਂਦੇ ਹੋ। ਅੱਜ ਦਾ ਵਾਕ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਜੀ ਦਾ ਫਿਰ ਤੇ ਜਿਸ ਤਰ੍ਹਾਂ ਅਸੀਂ ਦੇਖਿਆ ਸੀ ਕਿ ਹਰਿਮੰਦਰ ਸਾਹਿਬ ਤੋਂ ਵੀ ਜਿਹੜੇ ਸ਼ਬਦ ਆਉਂਦੇ ਨੇ ਉਹਨਾਂ ਵਿੱਚ 90% ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹੀ ਹੁੰਦੇ ਨੇ। ਔਰ ਇਹ ਓਬਵੀਅਸ ਹੈ ਕਿ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਬਾਣੀ ਤਕਰੀਬਨ 40% ਜਿੰਨੇ ਵੀ ਬਾਣੀਆਂ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ 'ਚ 40% ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ। ਤੇ ਗੁਰਦੀਪ ਹੋਰੀ ਦੱਸ ਸਕਦੇ ਨੇ ਕਿ ਸਾਰੇ ਗੁਰੂ ਸਾਹਿਬ ਦੇ ਵਿੱਚ ਉਹਨਾਂ ਦੀ ਸਾਰੀ ਕੰਟਰੀਬਿਊਸ਼ਨ ਕਿੰਨੇ ਕਿੰਨੇ ਕੰਪੋਜੀਸ਼ਨਾਂ ਨੇ ਸਭ ਗੁਰੂਆਂ ਦੀਆਂ। ਗੁਰੂ ਨਾਨਕ ਸਾਹਿਬ 974, ਗੁਰੂ ਅੰਗਦ 63 slok, ਗੁਰੂ ਅਮਰਦਾਸ 907 compositions, ਗੁਰੂ ਰਾਮਦਾਸ 679 compositions, ਗੁਰੂ ਅਰਜਨ ਦੇਵ 2218, ਐਂਡ ਹੋਰ ਕਿਹੜੇ ਗੁਰੂ ਸਾਹਿਬ ਦੀ ਹੈ ਕੰਟਰੀਬਿਊਸ਼ਨ? ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਕਿੰਨੇ ਨੇ? 115 ਉਹਦੇ ਵਿੱਚ ਸ਼ਲੋਕ ਕਿੰਨੇ ਨੇ? 57 slok. ਇਟ ਇਜ਼ ਅ ਵੈਰੀ ਗੁੱਡ ਆਨਸਰ। ਇਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਵੀ ਗੁਰੂ ਸਾਹਿਬ ਦੀ ਟੋਟਲ। ਔਰ ਇਹ ਯਾਦ ਰੱਖਣਾ, ਇਹ ਜਿਹੜੇ ਅਸੀਂ ਕਾਊਂਟ ਕਹਿ ਰਹੇ ਹਾਂ ਹਰ ਸਕਾਲਰ ਇਸ ਕਾਊਂਟ ਨੂੰ ਨਹੀਂ ਮੰਨਦਾ। ਸੋ ਜਦੋਂ ਵੀ ਅਸੀਂ ਕਹਿੰਦੇ ਆ ਨਾ ਵੀ ਇੰਨਾ ਕਾਊਂਟ ਹੈ ਤੇ ਅਸੀਂ ਨਾਰਮਲੀ ਫਰੇਜ਼ ਉਹਦੇ ਪਹਿਲਾਂ ਲਗਾਉਂਦੇ ਆ ਅਕੋਰਡਿੰਗ ਟੂ ਵਨ ਕਾਊਂਟ Guru Arjan's compositions are 2218 and so on. Last time I think we passed a resolution ke normally jada vaak aayega oh ina 6 guruan vich hi aayega, but we are going to discuss the life history or basic facts of all the 10 gurus. So naturally then we have to pick up one more guru along with the guru ਜਿਹਦਾ ਵਾਕ ਆਉਂਦਾ। ਤੇ ਲਾਸਟ ਟਾਈਮ ਅਸੀਂ ਕਿਹਾ ਸੀ ਅਸੀਂ ਗੁਰੂ ਅੰਗਦ ਦੇ ਬਾਰੇ ਕੁਝ ਪੁੱਛਾਂਗੇ। ਸੋ ਮੈਂ ਅਗਰ ਬੇਟੀ ਨੂੰ ਕਹਾਂ ਪਰਮਜੀਤ ਨੂੰ ਕਿ ਅਗਰ ਮੈਂ ਤੈਨੂੰ ਗੁਰੂ ਅੰਗਦ ਦੇਵ ਜੀ ਦੇ ਬਾਰੇ ਪੁੱਛਾਂ ਤੇ ਤੈਨੂੰ ਕਿੰਨੀ ਕੁ ਇਨਫੋਰਮੇਸ਼ਨ ਉਹਨਾਂ ਦੇ ਬਾਰੇ ਹੈ ਇਸ ਤੋਂ ਪਹਿਲਾਂ ਕਿ ਵੀ ਕਮ ਟੂ ਗੁਰੂ ਅਰਜਨ ਦੇਵ ਜੀ? ਗੁਰੂ ਅੰਗਦ ਦੇਵ ਜੀ ਦਾ ਬਰਥ ਪਲੇਸ ਮਾਤਾ ਦੀ ਸਰਾਏ ਜੀ ਫਰਜ਼ਪੁਰ। ਔਰ ਜੋਤੀ ਜੋਤ ਕਿੱਥੇ ਸਮਾਏ ਨੇ? ਕਦੂਰ। ਕਿੰਨੀ ਏਜ ਵਿੱਚ ਉਹ ਗੁਰੂ ਬਣੇ ਨੇ? 35। ਤੇ ਕਿੰਨੇ ਸਾਲ ਦੀ ਉਹਨਾਂ ਦੀ ਗੁਰੂਸ਼ਿਪ ਹੈ? 13। ਕਿੰਨੇ ਸਾਲ ਦੀ ਉਹਨਾਂ ਦੀ ਗੁਰੂ ਸਰਵਿਸ ਹੈ? 7 years। ਸੋ ਗੁਰੂ ਸਰਵਿਸ ਦਾ ਮੇਰਾ ਮਤਲਬ ਸੀ ਕਿ ਕਦੋਂ ਗੁਰੂ ਨਾਨਕ ਸਾਹਿਬ ਨੂੰ ਮਿਲੇ ਨੇ, ਕਿੰਨੇ ਸਾਲ ਗੁਰੂ ਨਾਨਕ ਸਾਹਿਬ ਦੇ ਕੋਲ ਰਹੇ ਨੇ। ਸੋ ਪਰਮਜੀਤ ਨੇ ਦੱਸ ਦਿੱਤਾ ਕਿ 7 years ਉਹਨਾਂ ਦੀ ਅਸੀਂ ਗੁਰੂ ਸਰਵਿਸ ਮੰਨਦੇ ਹਾਂ। ਕਿਹੜੇ ਗੁਰੂ ਸਾਹਿਬ ਦੀ ਪਰਮਜੀਤ ਸਭ ਤੋਂ ਜ਼ਿਆਦਾ ਗੁਰੂ ਸਰਵਿਸ ਹੈ? ਗੁਰੂ ਰਾਮਦਾਸ ਜੀ ਦੀ। ਕਿੰਨੀ ਆ? ਉਹਨਾਂ ਨੇ 22 years ਕੀਤੀ ਗੁਰੂ ਅਮਰਦਾਸ ਜੀ ਦੀ ਸਰਵਿਸ। ਮੇਰੇ ਸਾਰੇ ਕੁਐਸਚਨ ਦੇ ਜਵਾਬ ਬਿਲਕੁਲ ਠੀਕ ਨੇ ਕਿ ਗੁਰੂ ਅੰਗਦ ਦੇਵ ਜੀ ਜਿਹੜਾ ਅਸੀਂ ਅੱਜ ਇਨ ਐਡੀਸ਼ਨ ਟੂ ਗੁਰੂ ਅਰਜਨ ਦੇਵ ਜੀ ਕਰਨਾ ਸੀ, ਉਹ 13 ਸਾਲ ਉਹਨਾਂ ਦੀ ਗੁਰੂਸ਼ਿਪ ਹੈ। ਇੱਕ ਚੀਜ਼ ਇੱਥੇ ਬਿਫੋਰ ਵੀ ਗੋ ਟੂ ਅਰਜਨ, ਕਈ ਚੀਜ਼ਾਂ ਨਾ ਤੁਸੀਂ ਜਦੋਂ ਤੁਸੀਂ ਯੂ ਡੂ ਮੋਰ ਰਿਸਰਚ, ਤੁਸੀਂ ਡੂ ਮੋਰ ਰੀਡਿੰਗ, ਤੁਹਾਨੂੰ ਹਾਉਂਟ ਕਰਦੀਆਂ। ਗੁਰੂ ਅਮਰਦਾਸ ਜੀ ਦੀ ਕਿੰਨੀ ਹੈ ਗੁਰੂਸ਼ਿਪ, ਕੋਈ ਦੱਸ ਸਕਦਾ? ਕਿੰਨੇ ਸਾਲ ਗੁਰੂ ਰਹੇ ਨੇ ਗੁਰੂ ਅਮਰਦਾਸ ਜੀ? 22 ਸਾਲ। 22 ਸਾਲ। 22 ਸਾਲ।
22 years। ਹੁਣ ਜਰਾ ਮੇਰਾ ਕੁਐਸਚਨ ਧਿਆਨ ਨਾਲ ਸੁਣਨਾ ਔਰ ਇਹ ਯਾਦ ਰੱਖਣਾ ਕਿ ਮੇਰਾ ਜਿਹੜਾ ਕੁਐਸਚਨ ਹੈ ਨਾ, ਇਟ ਡਿਮਾਂਡਸ ਐਨ ਆਨਸਰ। ਉਹਦੇ ਵਿੱਚ ਜਿਹੜਾ ਮਤਲਬ ਮਨ ਕਲੀਅਰ ਨਹੀਂ ਹੈ, ਅਸੀਂ ਉਸ ਮਨ ਨੂੰ ਕਲੀਅਰ ਕਰਨਾ। ਕਿਤੇ ਵੀ ਅਸੀਂ ਜੋ ਕੁਝ ਐਗਜ਼ਿਸਟ ਕਰਦਾ ਉਹਦੇ ਤੇ ਸਾਡਾ ਕੋਈ ਕ੍ਰਿਟਿਸਿਜ਼ਮ ਨਹੀਂ ਹੈ, ਕਈ ਚੀਜ਼ਾਂ ਸਾਡੀ ਸਮਝ ਤੋਂ ਬਾਹਰ ਨੇ। ਸੋ ਅਸੀਂ ਐਜ਼ ਏ ਗਰੁੱਪ ਉਹ ਚੀਜ਼ ਨੂੰ ਡਿਸਕਸ ਕਰਨਾ। ਹੁਣ ਵਜ਼ੀਰ ਜੀ ਜਿਹੜਾ ਮੇਰਾ ਕੁਐਸਚਨ ਹੈ, ਮੈਂ ਪਹਿਲਾਂ ਸਟ੍ਰੇਟ ਫਾਰਵਰਡ ਆਪਣਾ ਕੁਐਸਚਨ ਕਰਦਾ। ਇਹਨਾਂ ਨੇ ਦੱਸਿਆ ਸਾਰਿਆਂ ਨੇ ਕਿ ਗੁਰੂ ਅਮਰਦਾਸ ਜੀ ਦੀ ਗੁਰੂਸ਼ਿਪ ਪੀਰੀਅਡ ਕਿੰਨਾ ਗਿਆ ਤੁਸੀਂ? 22 ਸਾਲ। 22 ਸਾਲ। ਤੇ ਗੁਰੂ ਅਰਜਨ ਦੇਵ ਜੀ ਦਾ ਗੁਰੂ ਪੀਰੀਅਡ? 25 ਸਾਲ। 25 ਸਾਲ। ਸੋ ਹੁਣ ਧਿਆਨ ਨਾਲ ਸੁਣੋ ਮੇਰੀ ਗੱਲ। ਜੋ ਮੇਰੇ ਮਨ ਵਿੱਚ ਜੋ क्वेश्चन उठता है, जो कि मैं अपनी क्लास से थोड़ी इस क्लास में साझा करना। गुरु अमरदास जी 22 साल गुरु रहे ने, गुरु अर्जन देव जी 25 साल गुरु रहे ने। गुरु अमरदास जी के जीवन दे विच असी जो असी इतिहास पढ़ते हैं, हिस्ट्री पढ़ते हैं, कोई भी उन्होंने औखियाई नहीं आई। गुरु अंगद देव जी तो बाद इको ही हादसा होया जो दातू ने आके उन्होंने बेदबी की है, लेकिन जो माता खीवी ने फिर दातू ने समझाया तो ठीक है, उदों सानू पता भी गुरु अमरदास जी नाराज होकर चले गए सी, पर फिर जो वापस आ गए ने वो गोइंदवाल, उस तो बाद वो उन्हों का जीवन दे विच कोई असी ऐसा इंसीडेंट नहीं पढ़ते जिदे नाल गोइंदवाल दे विच कोई खलबली मची होवे या उन्हों के जीवन दे विच कोई ऐसी तकलीफ। तो मेरी तकलीफ का मतलब समाजिक तकलीफ या पोलिटिकल तकलीफ आई होवे। अगर अकबर ने एक बुलाया भी है उन्होंने तो उन्होंने गुरु रामदास को भेज दिता ना, एवरीथिंग वाज सेटल्ड। हुण मैं आ रहा सैकेंड तो फिर मैं तुहानूं पूछांगा क्वेश्चन। नाउ वी कम टू गुरु अर्जन। गुरु अर्जन देव जी जो गुरु नहीं भी सब बने तावें प्रसी चंद ने जो घर दे विच बखेड़ा पाया सी, वो तुहानूं सारिआं नूं पता, तुसीं कितनी बारी उहनूं डिस्कस कर चुके हो। गुरु बनन तो इमीडिएटली बाद व्हेन ही सीज्ड all the gates and blocked all the gates of Amritsar, किन्नी को देर उन्हें मसंदा नूं अपने नाल रला के रखिया। गुरु अर्जन देव जी नूं किन्ना को उन्हें उस वेले तंग कीता होना। उस तो बाद भी जब तक गुरु अर्जन देव जी शहीद नहीं हुए वो उन्हां दे एंटी खड़ा रहा, कोई ना कोई काम उन्हें ऐसा किया, and he was the main conspirator for the death of Guru Arjan। ठीक है, सानू पता है कि गुरु अर्जन उहदे विचों बाहर भी गए ने, पंजाब का उन्होंने दौरा किया, हरमंदर साहब की उचारी की है, किन्ने उन्होंने गुरुद्वारे बनाए ने। ध्यान नाल सुनी जाओ, मेरा क्वेश्चन आने वाला। इन्हें गुरुद्वारे बनाए ने, 4 साल बह के उन्होंने फिर गुरु ग्रंथ साहब की स्थापना की है। किन्नी कंपोजिशन है उन्होंने गुरु ग्रंथ साहब विच? 2218। मेरा यह क्वेश्चन है, हो सकता तुसीं कहोगे इररेलेवेंट है, पर मेरा क्वेश्चन है, गुरु अमरदास जी 22 साल गुरु ने, जीवन बड़ा शांतमयी है, एक्सेप्ट वन इंसिडेंट। 907 कंपोजिशन है। गुरु अर्जन देव जी का सारा जीवन संघर्ष, ਉਹਦੇ ਵਿੱਚ कोई ना कोई खलबली है। और ਜਿਹੜੇ ਉਹਨਾਂ ਨੇ ਹੋਰ ਕੰਮ ਕੀਤੇ ਨੇ ਉਹਦੇ ਵਾਸਤੇ ਪੰਜਾਬ ਤੋਂ ਬਾਹਰ ਜਾਣਾ, ਸ਼ਹਿਰ ਵਸਾਣੇ, ਹਰਮੰਦਰ ਸਾਹਿਬ ਦੀ ਸਥਾਪਨਾ ਕਰਨੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਨੀ, ਉਹਨਾਂ ਦੇ 2218 ਨੇ। 22 साल गुरु अमरदास, 25 साल गुरु अर्जन। और तकरीबन कंपोजिशन ठीक है, कोई मैनू नहीं पता कि क्वेश्चन है या की है, बट इफेक्ट नूं तुहानूं सोचण दी लोड़ है कि ਇਹਦੇ ਵਿੱਚ ਇਹਦਾ ਮਤਲਬ ਹੈ ਗੁਰੂ ਅਰਜਨ ਦੀ ਜਿਹੜੀ ਕੰਟਰੀਬਿਊਸ਼ਨ ਹੈ, ਡਿਸਪਾਈਟ ਆਲ ਦੀ odds in life, बहुत महान कंपोजिशन है, बहुत महान उन्होंने कंट्रीब्यूशन है। गुरु अंगद के बारे तो परमजीत दसिया, जो मेरे मन में है सब तो वड्डी उन्होंने कंट्रीब्यूशन की है गुरु अंगद। गुरु अंगद देव जी
he kept the name Nanak in his composition. की बोल जरा, हाँ. He kept the name Nanak in the compositions as his composer, and also the Gurmukhi script he contributed. मेरा to. ख्याल है सब तो बड़ी जोड़ा उन्होंने रीत चलाई है ना कि हर कंपोजिशन का ऑथर गुरु नानक ही होवे. That was one of the greatest contribution of Guru Angad Dev Ji. उन्होंने अपने नाम दे नाल अपनी कंपोजिशनां विच जो नानक लिखिया, एज ए रिजल्ट फिर गुरु अमरदास, गुरु रामदास, गुरु सारियां ने उन्होंने फॉलो किया. दिस इज वन ऑफ द, मेरे ख्याल में सब तो बड़ी कंट्रीब्यूशन उन्होंने दी है, अपार्ट फ्रॉम rationalization of Punjabi and the grammar of Punjabi. So now coming back to Guru Arjan, we discussed it last week as well. So ਤੁਹਾਨੂੰ ਬਹੁਤਿਆਂ ਨੂੰ ਇਹਦਾ ਜਵਾਬ ਆਂਦਾ ਹੋਏਗਾ. ਸੋ ਅਗਰ ਅਸੀਂ ਮਹਿੰਦਰ ਤੋਂ ਚੱਲੀਏ, ਮਹਿੰਦਰ ਜੀ, ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੋਂ ਦਾ? ਲਾਹੌਰ. ਇੱਕ ਮੈਂ ਲਾਸਟ ਵੀਕ ਵੀ ਇਹ ਤੁਕ ਪੜ੍ਹੀ ਸੀ, ਉਹ ਮੈਂ ਦੁਬਾਰਾ ਪੜ੍ਹਦਾ. ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਤੇ ਇਹਦਾ ਜਵਾਬ ਮੈਂ ਐਕਸਪੈਕਟ ਕਰਾਂਗਾ ਜਾਂ ਤੇ ਦਵਿੰਦਰ ਤੋਂ ਤੇ ਜਾਂ ਨਵਤੇਜ ਤੋਂ. ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ. ਇੱਕ ਕਿਹਦਾ ਲਿਖਿਆ ਹੋਇਆ, ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜਾਂ ਕਿਸੇ ਬਾਹਰਲੇ ਕਵੀ ਦਾ? ਦਵਿੰਦਰ, ਪੱਟ ਸਵਈਆਂ ਦਾ, ਪੱਟ ਸਵਈਆਂ ਦਾ. ਹਾਂਜੀ. ਕਿਹੜੇ ਪੱਟ ਦਾ? ਕੱਲ ਐਮ ਤੋਂ ਮੈਂ ਲਾਸਟ ਵੀਕ ਵੀ ਗਿਆ ਸੀ. ਮਥੁਰਾ. ਪੱਟ ਮਥੁਰਾ. ਅੱਛਾ, ਹੁਣ ਤੁਸੀਂ ਪੱਟ ਦੀ ਗੱਲ ਕੀਤੀ ਹੈ, ਔਰ ਚੂੰਕਿ ਗੁਰੂ ਅਰਜਨ ਦੇਵ ਜੀ ਨੇ ਪੱਟ ਸਵਈਏ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ, ਭੱਟਾਂ ਦੇ ਬਾਰੇ ਤੁਹਾਨੂੰ ਕਿੰਨੀ ਕੋਈ ਇਨਫੋਰਮੇਸ਼ਨ ਹੈ? ਭੱਟ ਕੌਣ ਸਨ? ਕੋਟ poets. ਚਲੋ ਇਹ ਤੇ ਇੱਕ ਵਰਡ ਤੁਹਾਨੂੰ ਆਉਂਦਾ, ਕੋਟ ਪੋਇਟ ਸਨ. ਕੋਟ ਪੋਇਟ ਸਨ, ਚਲੋ ਇਹ ਤੇ ਹੋ ਗਿਆ. What is that? Dvindar Bhan ji, try to double two icons. ਬੰਦ ਕਰ ਲਵੋ. ਕੀ ਜੀ? ਹੁਣ ਦੋ ਵਾਰੀ ਲੌਗਇਨ ਕੀਤਾ ਦਵਿੰਦਰ ਭੈਣ ਜੀ ਨੇ. ਕਿੰਨੇ ਭੱਟ ਨੇ? ਹਾਂਜੀ, ਤੁਸੀਂ ਮੀਟ ਕਰ ਲਵੋ ਦਵਿੰਦਰ ਭੈਣ ਜੀ. ਕਿੰਨੇ ਭੱਟ ਨੇ ਗੁਰੂ ਗ੍ਰੰਥ ਸਾਹਿਬ ਵਿੱਚ? 11. ਕਈ ਆਥਰਸ ਨੇ, ਤੁਹਾਨੂੰ ਪਤਾ, 15 ਵੀ ਕਹੇ ਨੇ, 17 ਵੀ ਕਹੇ ਨੇ, 19 ਵੀ ਕਹੇ ਨੇ. ਉਹ ਵੁੱਡ ਯੂ ਬਿਲੀਵ ਕਿ ਸਾਰੇ ਭੱਟ ਇੱਕ ਰਿਸ਼ੀ ਦੀ ਸੰਤਾਨ ਨੇ? ਸਾਰੇ ਜਿਹੜੇ ਭੱਟ ਨੇ ਉਹ ਇੱਕੋ ਹੀ ਰਿਸ਼ੀ ਦੇ ਸੰਤਾਨ ਕਹੇ ਜਾਂਦੇ ਨੇ. ਮੈਂ ਤੁਹਾਨੂੰ ਜੋ ਰਿਸਰਚ ਹੈ ਤੁਹਾਨੂੰ ਪੜ੍ਹ ਕੇ ਦੱਸਦਾ ਕਿ ਕੋਈ ਰਿਸ਼ੀ ਹੋਇਆ ਕੋਸ਼ਿਆਸ਼, ਜਿਹਨੂੰ ਤੁਸੀਂ ਕੋਸ਼ਿਸ਼ ਕਹਿੰਦੇ ਹੋ, ਕੋਸ਼ਿਆਸ਼ ਰਿਸ਼ੀ. ਇਹ ਕਹਿੰਦੇ ਨੇ ਸਾਰੇ ਜਿਹੜੇ ਉਹਦੀ ਸੰਤਾਨ ਸਨ. ਤੇ ਇੱਕ ਫਿਰ ਅੱਗੇ ਜਾ ਕੇ ਭੱਟ ਭਗੀਰਥ, that was blessed with an eminent poet and scholar known as Raya, R-A-I-Y-A, who had 6 sons named Pika, Sokha, Toka, Gokha, Chokha and Toda. The Svayas of the Athi Granths are authored mostly by the sons and grandsons of Raya, except ਇੱਕ ਹੈ ਭੱਟ ਨਾਲ. ਸੋ ਇਹ ਜਿਹੜੇ ਭੱਟ ਸਨ, ਇਹ ਸਾਰੇ ਇੱਕੋ ਹੀ ਫੈਮਿਲੀ ਦੇ ਨੇ. ਅੱਛਾ, ਇਹਨਾਂ ਦੇ ਵਿੱਚੋਂ ਤੁਸੀਂ ਇੱਕ ਚੀਜ਼, ਤੇ ਇਹਨਾਂ ਦੇ ਵੀ ਇੱਕ ਚੀਜ਼ ਤੁਸੀਂ ਦੇਖੋਗੇ ਜਿਹੜੀ ਤੁਹਾਡੀ ਸਮਝ ਤੋਂ ਬਾਹਰ ਹੈ, ਕਿ ਆਏ ਸਾਰੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਨੇ, ਔਰ ਇਹਨਾਂ ਨੇ ਸਾਰੇ ਗੁਰੂ ਸਾਹਿਬ ਦੇ ਬਾਰੇ ਸਵਈਏ ਲਿਖੇ ਨੇ. ਸਭ ਤੋਂ ਜ਼ਿਆਦਾ ਸਵਈਏ ਅਬਾਊਟ 60 ਉਹ ਗੁਰੂ ਰਾਮਦਾਸ ਜੀ ਦੇ ਬਾਰੇ ਨੇ. ਸਵਈਏ ਮੀਨਸ ਉਹਨਾਂ ਨੇ ਉਹਨਾਂ ਗੁਰੂ ਸਾਹਿਬ ਦੇ ਬਾਰੇ ਕੁਝ ਕਿਹਾ, ਤਾਰੀਫ ਕਹ ਲਓ,
ਉਹਨੂੰ ਇਡੀਓਲੋਜੀ ਕਹਿ ਲਓ, ਕੁਝ ਕਹਿ ਲਓ, ਉਹ ਤੁਹਾਡਾ ਆਪਣਾ ਇੰਟਰਪ੍ਰੀਟੇਸ਼ਨ ਹੈ। ਇਹ ਜਿਹੜਾ ਕਾਊਂਟ ਹੈ, ਜੋ ਕਿ ਜਿਸ ਤਰ੍ਹਾਂ ਸ਼ਬਦ ਨੇ ਨਲ, ਟਲ, ਦਲ, ਪਲ, ਕਈ ਆਥਰਸ ਨੇ ਇਹਨਾਂ ਨੇ ਕਿਹਾ ਇਹ ਇੱਕੋ ਬੰਦੇ ਦਾ ਨਾਮ ਹੈ, ਸੋ ਉਹਨਾਂ ਨੇ ਘੱਟ ਕਾਊਂਟ ਕੀਤਾ। ਪਰ ਜੋ ਤੁਸੀਂ ਕਿਹਾ 11, ਵੀ ਐਗਰੀ ਵਿਦ ਦੈਟ। ਡਾਕਟਰ ਸਾਹਿਬ ਸਿੰਘ ਜੀ ਨੇ 11 ਹੀ ਕਾਊਂਟ ਕੀਤੇ ਨੇ, ਕਿਉਂਕਿ ਨੰਬਰ ਵੀ ਬਾਅਦ ਚ ਕਾਊਂਟ ਕਰਦੇ ਨੇ, ਤੇ ਇੱਕ 11 ਹੀ ਨੇ। ਕੁਐਸਚਨ ਹੁਣ ਹੈਗਾ ਦਵਿੰਦਰ ਨੂੰ, ਦਵਿੰਦਰ ਜੀ ਇਹ ਦੱਸੋ ਪੱਟ ਸਵਈਏ ਕਿੰਨੇ ਨੇ? ਕਿੰਨੇ ਸਵਈਏ ਨੇ ਪੱਟਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ? ਦਵਿੰਦਰ ਚੱਲ ਜਸਵੀਰ ਦੱਸਣਾ ਚਾਹੁੰਦੀ ਜਾਂ 144 doctor. 144 141 144 है कि 144 है? 144 है। परमजीत 123. 123 ਹੈ। ਅਸੀਂ ਤਾਂ ਕਿ 124 123 ਪੱਟਾਂ ਦੇ ਸਵਈਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਔਰ 11 ਟੋਟਲ ਪੱਟ ਨੇ ਜਿਸ ਨਾਲ ਤੁਸੀਂ ਕਿਹਾ। ਕਿਉਂਕਿ ਅਸੀਂ ਉਹਨੇ ਗੱਲ ਕੀਤੀ ਸੀ ਪੱਟ ਇਹਨਾਂ ਦੀ, ਗੁਰੂ ਅਰਜਨ ਦੇਵ ਜੀ ਦੀ ਗੱਲ ਕਰ ਰਹੇ ਸਾਂ, ਤੇ ਉਹਦੇ ਵਿੱਚ ਪੱਟਾਂ ਦਾ ਜ਼ਿਕਰ ਆਇਆ। ਸੋ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਟੋਟਲ ਪੱਟ ਕਿੰਨੇ ਨੇ। ਸੋ ਵੀ ਵਿਲ ਅਗਰੀ ਐਜ਼ ਏ ਕਲਾਸ, ਐਜ਼ ਏ ਗੁਰਮਤਿ ਕਲਾਸ, ਕਿ ਵੀ ਉੱਥੇ 11 ਪੱਟਾਂ ਦੇ ਸਵਈਏ ਨੇ, ਔਰ 123 ਉਹਨਾਂ ਦੇ ਸਵਈਏ ਨੇ। ਉਹਨਾਂ ਨੇ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੇ ਬਾਰੇ ਲਿਖਿਆ। ਗੁਰੂ ਤੇਗ ਬਹਾਦਰ ਚੂੰਕਿ ਉਦੋਂ ਨਹੀਂ ਸਨ, ਸੋ ਉਹਨਾਂ ਦੇ ਬਾਰੇ ਕੋਈ ਇਹੋ ਜਿਹਾ ਸਵਈਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗਾ। ਸੋ ਅਸੀਂ ਮਹਿੰਦਰ ਤੇ ਸਾਂ, ਮਹਿੰਦਰ ਕੋਲੋਂ ਮੈਂ ਪੁੱਛ ਰਿਹਾ ਸਾਂ ਕਿ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ। ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਜਨਮ ਲਾਹੌਰ ਸੀ। ਚੋਲਾ ਮੰਦਿਰ ਗੁਰੂ ਅਰਜਨ ਦੇਵ ਦਾ ਤਾਂ ਲਾਹੌਰ ਨਹੀਂ ਹੈ, ਇਹ ਗਲਤ ਕਹਿ ਰਹੇ ਹੋ। ਗੋਇੰਦਵਾਲ ਹੈ, ਗੁਰੂ ਅਰਜਨ ਦੇਵ ਜੀ ਦਾ ਕਹਿ ਰਹੇ ਹੋ ਨਾ। ਜੇ ਸਾਰੀ ਬਾਤ ਬੋਲੇਗੀ ਤੇ ਕੁਝ ਨਹੀਂ ਹੋਏਗਾ। ਕੋਈ ਗਲਤ ਵੀ ਕਹੇਗਾ ਤੇ ਉਹਨੂੰ ਠੀਕ ਕੀਤਾ ਜਾ ਸਕਦਾ। ਉਹਨਾਂ ਨੇ, ਮੈਂ ਪੁੱਛਿਆ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਬਰਥ ਕਿੱਥੋਂ ਹੈ, ਤੇ ਮੈਂ ਦੁਬਾਰਾ ਮਹਿੰਦਰ ਕੋਲੋਂ ਪੁੱਛਦਾ। ਹਾਂਜੀ ਮਹਿੰਦਰ। ਹਾਂਜੀ ਗੋਇੰਦਵਾਲ ਹੈ ਜੀ। ਮੈਂ ਰਾਮਦਾਸ ਸਿੰਘ ਮਿਕਸ ਹੋ ਗਿਆ ਸੀ। ਠੀਕ ਹੈ। ਸੋ ਉਹਨਾਂ ਨੇ ਆਪਣੇ ਆਪ ਨੂੰ ਖੁਦ ਹੀ ਪ੍ਰਗਟ ਕਰਤਾ ਕਿ ਉਹਨਾਂ ਨੇ ਸੋਚਿਆ ਸੀ ਮੈਂ ਗੁਰੂ ਰਾਮਦਾਸ ਬਾਰੇ ਪੁੱਛਿਆ, ਕਿ ਗੁਰੂ ਰਾਮਦਾਸ ਦਾ ਬਰਥ ਲਾਹੌਰ ਦਾ ਹੈ। ਤੇ ਗੁਰੂ ਨਾਨਕ ਸਾਹਿਬ ਦਾ ਬਰਥ ਕਿੱਥੋਂ ਦਾ? ਤਲਵੰਡੀ ਸਾਹਿਬ। ਤਲਵੰਡੀ। ਅਗਰ ਮਹਿੰਦਰ ਹੀ ਜਵਾਬ ਦੇਵੇ ਤੇ ਬਹੁਤ ਅੱਛਾ ਰਹੇਗਾ। ਹਾਂਜੀ ਤਲਵੰਡੀ। ਤਲਵੰਡੀ। ਗੁਰੂ ਅਮਰਦਾਸ ਜੀ ਦਾ? ਗੁਰੂ ਅਮਰਦਾਸ ਦਾ ਬਾਸਰ ਕੇ। ਗੁਰੂ ਹਰਗੋਬਿੰਦ? ਗੁਰੂ ਹਰਗੋਬਿੰਦ ਦਾ ਗੁਰੂ ਅੰਮ੍ਰਿਤਸਰ। ਗੁਰੂ ਹਰਗੋਬਿੰਦ ਅੰਮ੍ਰਿਤਸਰ ਜੀ। ਚਲੋ ਬਟਾਲੀ ਅੰਮ੍ਰਿਤਸਰ ਠੀਕ ਹੈ। ਗੁਰੂ ਹਰ ਰਾਏ? ਗੁਰੂ ਹਰ ਰਾਏ ਕੀਰਤਪੁਰ। ਗੁਰੂ ਹਰਕ੍ਰਿਸ਼ਨ ਦਾ ਨਹੀਂ ਪਤਾ ਜੀ। ਗੁਰੂ ਤੇਗ ਬਹਾਦਰ? ਇਹ ਉਹਦਾ ਅੰਮ੍ਰਿਤਸਰ। ਗੁਰੂ ਗੋਬਿੰਦ ਸਿੰਘ ਜੀ? ਗੁਰੂ ਪਟਨਾ ਜੀ। ਓਕੇ। ਨਵਤੇਜ, ਉਹਨਾਂ ਨੇ ਇੱਕ ਮਿਸ ਕੀਤਾ, ਉਹਦੇ ਬਾਰੇ ਤੁਸੀਂ ਦੱਸੋ। ਗੁਰੂ ਹਰਕ੍ਰਿਸ਼ਨ ਜੀ ਦਾ ਬਰਥ ਪਲੇਸ? ਕੀਰਤਪੁਰ। ਕੀਰਤਪੁਰ। ਤੁਸੀਂ ਜਿਹੜਾ ਤੁਹਾਨੂੰ ਨਾਂ ਆਉਂਦਾ ਹੋਵੇ ਤੁਸੀਂ ਕਹਿ ਦਿਆ ਕਰੋ ਪਾਸ, ਤੇ ਫਿਰ ਕੋਈ ਹੋਰ ਉਹਦਾ ਜਵਾਬ ਦੇ ਸਕਦਾ। ਗੁਰੂ ਹਰ ਰਾਏ ਤੇ ਗੁਰੂ ਹਰਕ੍ਰਿਸ਼ਨ ਦੋਨਾਂ ਦਾ ਜਨਮ ਸਥਾਨ ਕੀਰਤਪੁਰ ਹੀ ਹੈ। ਜਸਵੀਰ ਤੈਨੂੰ ਕੁਐਸਚਨ ਪੁੱਛਾ ਕਿ ਤੂੰ ਠੀਕ ਹੈ ਕਿ ਨਹੀਂ? ਡਾਕਟਰ ਮੈਂ ਕੋਸ਼ਿਸ਼ ਕਰਾਂਗੀ, ਤੁਸੀਂ ਨਾ ਹੈਲਪ ਕਰ ਦਿਓ। ਠੀਕ ਹੈ। ਜੇ ਨਹੀਂ ਆਂਦਾ ਹੋਗਾ ਤੇ ਪਾਸ ਕਰ ਦੇਂ, ਤੇ ਫਿਰ ਉਹਦਾ ਜਵਾਬ ਗੁਰਦੀਪ ਦੇਗਾ। ਉਹ ਤੇਰੀ ਰੋਲ ਹੀ ਹੈ। ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋਗੇ? ਮਾਤਾ ਪਾਨੀ, ਗੁਰੂ ਰਾਮਦਾਸ। ਠੀਕ ਹੈ। ਮਾਤਾ ਪਾਨੀ ਤੇ ਗੁਰੂ ਰਾਮਦਾਸ ਨੇ। ਗੁਰਦੀਪ। ਡਾਕਟਰ ਸਾਹਿਬ। ਮਾਤਾ ਪਾਨੀ ਗੁਰੂ ਅਰਜਨ ਦੇਵ ਜੀ ਦੀ ਮਾਂ ਹੈ, ਤੇ ਨੈਚੁਰਲੀ ਗੁਰੂ ਰਾਮਦਾਸ ਜੀ ਦੀ ਉਹ ਵਾਈਫ ਹੈ। ਗੁਰੂ ਨਾਨਕ ਸਾਹਿਬ ਦੀ ਵਾਈਫ ਦਾ ਨਾਮ ਦੱਸੋ? ਮਾਤਾ ਸੁਲੱਖਣੀ ਜੀ। ਗੁਰੂ ਅੰਗਦ ਦੇਵ ਜੀ? ਮਾਤਾ ਖੀਵੀ ਜੀ। ਰਾਈਟ। ਜਦੋਂ ਮਾਤਾ ਖੀਵੀ ਦੀ ਗੱਲ ਕਰਦੇ ਹੋ ਨਾ, ਤੇ ਅਗਰ ਮੈਂ ਤੁਹਾਨੂੰ ਉਹ ਸੱਤ ਤੇ ਬਲਵੰਡ ਦੀ ਵਾਰ ਤੇ ਲੈ ਜਾਵਾਂ,
ਹੁਣ ਦੇਖੋ ਇਹ ਨਵਤੇਜ ਜੀ ਬੜੀ ਸਰਪ੍ਰਾਈਜ਼ਿੰਗ ਗੱਲ ਹੈ ਕਿ ਸਾਡਾ ਧਰਮ ਇੰਨਾ ਯੰਗ ਧਰਮ ਹੈ, ਤੁਸੀਂ ਕੋਈ ਇਤਿਹਾਸ ਦੀ ਬੁੱਕ ਚੁੱਕ ਕੇ ਦੇਖ ਲਓ, ਕਿਸੇ ਨੂੰ ਇਹ ਨਹੀਂ ਪਤਾ ਕਿ ਸੱਤ ਤੇ ਬਲਵੰਡ ਦਾ ਰਿਸ਼ਤਾ ਕੀ ਸੀ। ਕੁਝ ਕਹਿੰਦੇ ਨੇ ਉਹ ਫਾਦਰ ਤੇ ਸਨ ਸਨ, ਕੁਝ ਕਹਿੰਦੇ ਨੇ ਉਹ ਭਰਾ ਸਨ, ਕੁਝ ਕਹਿੰਦੇ ਨੇ ਉਹ ਕਜ਼ਨ ਸਨ, ਕੁਝ ਕਹਿੰਦੇ ਨੇ ਉਹ ਮਿੱਤਰ ਸਨ। ਫਿਰ ਕਿਸੇ ਨੂੰ ਇਹ ਨਹੀਂ ਪਤਾ ਕਿ ਜਿਹੜੀ ਕੋਈ ਵੀ ਜੁਆਇੰਟ ਅਗਰ ਕੋਈ, ਇਹ ਤਾਂ ਤੁਹਾਨੂੰ ਪਤਾ ਨਾ ਉਹਨਾਂ ਨੇ ਕੀ ਲਿਖਿਆ, ਗੁਰਦੀਪ ਸੱਤ ਤੇ ਬਲਵੰਡ ਨੇ ਕੀ ਕੰਪੋਜ਼ ਕੀਤਾ, ਜਿਹਨੇ ਵਾਰ ਲਿਖੀ ਆ, ਕਿਹੜੇ ਰਾਗ ਵਿੱਚ ਆਓ? ਐਨੀਵਨ? ਰਾਮਕਲੀ। ਰਾਗ ਰਾਮਕਲੀ ਚ ਕਿੰਨੇ ਸਟੈਂਦੇ ਨੇ ਉਹਦੇ ਚ? 8 ਸਟੈਂਦੇ ਨੇ। ਹੁਣ ਵਜ਼ੀਰ ਦੀ ਜਿਹੜੀ ਗੱਲ ਮੈਂ ਕਹਿਣ ਲੱਗਾ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਕੋਈ ਵੀ ਅਗਰ ਜੁਆਇੰਟ ਕੰਪੋਜੀਸ਼ਨ ਲਿਖਣੀ ਆ, ਸਪੋਜ਼ ਮੈਂ ਤੇ ਵਜ਼ੀਰ ਨੇ ਮਿਲ ਕੇ ਕੋਈ ਕਵਿਤਾ ਲਿਖਣੀ ਆ, ਮਿਲ ਕੇ ਕਿਵੇਂ ਲਿਖੀ ਜਾਏਗੀ? ਮੈਨੂੰ ਕਦੀ ਸਮਝਾ ਸਕਦੇ ਹੋ ਕਿਵੇਂ ਮਿਲ ਕੇ ਲਿਖਾਂਗੇ? ਕਿ ਇੱਕ ਲਾਈਨ ਮੈਂ ਲਿਖਾਂਗਾ, ਇੱਕ ਲਾਈਨ ਵਜ਼ੀਰ ਲਿਖੇਗਾ, ਇੱਕ ਲਾਈਨ ਮੈਂ, ਇੱਕ ਲਾਈਨ ਵਜ਼ੀਰ, ਜਾਂ ਅਸੀਂ ਇਹ ਕਵਾਂਗੇ ਬਈ ਇਹਦੇ ਵਿੱਚ 8 ਸਟੈਂਜ਼ਾਂ ਨੇ, 3 ਮੈਂ ਲਿਖ ਲੈਣਾ, 5 ਤੁਸੀਂ ਲਿਖ ਲਓ? ਨਹੀਂ, ਸੱਤ ਤੇ ਬਲਵੰਡ ਵਿੱਚ ਇੰਜ ਹੀ ਹੋਇਆ। ਇਹ ਵੀ ਅੱਜ ਸਾਰੀਆਂ ਬੁੱਕਸ ਪੜ੍ਹਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਹਾਂ। ਫਿਰ ਮੈਂ ਗੁਰੂ ਗ੍ਰੰਥ ਸਾਹਿਬ ਖੋਲਿਆ, ਤੁਸੀਂ ਦੇਖੋਗੇ ਕਿ ਜਿਹੜੀ 3rd ਕੰਪੋਜੀਸ਼ਨ ਹੈ, 3rd ਪੌੜੀ ਹੈ ਵਾਰ ਦੀ, ਉਹਦੇ ਵਿੱਚ ਆਉਂਦਾ ਬਲਵੰਡ ਦਾ ਨਾਮ। ਜਿਸ ਵੇਲੇ ਮਾਤਾ ਖੀਵੀ ਦੀ ਗੱਲ ਕਰਦਾ, ਉਹਦੇ ਬਾਅਦ 6ਵੀਂ ਵਿੱਚ ਨਾਂ ਆਉਂਦਾ ਸੱਤੇ ਦਾ। ਫਿਰ ਮੈਨੂੰ ਕਿਧਰੇ ਕੋਈ ਰੈਫਰੈਂਸ ਲੱਭਾ ਕਿ ਪਹਿਲੀਆਂ 3 ਪੌੜੀਆਂ ਬਲਵੰਡ ਦੀਆਂ ਨੇ ਤੇ ਆਖਰੀ 5 ਪੌੜੀਆਂ ਸੱਤੇ ਦੀਆਂ ਨੇ। ਅੱਛਾ, ਹੁਣ ਧਿਆਨ ਨਾਲ ਹੋ ਗਿਆ, ਸੁਣੋ, ਇਹ ਕਿਹੜੇ ਗੁਰੂ ਸਾਹਿਬ ਦੇ ਵੇਲੇ ਹੋਏ ਨੇ? ਨਵਤੇਜ, ਸੱਤ ਤੇ ਬਲਵੰਡ ਕਿਹੜੇ ਗੁਰੂ ਸਾਹਿਬ ਦੇ ਵੇਲੇ ਸਨ? ਗੁਰੂ ਅਮਰਦਾਸ ਦੇ ਵੇਲੇ। ਗੁਰੂ ਅਰਜਨ ਦੇਵ ਜੀ ਦੇ ਕੇਮ ਚੌਥੇ ਗੁਰੂ ਦੇ ਟਾਈਮ ਤੇ। ਪਰਮਜੀਤ? I was going to say Guru Angad Dev Ji. Govind, anyone? ਗੁਰਦੀਪ? ਗੁਰੂ ਅਮਰਦਾਸ ਜੀ ਗੁਰੂ ਦੇ, ਅਰਜਨ ਜੀ ਦੇ ਵੇਲੇ ਗੁਰੂ ਅਰਜਨ ਦੇਵ ਜੀ ਦੇ। ਇਹ ਕਹਿੰਦੇ ਨੇ ਕਿ ਇਹ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ, ਜਿਸ ਤਰ੍ਹਾਂ ਬਾਬਾ ਬੁੱਢਾ ਸੀ ਨਾ, ਇਹ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਆਪਣਾ ਸ਼ਬਦ ਅਰਥ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਕਹਿੰਦੇ ਨੇ ਇਹ ਗੁਰੂ ਅੰਗਦ ਦੇਵ ਜੀ ਕੋਲ ਆਏ ਨੇ। ਇਹ ਗੁਰੂ ਨਾਨਕ ਸਾਹਿਬ ਦੇ ਵਕਤ ਦੇ ਨੇ। ਜਿਸ ਵੇਲੇ ਮਰਦਾਨੇ ਦੀ ਡੈਥ ਹੋ ਗਈ ਸੀ ਤੇ ਉਦੋਂ ਗਏ ਸਨ ਗੁਰੂ ਨਾਨਕ ਸਾਹਿਬ ਕੋਲ। ਦੇ ਵਰ ਵੈਰੀ ਯੰਗ ਐਟ ਦੈਟ ਟਾਈਮ। ਲੇਕਿਨ ਇਹਨਾਂ ਦਾ ਕੀਰਤਨ ਪ੍ਰੋਪਰ ਗੁਰੂ ਅੰਗਦ ਦੇ ਵਕਤ ਸ਼ੁਰੂ ਹੋਇਆ। ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ, ਔਰ ਇਹਨਾਂ ਦੀ ਡੈਥ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆ। ਉਦੋਂ ਇਹਨਾਂ ਦਾ ਜਿਹੜਾ ਬੇਟਾ ਸੀ ਜਾਂ ਪੁੱਤਰਾ ਸੀ, ਬਵੇਕ ਜਾਂ ਬਬਕ ਦਾ ਨਾਮ ਸੀ, ਗੁਰੂ ਰਾਮਦਾਸ, ਗੁਰੂ ਹਰਗੋਬਿੰਦ ਸਾਹਿਬ ਨੇ ਉਹਦੇ ਕੋਲ ਜਾ ਕੇ ਇਹਨਾਂ ਦਾ ਸੰਸਕਾਰ ਕੀਤਾ ਸੀ। ਇਹ ਸਾਰੇ ਕਲੀਅਰ ਨੇ। ਇਹਨਾਂ ਦੀ ਡੇਟ ਆਫ ਬਰਥ ਕਿਧਰੇ ਨਹੀਂ ਲੱਭਦੀ, ਪਰ ਅਗਰ ਇਹ ਇੰਨੇ ਗੁਰੂ ਸਾਹਿਬ ਦੇ ਨਾਲ ਸਨ ਤਾਂ ਫਿਰ ਇਹਨਾਂ ਦੀ ਏਜ ਵੀ ਉਨੀ ਹੋਏਗੀ ਜਿੰਨੀ ਬਾਬਾ ਬੁੱਢਾ ਦੀ ਸੀ। ਬਾਬਾ ਬੁੱਢਾ ਵੀ ਇਹ ਸਾਰੇ ਗੁਰੂਆਂ ਦੇ ਵਕਤ ਸਨ। ਬਾਬਾ ਬੁੱਢਾ ਦੀ ਏਜ ਪਤਾ ਤੁਹਾਨੂੰ? 122। ਸੋ ਅਗਰ ਉਹ 122 ਜਾਂ 125 ਦੇ ਹੋ ਸਕਦੇ ਨੇ ਤੇ ਫਿਰ ਇਹ ਦੋਨੋਂ ਭਰਾ ਜਾਂ ਪਿਓ ਪੁੱਤਰ, ਫਿਰ ਭਰਾ ਹੀ ਹੋਣਗੇ, ਜੇ ਪਿਓ ਪੁੱਤਰ ਤਾਂ ਨਹੀਂ ਹੋ ਸਕਦਾ, ਫਿਰ ਭਰਾ ਹੀ ਹੋਣਗੇ ਕਿ ਇੰਨੀ ਦੇਰ ਹੋ ਰਹੇ ਹੋਣਗੇ। ਬਬਲੀ, ਗੁਰੂ ਅੰਗਦ ਦੇਵ ਜੀ ਦੀ ਵਾਈਫ ਦਾ ਨਾਮ? ਮਾਤਾ ਖੀਵੀ। ਗੁਰੂ ਅਮਰਦਾਸ? ਵਾਈਫ ਦਾ ਨਾਮ ਕੀ ਸੀਗਾ? ਮਨਸਾ ਮਨਸਾ ਦੇਵੀ। ਮਨਸਾ ਦੇਵੀ। ਕਮਿੰਗ ਬੈਕ ਟੂ ਗੁਰੂ ਅਰਜਨ ਦੇਵ ਜੀ ਤੇ ਨਵਤੇਜ, ਗੁਰੂ ਅਰਜਨ ਦੇਵ ਜੀ ਦੇ ਬੱਚਿਆਂ ਦੇ ਨਾਂ ਦੱਸੋ। ਗੁਰੂ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਦੇ ਕਿੰਨੇ ਬੱਚੇ ਸਨ? ਨੰਬਰ, ਨਾਂ ਨਹੀਂ ਪੁੱਛ ਰਿਹਾ। 5 ਲੜਕੇ ਤੇ 1 ਲੜਕੀ। 5 ਲੜਕੇ ਤੇ 1 ਲੜਕੀ। ਹੋਰ ਕਿਹੜੇ ਗੁਰੂ ਸਾਹਿਬ ਦੇ ਘਰ ਲੜਕੀ ਸੀ?
ਅਮਰਦਾਸ ਗੁਰੂ ਅਮਰਦਾਸ ਜੀ ਦੇ ਅਮਰਦਾਸ ਜੀ ਦੀ ਮੈਂ ਹੁਣ ਇਸ ਵੇਲੇ ਨਵਜੀਤ ਜਵਾਬ ਦੇ ਪਲੀਜ਼। ਹਾਂਜੀ, ਗੁਰੂ ਅਮਰਦਾਸ ਜੀ ਦੀ ਕਿੰਨੀ ਇੱਕ ਲੜਕੀ ਸੀ, 2 3 4 ਕਿੰਨੀਆਂ ਸਨ? 2 ਲੜਕੇ 2 ਲੜਕੀਆਂ। ਹੋਰ ਕਿਸੇ ਗੁਰੂ ਦੇ ਘਰ ਹੈ ਸੀ? ਗੋਬਿੰਦ ਸਿੰਘ ਦੇ 4 ਬੇਟੇ। ਗੁਰੂ ਹਾਂ ਅੰਗਦ ਜਸਪੀਰ, ਗੁਰੂ ਗੋਬਿੰਦ ਸਿੰਘ ਦੇ 4 ਬੇਟੇ। ਨਹੀਂ ਹੋਰ ਕਿਸ ਗੁਰੂ ਦੇ ਘਰ ਲੜਕੀ ਸੀ? ਪ੍ਰਦੀਪ, ਗੁਰੂ ਅੰਗਦ ਜੀ। ਗੁਰੂ ਅੰਗਦ ਦੇਵ ਜੀ, ਇੱਕ ਲੜਕੀ ਗੁਰੂ ਅੰਗਦ ਦੀ, ਨਾਮ ਉਹਦਾ ਬੀਬੀ ਅਮਰੋ। ਬੀਬੀ ਅਮਰੋ। ਇੱਕ ਲੜਕੀ ਗੁਰੂ ਹਰਗੋਬਿੰਦ ਸਾਹਿਬ ਜੀ, ਨਾਮ ਵੀਰੋ। ਹਾਂਜੀ। 2 ਲੜਕੀਆਂ ਗੁਰੂ ਅਮਰਦਾਸ ਜੀ ਦੀਆਂ, ਭਾਨੀ ਤੇ ਦਾਨੀ। ਅੱਛਾ, ਹੁਣ ਅਗਲਾ ਸਵਾਲ ਦੇਣਗੇ ਕਿਉਂਕਿ ਇਹ ਜਰਾ ਜ਼ਿਆਦਾ ਇੰਪੋਰਟੈਂਟ ਹੈ ਤੇ ਵਜ਼ੀਰ ਜੀ ਦੇਣਗੇ। ਕਿਹੜੇ ਕਿਹੜੇ ਸ਼ਹਿਰ ਗੁਰੂ ਅਰਜਨ ਦੇਵ ਜੀ ਨੇ ਐਸਟੈਬਲਿਸ਼ ਕੀਤੇ ਨੇ? ਤਰਨ ਤਾਰਨ ਤੇ ਕੀਰਤਪੁਰ। ਸੋ ਲੈਟ ਅਸ ਸਟਾਰਟ ਵਿਦ ਤਰਨ ਤਾਰਨ। ਅੰਮ੍ਰਿਤਸਰ ਤੋਂ ਬਾਅਦ ਉਹ ਤਰਨ ਤਾਰਨ ਗਏ, ਤਰਨ ਤਾਰਨ ਉਹਨਾਂ ਨੇ ਵਸਾਇਆ। ਨੈਕਸਟ ਕੀਰਤਪੁਰ। ਹਾਂਜੀ, ਕੀਰਤਪੁਰ। ਗੁਰੂ ਅਰਜਨ ਦੇਵ ਜੀ ਕਹਿ ਰਹੇ ਹੋ। ਹਾਂਜੀ, ਗੁਰੂ ਅਰਜਨ ਦੇ ਤੁਸੀਂ ਜਲੰਧਰ ਦੇ ਕਰ ਰਹੇ ਹੋ? ਗੋਇੰਦਵਾਲ। ਨਾ ਗੋਇੰਦਵਾਲ ਨਹੀਂ, ਕਰਤਾਰਪੁਰ ਉਹਨਾਂ ਨੇ ਕਹਿਣਾ ਸੀ, ਕੀਰਤਪੁਰ ਗਿਆ। ਕਿਹੜਾ ਕਰਤਾਰਪੁਰ ਸੀ ਗਏ? ਕੀਰਤਪੁਰ ਜਲੰਧਰ ਦੇ ਕੋਲ ਹੈ ਜਿਹੜਾ ਤਰਨ ਤਾਰਨ ਸਾਹਿਬ ਤੇ ਫਿਰ ਕਰਤਾਰਪੁਰ। ਕਰਤਾਰਪੁਰ ਤੇ ਬਹੁਤ ਇੰਪੋਰਟੈਂਟ ਹੈ। ਕਰਤਾਰਪੁਰ 2 ਗੁਰੂ ਸਾਹਿਬ ਦੇ 2 ਬੱਚਿਆਂ ਦੀਆਂ ਸ਼ਾਦੀਆਂ ਹੋਈਆਂ। ਗੁਰੂ ਹਰਗੋਬਿੰਦ ਸਾਹਿਬ ਦੇ 2 ਬੱਚਿਆਂ ਦੀਆਂ ਸ਼ਾਦੀਆਂ ਕਰਤਾਰਪੁਰ ਹੋਈਆਂ। ਪਰਮਜੀਤ ਦਾ ਹੱਥ ਹਮੇਸ਼ਾ ਉੱਪਰ ਹੁੰਦਾ ਹੈ। ਕੁੜੀ ਨੂੰ ਨਾ ਕੋਈ ਗੋਲਡ ਦੀ ਜਗ੍ਹਾ ਕੋਈ ਡਾਇਮੰਡ ਤੋਂ ਵੀ ਉੱਤੇ ਕੋਈ ਮੈਡਲ ਆ ਮਿਲਣਾ ਪਏਗਾ। ਹੋਰ ਕੌਣ ਦੱਸ ਸਕਦਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਕਿਹੜੇ 2 ਬੇਟਿਆਂ ਦੀ ਸ਼ਾਦੀ ਕਰਤਾਰਪੁਰ ਹੋਈ ਹੈ? ਅੱਜ ਦਵਿੰਦਰ ਨੇ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਦਾ ਮਾਈਕ ਵੀ ਨਹੀਂ ਮਿਊਟ ਹੈਗਾ ਤੁਹਾਡਾ। ਫਿਰ ਆਵਾਜ਼ ਬਹੁਤ ਆਉਂਦੀ ਆ। ਤੁਸੀਂ 2 ਵਾਰੀ ਲੌਗਇਨ ਕੀਤਾ ਹੈ। ਹੁਣ ਦੱਸ ਬਬਲੀ, ਕਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਕਿਹੜੇ ਬੱਚਿਆਂ ਦਾ ਵਿਆਹ ਹੋਇਆ ਕਰਤਾਰਪੁਰ? ਪਾਸ ਮੈਨੂੰ ਯਾਦ ਨਹੀਂ। ਇਹ ਮਹਿੰਦਰ ਨੂੰ ਪਤਾ ਹੈ। ਹਾਂ, ਇਹ ਆਪਣਾ ਗੁਰੂ ਤੇਗ ਬਹਾਦਰ ਜੀ ਦਾ ਹੋਇਆ ਜੀ ਵਿਆਹ ਉੱਥੇ। ਹੋਰ ਦੂਜਾ ਉਹ ਨਾਂ ਜਿਹੜਾ ਮੈਨੂੰ ਹਮੇਸ਼ਾ ਪੁੱਛ ਜਾਂਦਾ, ਤੁਸੀਂ ਦੱਸਦੇ ਹੁੰਦੇ ਹੋ। ਦਿਮਾਗ ਚ ਆ ਰਿਹਾ ਜੀ, ਪਾਸ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਹੋਰ ਲੜਕਾ ਜਿਹਦਾ ਵਿਆਹ ਇੱਥੇ ਹੋਇਆ, ਐਸ ਤੋਂ ਸੂਰਜਮਲ। ਸੂਰਜਮਲ ਦਾ ਵਿਆਹ ਵੀ ਇੱਥੇ ਹੈ ਤੇ ਗੁਰੂ ਤੇਗ ਬਹਾਦਰ ਦਾ ਵਿਆਹ ਵੀ ਇੱਥੇ ਹੈ। ਔਰ ਇਸ ਕਰਕੇ ਵੀ ਕਰਤਾਰਪੁਰ ਬਹੁਤ ਮਸ਼ਹੂਰ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਸਭ ਤੋਂ ਵੱਡੀ ਲੜਾਈ ਇੱਥੇ ਲੜੀ ਗਈ ਹੈ। ਕਰਤਾਰਪੁਰ ਦੀ ਬੈਟਲ ਜਿਹੜੀ ਕਹਿੰਦੇ ਨੇ, ਜਿਹਦੇ ਬਾਅਦ ਫਿਰ ਉਹ ਅੰਮ੍ਰਿਤਸਰ ਸਾਹਿਬ ਜੋ ਵੈਸੇ ਤੇ ਛੱਡ ਆਏ ਸਨ, ਉਹਦੇ ਬਾਅਦ ਫਿਰ ਅੰਮ੍ਰਿਤਸਰ ਸਾਹਿਬ ਨਹੀਂ ਗਏ। ਤੇ ਜੋ ਵਜ਼ੀਰ ਜੀ ਕੋਲੋਂ ਉਹ ਮਿਕਸਅਪ ਨਾਂ ਨਿਕਲਿਆ ਸੀ ਕੀਰਤਪੁਰ ਦਾ, ਇਹਦੇ ਬਾਅਦ ਉਹ ਕੀਰਤਪੁਰ ਜਾ ਕੇ ਠਹਿਰੇ ਨੇ, ਕੀਰਤਪੁਰ ਜਾ ਕੇ ਰਹੇ ਨੇ। ਕੀ ਗੁਰੂ ਅਰਜਨ ਦੇਵ ਜੀ ਡੇਰਾ ਬਾਬਾ ਨਾਨਕ ਗਏ ਨੇ? ਤੁਹਾਡੇ ਚੋਂ ਕੋਈ ਡੇਰਾ ਬਾਬਾ ਨਾਨਕ ਗਿਆ? ਨਹੀਂ। ਡੇਰਾ ਬਾਬਾ ਨਾਨਕ ਦਾ ਜਿਹੜਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਹਰਿਮੰਦਰ ਸਾਹਿਬ ਦਾ ਕੰਪਲੈਕਸ ਹੈ, ਡੇਰਾ ਬਾਬਾ ਨਾਨਕ ਦਾ ਵੀ ਜਿਹੜਾ ਕੰਪਲੈਕਸ ਹੈ, ਉਹਦੇ 'ਚ ਇੱਕ ਖਾਸ ਗੁਰਦੁਆਰਾ ਹੈ। ਉਸ ਗੁਰਦੁਆਰੇ ਦੀ ਮਹੱਤਤਾ ਇਹ ਹੈ ਕਿ ਉੱਥੇ ਗੁਰੂ ਅਰਜਨ ਦੇਵ ਜੀ ਗਏ ਸੀ, ਉੱਥੇ ਉਹਨਾਂ ਨੇ ਕੀਰਤਨ ਕੀਤਾ ਸੀ। ਗੁਰੂ ਨਾਨਕ ਸਾਹਿਬ ਦਾ ਪੁੱਤਰ ਜਿਹੜਾ ਛੋਟਾ ਬੱਚਾ ਉਹਨਾਂ ਦੇ, ਉਹਦਾ ਅੱਗੋਂ ਪੁੱਤਰ, ਉਹਦਾ ਉੱਥੇ ਪਾਠ ਸੀ, ਉਹਦੀ ਜਿਹੜਾ ਤੁਸੀਂ ਕਹਿੰਦੇ ਹੋ ਅੰਤਮ ਪਾਠ ਸੀ, ਉਹ ਗੁਰੂ ਅਰਜਨ ਦੇਵ ਜੀ ਉੱਥੇ ਗਏ ਸਨ। ਸੋ ਉੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਗੁਰੂ ਅਰਜਨ ਦੇਵ ਜੀ ਦੇ ਨਾਂ ਦਾ, ਡੇਰਾ ਬਾਬਾ ਨਾਨਕ। ਡੇਰਾ ਬਾਬਾ ਨਾਨਕ ਦੀ ਹੋਰ ਇੰਪੋਰਟੈਂਸ ਕੀ ਹੈ ਜਿਹੜੀ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਹੈ? ਗੁਰੂ ਨਾਨਕ ਦੇਵ ਜੀ ਉੱਥੇ, ਗੁਰੂ ਨਾਨਕ ਦੇਵ ਜੀ ਦੇ ਉਹ ਸਹੁਰੇ ਸੀ। ਹਾਂ ਬੋਲੋ। ਗੁਰੂ ਨਾਨਕ ਦੇਵ ਜਿਹੜੇ ਸਹੁਰਾ ਪਿੰਡ ਗੁਰੂ ਨਾਨਕ ਜੀ ਦਾ ਮਾਤਾ ਦਾ ਪਿੰਡ ਗੁਰੂ ਨਾਨਕ ਦੇ ਸਹੁਰੇ ਸੀ ਜੀ ਉੱਥੇ। ਵਿਆਹ ਤੇ ਉਹਨਾਂ ਦਾ ਬਟਾਲੇ ਹੋਇਆ, ਫਿਰ ਇਹ ਸਾਰਾ ਪਿੰਡ ਕਿਵੇਂ ਹੋ ਗਿਆ?
ਬਟਾਲੇ ਉਹਨਾਂ ਦੇ ਜਿਹੜੇ ਫਾਦਰ ਲਾ ਸੀਗੇ ਨਾ, ਉਹ ਉੱਥੇ ਮਤਲਬ ਪਟਵਾਰੀ ਸੀਗੇ ਨਾ, ਲੈਂਡਸ ਆਫੀਸਰ ਸੀਗੇ, ਤੇ ਉਹ ਉੱਥੇ ਰਿਮੂਵ ਹੋ ਗਿਆ ਸੀ ਬਟਾਲੇ ਤੋਂ ਬਾਅਦ। ਵੈਰੀ ਗੁੱਡ। ਅੱਜ ਤੇ ਮਹਿੰਦਰ ਨੂੰ ਵੀ 골ਡ ਮੈਡਲ ਮਿਲੇਗਾ। ਬਿਲਕੁਲ ਠੀਕ ਹੈ ਕਿ ਜਿਹੜੇ ਉਹਨਾਂ ਦੇ ਫਾਦਰ ਇਨ ਲਾਅ ਸਨ ਉਹ ਫਿਰ ਬਟਾਲਾ ਛੱਡ ਕੇ ਇੱਥੇ ਆ ਗਏ ਸਨ ਔਰ ਇੱਥੇ ਉਹ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਆਪਣੀਆਂ ਯਾਤਰਾ ਤੋਂ ਵਾਪਸ ਆਉਂਦੇ ਸਨ, ਉਦਾਸੀਆਂ ਤੋਂ ਵਾਪਸ ਆਉਂਦੇ ਸਨ, ਫਿਰ ਉਹਨਾਂ ਦਾ ਟਾਈਮ ਸ਼ੇਅਰ ਹੁੰਦਾ ਸੀ ਆਪਣੇ ਪੇਰੈਂਟਸ ਕੋਲ ਤੇ ਮਾਤਾ ਸੁਲੱਖਣੀ ਕੋਲ, ਬਿਟਵੀਨ ਡੇਰਾ ਬਾਬਾ ਨਾਨਕ ਐਂਡ ਜਿੱਥੇ ਉਹਨਾਂ ਦੇ ਫਾਦਰ ਸਨ, ਜਿੱਥੇ ਉਹ ਆਪ ਪੈਦਾ ਹੋਏ ਸਨ। ਭੈਣ ਕੋਲ ਵੀ ਜਾਂਦੇ ਸਨ। ਭੈਣ ਨੂੰ ਤਾਂ ਕਹਿੰਦੇ ਸਨ ਤੂੰ ਅੱਖਾਂ ਬੰਦ ਕਰ, ਜਦੋਂ ਕਹੇਗੀ ਮੈਂ ਆ ਜਾਵਾਂਗਾ। ਸੋ ਸੁਲਤਾਨਪੁਰ ਲੋਧੀ ਵੀ ਗਏ ਨੇ ਉਹ। ਇੱਕ ਨਾਂ ਛੇਹਟਾ ਆਂਦਾ, ਛੇਹਟਾ, ਉਹਦਾ ਪਤਾ ਸਕਦਾ ਛੇਹਟੇ ਦਾ ਮਤਲਬ ਕੀ ਆ? ਵਜ਼ੀਰ ਜੀ ਤੋਂ ਇਲਾਵਾ, ਵਜ਼ੀਰ ਜੀ ਤੋਂ ਇਲਾਵਾ ਵਜ਼ੀਰਾਂ ਕੋਲੋਂ ਤਾਂ ਮੈਂ ਪੁੱਛਿਆ ਸੀ, ਸੋ ਕੋਈ ਹੋਰ ਦੱਸੇ। ਉੱਥੇ 6 ਖੂਹ ਆ ਜੀ। ਹਾਂਜੀ, ਉੱਥੇ ਮਤਲਬ ਇੱਕ ਖੂਹ ਦੇ ਵਿੱਚ 6 ਤਰ੍ਹਾਂ ਦੀਆਂ ਹਲਟ ਕਹਿੰਦੇ ਉਹਨੂੰ, ਪੁਰਾਣੇ ਜ਼ਮਾਨੇ 'ਚ ਜਿਹਨੂੰ ਖੂਹ ਕਹਿੰਦੇ ਸੀ, ਤੇ ਜਿਹਦੇ ਵਿੱਚ ਜਿੱਦਾਂ ਟਿੰਡਾ ਪਾਣੀ ਲਿਆਉਂਦੇ ਸੀ, ਉਹ ਇੱਕ ਖੂਹ ਦੇ ਵਿੱਚ 6 ਹਲਟ ਲੱਗੇ ਵਾ, 6 ਤਰ੍ਹਾਂ ਦੇ ਖੂਹ ਲੱਗੇ ਵਾ। ਔਰ ਇਹਨਾਂ ਨੂੰ ਕਹਿੰਦੇ ਨੇ ਪਰਸ਼ੀਅਨ ਨੇ, ਇਹ ਜਿਹੜੇ ਮੰਗਾਏ ਗਏ ਸਨ ਨਾ, ਇਹ ਗੁਰੂ ਸਾਹਿਬ ਨੇ ਪਰਸ਼ੀਅਨ ਜੋ ਵੀ ਕੁਝ ਕਹਿ ਰਹੇ ਉਹ ਹੱਟ ਮੰਗਵਾਏ ਸਨ। ਤੇ ਉਹਦੇ ਬਾਅਦ ਇਹ ਮਸ਼ਹੂਰ ਇਸ ਕਰਕੇ ਵੀ ਹੋ ਗਿਆ ਸੀ ਕਿ ਵਡਾਲੀ ਤੇ ਨਾਲ ਹੀ ਰਹਿਣਾ ਦੋਨੋਂ, ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਔਰ ਬਾਬਾ ਬੁੱਢਾ ਕੁਛ ਦੇਰ ਇੱਥੇ ਰਹੇ, ਔਰ ਮਾਤਾ ਗੰਗਾ ਜੀ ਦਾ ਬਾਬਾ ਬੁੱਢਾ ਨੂੰ ਮਿਲਣ ਗਏ ਨੇ ਤਾਂ ਉਹ ਇਸੇ ਜਗ੍ਹਾ ਤੇ ਉਦੋਂ ਰਹਿੰਦੇ ਸਨ। ਸੋ ਇਸ ਕਰਕੇ ਵੀ ਇਹ ਜਗ੍ਹਾ ਕਾਫੀ ਇੰਪੋਰਟੈਂਟ ਹੈ। ਗੁਰੂ ਅਰਜਨ ਦੇਵ ਜੀ ਦੇ ਬਾਰੇ ਜਿੰਨਾ ਵੀ ਤੁਸੀਂ ਡਿਸਕਸ ਕਰੋਗੇ ਓਨਾ ਹੀ ਥੋੜਾ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਜਿਤਨੀ ਕੰਟਰੀਬਿਊਸ਼ਨ ਗੁਰੂ ਅਰਜਨ ਦੇਵ ਜੀ ਦੀ ਹੈ। ਹੁਣ ਮੈਂ ਨਵਤੇਜ ਤੋਂ ਸਿਰਫ ਇਹ ਪੁੱਛਾਂਗਾ ਕਿ ਉਹ ਸਿਰਫ ਉਹਨਾਂ ਦੀਆਂ 3 ਜਾਂ 4 ਸਾਨੂੰ ਕੰਟਰੀਬਿਊਸ਼ਨ ਦੱਸੇ ਗੁਰੂ ਅਰਜਨ ਦੇਵ ਜੀ। ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈਗੀ, ਉਹਦੀ ਜਿਹੜੀ ਸਥਾਪਨਾ ਕੀਤੀ ਹੈ ਉਹ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈਗੀ ਹੈ। ਬਾਕੀ ਜਿਹੜਾ ਅੰਮ੍ਰਿਤਸਰ ਦੀ ਜਿਹੜੀ ਇੰਪੋਰਟੈਂਸ ਹੈਗੀ ਹੈ, ਜੋ ਉਹਨਾਂ ਨੇ ਬਹੁਤ ਇੰਪੋਰਟੈਂਸ, ਜਿਹੜਾ ਵੱਡਾ ਟਾਊਨ ਮਤਲਬ ਕਿ ਸਿਟੀ ਕਹਿ ਲਓ ਉਹਨੂੰ, ਜੋ ਚਲ ਐਸਟੈਬਲਿਸ਼ ਤਾਂ ਮਤਲਬ ਸ਼ੁਰੂ ਹੋ ਗਈ ਸੀ, ਪਰ ਜਿਹੜੀ ਉਹਨੇ ਇੰਪੋਰਟੈਂਸ ਦਿੱਤੀ ਅੰਮ੍ਰਿਤਸਰ ਦੀ, ਉਹ ਗੁਰੂ ਅਰਜਨ ਦੇਵ ਜੀ ਦੀ ਕੰਟਰੀਬਿਊਸ਼ਨ ਹੈ ਮੇਰੇ ਖਿਆਲ ਦੇ ਵਿੱਚ। ਹਾਲੀ ਅੰਮ੍ਰਿਤਸਰ ਦੇ ਕੋਲ ਹੀ ਰਹਿਣਾ, ਅਗਲੀ ਬਹੁਤ ਇੰਪੋਰਟੈਂਟ ਦੱਸੋ ਨਾ, ਅੰਮ੍ਰਿਤਸਰ ਦੇ ਵਿੱਚ ਕੀ ਕੀਤਾ ਉਹਨਾਂ? ਹਰਮੰਦਰ ਸਾਹਿਬ ਬਣਾਇਆ ਜੀ, ਹਰਮੰਦਰ ਸਾਹਿਬ ਦੀ ਨੀਂਹ ਰੱਖਣੀ। ਹਾਂਜੀ, ਇਹ ਨਵਤੇਜ ਦੱਸ ਰਿਹਾ ਨਾ। ਹਾਂ ਨਵਤੇਜ, ਸੋ ਦੋ ਤੇ ਤੁਹਾਨੂੰ ਕਲੀਅਰ ਦਿਸ ਰਹੀ ਹੈ ਇਹਨਾਂ ਦੀ ਕੰਟਰੀਬਿਊਸ਼ਨ। ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ, ਜਦੋਂ ਉਦੋਂ ਉਹਨੂੰ ਗ੍ਰੰਥ ਸਾਹਿਬ ਕਹਿੰਦੇ ਸਨ ਜਾਂ ਪੋਥੀ ਸਾਹਿਬ ਕਹਿੰਦੇ ਸਨ, ਤੇ ਹਰਮੰਦਰ ਸਾਹਿਬ ਦੀ ਸਥਾਪਨਾ, ਜਿਹਨੂੰ ਤੁਸੀਂ ਸਰੋਵਰ ਕਹਿੰਦੇ ਹੋ, ਜਿਹੜਾ ਸ਼ੁਰੂ ਕਰ ਗਏ ਸਨ ਗੁਰੂ ਰਾਮਦਾਸ, ਉਹਨੂੰ ਪੂਰਾ ਕਰਨਾ। ਸੰਦੋਖ ਸਰ ਸੀ, ਉਹਨੂੰ ਪੂਰਾ ਕਰਨਾ, ਉਹ ਵੀ ਅੰਮ੍ਰਿਤਸਰ ਦੇ ਨਾਲ ਹੈ। ਰਾਮ ਸਰ ਬਣਾਉਣਾ। ਸੋ ਇਹ ਉਹਨਾਂ ਦੀਆਂ ਜਿਹੜੀਆਂ ਨੇੜੇ ਤੇੜੇ ਦੀਆਂ ਕੰਟਰੀਬਿਊਸ਼ਨਾਂ ਨੇ। ਬਾਕੀ ਠੀਕ ਸੀ ਜੋ ਵਜ਼ੀਰ ਜੀ ਦੱਸ ਚੁੱਕੇ ਨੇ, ਉਹਨਾਂ ਨੇ 3 ਜਾਂ 4 ਟਾਊਨ ਵੀ ਉਸਾਰੇ ਨੇ। ਪੰਜਾਬ ਦਾ ਟੂਰ ਕੀਤਾ, ਸਿੱਖੀ ਧਰਮ ਦਾ ਪ੍ਰਚਾਰ ਕੀਤਾ। ਪੰਜਾਬ ਦਾ ਜਿਤਨਾ ਪੈਜ਼ੈਂਟ ਸੀ, ਜਾਟ ਸਿੱਖ ਸੀ, ਉਹ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਹੀ ਸਿੱਖ ਧਰਮ ਦੇ ਵਿੱਚ ਆਇਆ, ਜਿਹਦੀ ਈਰਖਾ ਦੇ ਨਾਲ ਤੇ ਜਿਹੜਾ ਮੁਸਲਿਮ ਕਲਰਜੀ ਸੀ ਉਹ ਬਰਦਾਸ਼ਤ ਨਹੀਂ ਕਰ ਸਕਿਆ, ਔਰ ਉਹਨਾਂ ਨੇ ਝੂਠੀਆਂ ਸੱਚੀਆਂ ਸ਼ਿਕਾਇਤਾਂ ਜਹਾਂਗੀਰ ਕੋਲ ਪਹੁੰਚਾ ਕੇ ਬਾਕੀ ਪ੍ਰਿਥੀ ਚੰਦ ਨਾਲ ਰਲ ਗਿਆ, ਚੰਦੂ ਸ਼ਾਹ ਰਲ ਗਿਆ, ਤੇ ਫਿਰ ਜੋ ਬਾਣਾ ਵਰਤਿਆ ਤੁਹਾਨੂੰ ਪਤਾ ਹੀ ਹੈ ਅਬਾਊਟ ਗੁਰੂ ਅਰਜਨ। 2 ਅਸੀਂ ਨਾਂ ਲੈਂਦੇ ਹਾਂ ਸਟਿਲ ਐਟ ਨਵਤੇਜ। ਇੱਕ ਹੈ ਗੁਰੂ ਅਸੀਂ ਕਹਿੰਦੇ ਹਾਂ ਸ਼ਹੀਦਾਂ ਦੇ ਸਰਤਾਜ, ਇੱਕ ਅਸੀਂ ਕਹਿੰਦੇ ਹਾਂ ਹਿੰਦ ਦੀ ਚਾਦਰ, ਇੱਕ ਅਸੀਂ ਕਹਿੰਦੇ ਹਾਂ ਸਰਬੰਸ ਦਾਨੀ। ਇਹ ਕਿਹੜੇ ਗੁਰੂ ਦੇ ਨਾਲ ਇਹ 3 ਅੱਖਰ ਲੱਗਦੇ ਨੇ? ਜਿਹੜੇ ਹਿੰਦ ਦੀ ਚਾਦਰ ਆਪਣੇ ਗੁਰੂ ਤੇਗ ਬਹਾਦਰ ਜੀ ਨੂੰ, ਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ, ਤੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ। 3 ਗੁਰੂ ਸਾਹਿਬਾਨ ਦੀਆਂ ਕਹਿੰਦੇ ਨੇ ਕਿ ਉਹਨਾਂ ਦੇ ਇਸ ਸੰਸਾਰ ਛੱਡਣ ਤੋਂ ਬਾਅਦ ਉਹਨਾਂ ਦੀ ਬੋਡੀਜ਼ ਨਹੀਂ ਲੱਭੀਆਂ, ਜਿਹੜੀਆਂ ਅਕੋਰਡਿੰਗ ਟੂ
ਜੇ ਤੁਸੀਂ ਫੇਥ ਦੀ ਗੱਲ ਕਰੋ ਕਿ ਉਹਨਾਂ ਦੀ ਬਾਡੀ ਵਾਹਿਗੁਰੂ ਆਪ ਆ ਕੇ ਆਪਣੇ ਹੱਥੀ ਇੱਥੋਂ ਲੈ ਗਿਆ, ਉਹ ਕਿਹੜੇ ਕਿਹੜੇ ਗੁਰੂ ਨੇ? ਦਵਿੰਦਰ। ਗੁਰੂ ਗੋਬਿੰਦ ਸਿੰਘ ਜੀ, ਹਾਂਜੀ, ਗੁਰੂ ਅਰਜਨ ਦੇਵ ਜੀ ਤੇ ਹਾਂਜੀ, ਗੁਰੂ ਨਾਨਕ ਦੇਵ ਜੀ। ਬਿਲਕੁਲ ਠੀਕ ਹੈ। ਔਰ ਦਵਿੰਦਰ ਤੇਰੇ ਵੀ ਜਵਾਬ ਬਿਲਕੁਲ ਅਪਰੋਪਰੀਏਟ ਹੁੰਦੇ ਨੇ ਔਰ ਬਿਲਕੁਲ ਠੀਕ ਹੁੰਦੇ ਨੇ। ਸੋ ਜਰਾ ਜ਼ੋਰ ਸ਼ੋਰ ਕੇ ਜਵਾਬ ਦਿਆ ਕਰ। ਸੋ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ, ਫਿਰ ਗੁਰੂ ਅਰਜਨ ਦੇਵ ਜੀ 2 ਤੇ ਫਿਰ ਗੁਰੂ ਗੋਬਿੰਦ ਸਿੰਘ ਜੀ। ਇਹਨਾਂ ਤਿੰਨਾਂ ਦੀ ਅਗਰ ਤੁਸੀਂ ਸਾਖੀਆਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਨੇ ਜਿਹੜਾ ਸਰੀਰ ਜਦੋਂ ਛੱਡਿਆ ਤੇ ਇਹਨਾਂ ਦੀ ਜਿਹੜੀ ਜਦੋਂ ਤੁਸੀਂ ਰਿਮੇਨਸ ਕਹਿੰਦੇ ਬੋਡੀ, ਉਹ ਸੰਗਤਾਂ ਨੂੰ ਨਹੀਂ ਲੱਗੀ ਔਰ ਉਹ ਕਹਿੰਦੇ ਨੇ ਕਿ ਉਹ ਵਾਹਿਗੁਰੂ ਖੁਦ ਆ ਕੇ ਆਪਣੇ ਹੱਥੀਂ ਉਹਨਾਂ ਨੂੰ ਆਪਣੇ ਕੋਲ ਉੱਪਰ ਲੈ ਗਿਆ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜਾ ਅੱਜ ਦਾ ਵਾਕ ਆਇਆ ਉਹਦਾ ਅਸੀਂ ਕਿਸ ਤਰ੍ਹਾਂ ਟ੍ਰਾਂਸਲੇਸ਼ਨ ਕਰਾਂਗੇ, ਕਿਉਂਕਿ ਸਾਡੇ ਕੋਲ ਬਹੁਤ ਅੱਛੇ ਨੇ ਟ੍ਰਾਂਸਲੇਟਰ ਇੱਥੇ ਬੈਠੇ ਨੇ। ਵਜ਼ੀਰ ਜੀ ਤੁਹਾਡੇ ਕੋਲ ਇਹ ਅੱਜ ਦਾ ਵਾਕ ਹੈ? ਵਜ਼ੀਰ ਜੀ, ਵਜ਼ੀਰ ਜੀ ਫ੍ਰੀ ਹੋ ਗਏ ਨੇ। ਨਵਤੇਜ ਤੁਸੀਂ ਸ਼ੁਰੂ ਕਰੋ। ਭਾਜੀ ਯੂ ਔਨ ਮਿਊਟ ਨਵਤੇਜ ਭਾਜੀ। ਹਾਂਜੀ ਮਿਊਟ ਤੇ ਆ। ਨਹੀਂ ਨਵਤੇਜ ਵੀ ਫ੍ਰੀ ਹੈ? ਨਹੀਂ ਮਿਊਟ ਤੇ ਆ। ਮਿਊਟ ਤੇ ਹੈ ਨਵਤੇਜ, ਤੋਂ ਮਿਊਟ ਤੇ ਹੈ। ਵਜ਼ੀਰ ਜੀ ਤੁਸੀਂ ਠੀਕ ਹੋ? ਹਾਂਜੀ ਹਾਂ। क्या ਤੁਹਾਡੇ ਕੋਲ ਅੱਜ ਦਾ ਵਾਕ ਹੈ? ਹਾਂਜੀ। ਚਲੋ ਤੁਸੀਂ ਸ਼ੁਰੂ ਕਰੋ। सुनो संत प्यारे बिनो हमारे जियो हर बिन मुक्त ना काहू जियो। हाँ जी, सुनो संत प्यारे बिनो बेनती, संत वाहिगुरु मेरी बेनती सुन। हाँ जी। हर बिन मुक्त ना काहू जियो, कि हरि तो बिना किसी दी मुक्ति नहीं हुंदी। बिल्कुल ठीक है। हरि तो बिना किसी दी मुक्ति संभव नहीं है। पर तुसी मेरी बेनती सुनो कि मैनू भी संत अगले वो आएगा कि मैनू भी संतां दी तो बना। ठीक है। नवतेज यू आर रेडी? एक मिनट हजे मैं वो ना मेरा कंप्यूटर का थोड़ा प्रॉब्लम हुई सी मैं चलो कोई बात नहीं, दैट इज फाइन। गुरदीप कैन यू गो टू द नेक्स्ट लाइन प्लीज? हां जी। मन निर्मल कर्म कर तारन तरन और अवर जंजाल तेरा काहू ना काम जियो। कहंदे भी मेरे मन तू कर्म कर, ਜਿਹੜੇ ਚੰਗੇ ਕਰਮ ਕਰ ਵੀ ਜਿਹੜਾ ਤਰਨ ਜਿਹੜਾ ਮਹਾਰਾਜ ਜੀ ਵਾਹਿਗੁਰੂ ਆ ਉਹੀ ਤੈਨੂੰ ਜਿਹੜਾ ਪਾਰ ਲੰਘਾ ਸਕਦਾ ਆ। ਮੋਹਿਤ ਕਿਸ਼ਤੀ ਉਹੀ ਆ ਸੰਸਾਰ ਤੋਂ ਲੰਘਣ ਦਾ, ਹੋਰ ਕਿ ਜਿਹੜੇ ਜੰਜਾਲ ਮਾਇਆ ਦਾ ਜਾਲ ਆ ਕਿਸੇ ਕੰਮ ਨਹੀਂ ਆਉਣਾ। ਕਿਉਂਕਿ ਦੇਖੋ ਜਿਹੜੇ ਸੁਣ ਰਹੇ ਨੇ ਨਾ, ਅਗਰ ਤੁਸੀਂ ਇਹਨੂੰ ਥੋੜਾ ਕੋਮਾ ਪਾ ਕੇ ਸੁਣੋ ਨਾ, ਪਹਿਲਾਂ ਕਹਿੰਦੇ ਨੇ ਮਨ, ਸੋ ਇੱਥੇ ਪੌਜ਼ ਹੈ, ਮਨ ਨਿਰਮਲ ਕਰਮ ਕਰ। ਸੋ ਮਨ ਨੂੰ ਤੁਸੀਂ ਕਹਿ ਰਹੇ ਹੋ ਕਿ ਕੀ ਕਰ? ਨਿਰਮਲ ਕਰਮ ਕਰ। ਫਿਰ ਉਹ ਕਹਿ ਰਹੇ ਨੇ ਤਾਰਨ ਤਰਨ, ਹਰ ਪਰਮਾਤਮਾ ਤੁਹਾਨੂੰ ਜੇ ਕਿਸੇ ਨੇ ਇਸ ਭਵਸਾਗਰ ਤੋਂ ਤਰਾਕ ਸਵਿਮ ਕਰਕੇ ਲੈ ਕੇ ਜਾਣਾ ਤੇ ਉਹ ਵਾਹਿਗੁਰੂ ਹੈ। ਸੋ ਅਗਰ ਤੁਸੀਂ ਇਸ ਤਰ੍ਹਾਂ ਥੋੜਾ ਤੋੜ ਕੇ ਪੜੋਗੇ ਤਾਂ then you will be able to easily translate it. ਨਵਤੇਜ ਜੀ ਤੂੰ ਰੈਡੀ ਹੋਏਗਾ? ਹੱਥ ਖੜਾ ਕਰ। ਠੀਕ ਹੈ। ਹਾਂਜੀ ਚਲ ਨੈਕਸਟ ਲਾਈਨ ਬੋਲ। ਅੱਛਾ, ਇੱਕ ਫਿਰ ਕਹਿੰਦੇ ਨੇ ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਸੋ ਮੋਕੋ ਗੁਰ ਦੀਨਾ ਜੀਓ। ਮੈਂ ਪੜਦਾ ਤੇਰੇ ਲਈ ਫਿਰ। ਅੱਛਾ। ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਮੈਂ ਕੋ ਗੁਰ ਦੀਨਾ ਜੀਓ। ਹਾਂਜੀ ਬੋਲੋ। ਅੱਛਾ, ਇੱਥੇ ਕਹਿੰਦੇ ਨੇ ਕਿ ਜਿਹੜੀ ਸੱਚੀ ਮਤਲਬ ਕਿ ਜਿਹੜਾ ਜੀਣਾ ਹੈਗਾ ਕਿ ਉਹ ਸੱਚਾ ਜਿਹੜਾ ਜੀਣਾ ਹੈਗਾ ਉਹ ਵਾਹਿਗੁਰੂ ਦੀ ਸੇਵਾ ਕਰਕੇ ਹੀ ਹੁੰਦਾ ਹੈ। ਤੇ ਇਹ ਜਿਹੜੀ ਇਹ ਸੋਝੀ ਹੈਗੀ ਮੈਨੂੰ ਗੁਰੂ ਦੀ ਟੀਚਿੰਗਸ ਤੋਂ ਮੈਨੂੰ ਮਿਲਿਆ। ਸੋ ਗੁਰੂ ਦੀ ਟੀਚਿੰਗ ਇੱਥੇ ਨਾਮ ਵੀ ਕਹਿ ਸਕਦੇ ਆਪਾਂ, ਸ਼ਬਦ ਵੀ ਕਹਿ ਸਕਦੇ ਹਾਂ ਕਿ ਇਹ ਉਪਦੇਸ਼ ਮੈਨੂੰ ਉੱਥੋਂ ਮਿਲਿਆ ਹੈਗਾ। ਹਾਂਜੀ। ਪਰਮਜੀਤ ਜੀ। ਅਮਰਤ ਤੂੰ ਰੈਡੀ ਹੈ? ਕਰ ਸਕਦਾ? ਹਾਂਜੀ ਜੀ। ਚਲੋ next line।
हाँ जी, तिस सोना लाइए, तिस सोना लाइए हीत, जाको किछ नाही बीत, अंत की बार ओ संग न चाले. To see, don't fall in love with shorter chija. Don't fall in love with shorter things. Small things. Trivial things हो गई है ना, ठीक है चलो. जाको किछ नहीं बीत, Jago means in the end. अंत की बार ओ संग न चाले. Yeah, they won't go with you. They won't go with you. क्योंकि वो यही कह रहे हैं कि जीवन ਦੇ ਵਿੱਚ ਤੁਹਾਨੂੰ ਬੜਾ ਕੁਝ ਮਿਲੇਗਾ ਤੇ ਛੋਟੀਆਂ ਮੋਟੀਆਂ ਚੀਜ਼ਾਂ ਤੇ ਡੋਂਟ ਵੇਸਟ ਯੋਰ ਟਾਈਮ, ਇਹਨਾਂ ਨੇ ਤੁਹਾਡੇ ਨਾਲ ਕੁਝ ਨਹੀਂ ਜਾਣਾ. ਕਈ ਜਗ੍ਹਾ ਤੇ ਕਲੀਅਰ ਹੀ ਕਹਿੰਦੇ ਰਹਿਣਾ, ਭੈਣ ਭਰਾ ਮਾਂ ਬਾਪ ਵੈਲਥ ਜ਼ਮੀਨਾਂ ਘੋੜੇ ਖਚਰਾਂ ਕੁਝ ਨਹੀਂ ਜਾਣਾ ਤੁਹਾਡੇ ਨਾਲ. ਪਰਮਾਤਮਾ ਦਾ ਨਾਂ ਤੁਹਾਡੇ ਨਾਲ ਜਾਣਾ ਹੈ ਕਿ ਅੰਤ ਕੀ ਵਾਰ ਉਹ ਸੰਗ ਨਾ ਚਾਲੇ, ਇਹਨਾਂ ਵਿੱਚੋਂ ਕਿਸੇ ਵੀ ਨਹੀਂ ਜਾਣਾ, ਇਹਨਾਂ ਨੂੰ ਛੱਡੋ ਇੱਥੇ. ਹਾਂਜੀ ਦਵਿੰਦਰ. ਮਨ ਤਨ ਮਨ ਤੇ ਤਨ ਤੂੰ ਆਰਾਧ ਉਸ ਹਰੀ ਨੂੰ, ਹਰ ਕੇ ਪ੍ਰੀਤਮ ਸਾਧ, ਜਿਹੜੇ ਪ੍ਰੀਤਮ ਪਿਆਰੇ ਸਾਧ ਆ, ਇਹ ਮਨ ਹੈ ਤਨ, ਤੂੰ ਉਹਨਾਂ ਦੀ ਆਰਾਧਨਾ ਕਰ, ਉਹਨਾਂ ਨੂੰ ਧਿਆ. ਜਾ ਕੇ ਸੰਗ ਤੇਰੇ ਬੰਧਨ ਛੂਟੇ, ਉਹਨਾਂ ਦੇ ਜਦੋਂ ਉਹਨਾਂ ਦਾ ਸੰਗ ਕਰੋਗੇ, ਸਾਧਾਂ ਸੰਤਾਂ ਦਾ, ਗੁਰੂ ਦੇ ਪਿਆਰਿਆਂ ਦਾ, ਉਹਨਾਂ ਦੇ ਨਾਲ ਤੇਰੇ ਸਾਰੇ ਬੰਧਨ ਜਿਹੜੇ ਵੀ ਅਸੀਂ ਸੋਚਾਂ ਸੋਚਦੇ ਆ, ਮਾੜੀਆਂ ਚੰਗੀਆਂ, ਇਹ ਸਾਡੇ ਸਾਰੇ ਬੰਧਨ ਛੁੱਟ ਜਾਊਗੇ. ਪਰਮਜੀਤ ਨੈਕਸਟ. गाओ पापरम शरण ਹਿਰਦੇ ਕਮਲ ਚਰਨ ਅਵਰ ਆਸ, ਕੱਚ ਬਦਲ ਨਾ ਕੀਜੇ. ਤੁਹਾਡੇ ਦਿਲ ਦੇ ਵਿੱਚ ਨਾ ਤੁਸੀਂ ਉਹਦੇ ਚਰਨ ਫਾਲੋ ਕਿ ਉਹਦੀ ਜਗ੍ਹਾ 'ਚ ਨਾ ਕੋਈ ਹੋਰ ਸਪੋਰਟ ਨਹੀਂ ਇੰਪੋਰਟੈਂਟ ਹੈ. You can speak in English if you can't express in Punjabi very well, but you are doing very well. It is fine. Anji Gurdeep. सोई भगत ज्ञानी ध्यानी तपा, सोई नानक, सोई भगत ज्ञानी ध्यानी तपा, सोई नानक जाको किरपा कीजै. ਕਹਿੰਦੇ ਜਦੋਂ ਮਹਾਰਾਜ ਕਿਰਪਾ ਕਰਦਾ ਉਹੀ ਗਿਆਨੀ ਮੰਨਦੇ ਆ, ਉਹੀ ਭਗਤ ਹੁੰਦਾ ਆ, ਉਹੀ ਧਿਆਨੀ ਮੰਨਦੇ ਆ, ਉਹੀ ਤਪਾ ਸਾਰੇ ਸਮਝਦੇ ਆ, ਜਦੋਂ ਮਹਾਰਾਜ ਦੀ ਕਿਰਪਾ ਹੋਵੇ. बबली लास्ट दो लाइना फिर बोलो. गौ पार ब्रह्म शरण हृदय कमल चरण अवर आस, कुछ पटल ना कीजिए. केड़ी गो नानक नहीं सॉरी गो पार ब्रह्म. सेकंड टू लास्ट लाइन पंजी. अच्छा सेकंड तो ਇਹਦੇ ਵਿੱਚ ਪਰਮਾਤਮਾ ਦਾ ਆਸਰਾ. ਠਹਿਰ ਜਾਓ, ਕਿੱਥੇ ਦੇਖਦੀ ਪਈ ਆ ਮੈਂ. चल कोई डर नहीं लगता. नहीं गो बड़ा जड़ा ਹਿਰਦੇ ਵਿੱਚ ਵਸਿਆ ਹੁੰਦਾ ਹੈ, ਕਮਲ ਚਰਨ. ਤੇ ਗਈ ਮੇਰੀ ਲਾਈਨ. ਵਜ਼ੀਰ ਜੀ. ਕਹੋ ਨਾਨਕ ਨਹੀਂ ਗੋ ਪਾਰ ਬ੍ਰਹਮ ਹੁੰਦਾ ਸੀ ਪਕੜਨਾ. ਹਾਂਜੀ ਫੜਨਾ. ਹਾਂਜੀ ਕਿ ਤੁਸੀਂ ਇਹ ਚੀਜ਼ ਨੂੰ ਆਪਣੇ ਹਿਰਦੇ ਵਿੱਚ ਪਕੜ ਲਓ. ਗੋ ਪਾਰ ਬ੍ਰਹਮ ਸ਼ਰਨ ਹਿਰਦੇ. ਤੁਸੀਂ ਪਾਰ ਬ੍ਰਹਮ ਦੇ ਜਿਹੜੇ ਇਹ ਸਿਮਲੀ ਵਰਤੇ ਕਿ ਚਰਨ ਤੁਸੀਂ ਆਪਣੇ ਹਿਰਦੇ ਵਿੱਚ ਵਸਾ ਲਓ. ਗੋ ਪਾਰ ਬ੍ਰਹਮ ਸ਼ਰਨ ਹਿਰਦੇ ਕਮਲ ਚਰਨ ਅਵਰ ਆਸ, ਕੁਛ ਪਲਟ ਨਾ ਕੀਜੇ. ਹੋਰ ਕਿਸੇ ਚੀਜ਼ ਦੀ ਆਸ ਨਾ ਪਕੜੋ, ਸਿਰਫ ਗੁਰੂ ਦੇ ਚਰਨ, ਗੁਰੂ ਦੀ ਸ਼ਬਦ, ਗੁਰੂ ਦੀ ਕਿਰਪਾ ਆਪਣੇ ਹਿਰਦੇ ਵਿੱਚ ਵਸਾ ਰੱਖੋ. ਬਿਲਕੁਲ ਠੀਕ ਕਹਿ ਰਹੇ ਨੇ. ਇੱਥੇ ਡਿਊਲਿਟੀ ਦੀ ਗੱਲ ਕਰ ਰਹੇ ਨੇ ਕਿ ਤੁਸੀਂ, ਕਿਉਂਕਿ ਸਾਡੇ ਆਲੇ ਦੁਆਲੇ ਬਹੁਤ ਕੁਝ ਹੋਰ ਫਿਰਦਾ ਕਿ ਕਦੀ ਅਸੀਂ ਕਹਿੰਦੇ ਹਾਂ ਜੀ ਫਲਾਣੇ ਪੰਡਿਤ ਕੋਲ ਚਲੇ ਜਾਓ, ਫਲਾਣੇ ਭਾਈ ਕੋਲ ਚਲੇ ਜਾਓ, ਫਲਾਣੇ ਮੌਲਵੀ ਕੋਲ ਚਲੇ ਜਾਓ, ਇੱਕ ਤਵੀਤ ਲੈ ਆਓ, ਇਹ ਕਰੋ. ਉਹ ਕਹਿੰਦੇ ਨੇ ਸਭ ਕੁਝ ਭੁੱਲ ਜਾਓ, ਇੱਕ ਤੁਸੀਂ ਪਾਰ ਬ੍ਰਹਮ, ਇੱਕ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਚਰਨ ਫੜ ਲਓ, ਇੱਕ ਵਾਹਿਗੁਰੂ ਦੇ ਅੰਦਰ ਫੇਥ ਰੱਖੋ. ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਥਰੂ ਆਊਟ ਗੁਰੂ ਗ੍ਰੰਥ ਸਾਹਿਬ ਇਹ ਲਿਖਿਆ ਗਿਆ ਹੈ ਕਿ ਤੁਹਾਡਾ ਫੇਥ ਇੱਕ ਅਕਾਲ ਪੁਰਖ ਵਿੱਚ ਹੀ ਹੋਣਾ ਚਾਹੀਦਾ ਹੈ. ਐਂਡ ਗੁਰੂ ਸਾਹਿਬ ਹੈਵ ਵੈਰੀ ਸਟਰੋਂਗਲੀ ਕੰਡੈਮਡ ਦੀ ਵਰਡ ਡਿਊਲਿਟੀ. ਜਿੱਥੇ ਤੁਸੀਂ ਭਟਕਦੇ ਹੋ, ਤੁਸੀਂ ਇੱਧਰ ਉੱਧਰ ਜਾਂਦੇ ਹੋ, ਸੋ ਤੁਹਾਡੇ ਕੋਲ
ਅਗਰ ਵਾਹਿਗੁਰੂ ਦਾ ਨਾਮ ਹੈ, ਤੁਸੀਂ ਵਾਹਿਗੁਰੂ ਦੇ ਚਰਨ ਪਕੜੇ ਨੇ, ਫਿਰ ਤੁਹਾਨੂੰ ਹੋਰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ। ਕੋਈ ਹੋਰ ਆਸਰਾ ਨਹੀਂ ਢੂੰਡਣਾ ਚਾਹੀਦਾ, ਰੱਬ ਦਾ ਨਾਮ ਲਵੋ, ਹੈ ਨਾ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਸਵੇਰ ਨੂੰ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ 'ਚ ਕਿੰਨੀ ਦੁਨੀਆ ਇਕੱਠੀ ਹੁੰਦੀ ਆ ਕਿ ਸਾਰੇ, ਕੋਈ ਕਿਸੇ ਦਾ ਫਿਕਰ ਨਹੀਂ ਕਰਦਾ ਕਿ ਕੋਈ ਬਿਮਾਰੀ ਹੈਗੀ ਕਿ ਨਹੀਂ ਹੈਗੀ। ਉਹ ਸਿਰਫ ਪਰਮਾਤਮਾ ਦੇ ਨਾਲ ਜੁੜ ਕੇ ਉਸ ਟਾਈਮ ਦੇ ਨਾਲ ਪਿਆਰ ਕਰਦੇ ਆ। ਇਹ ਠੀਕ ਹੈ ਦਵਿੰਦਰ, ਕਿਉਂਕਿ ਜੇ ਤੁਸੀਂ ਸਕ੍ਰਿਪਚਰ ਦਾ ਮੇਰਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ, ਉਹਨਾਂ ਦੇ ਵਰਕੇ ਤੁਸੀਂ ਟਰਨ ਕਰਕੇ ਦੇਖੋ ਤੇ ਜਗ੍ਹਾ ਜਗ੍ਹਾ ਇੱਕੋ ਹੀ ਚੀਜ਼ ਲਿਖੀ ਹੋਈ ਹੈ ਕਿ ਪਰਮਾਤਮਾ ਨੂੰ ਪਾਉਣ ਵਾਸਤੇ, ਜਿਹੜਾ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਵੀ ਲਿਖਿਆ, ਸਭ ਤੋਂ ਇੰਪੋਰਟੈਂਟ ਚੀਜ਼ ਟੂ ਹੈਵ ਦੀ ਦਰਸ਼ਨ ਆਫ ਵਾਹਿਗੁਰੂ ਇਜ਼ ਯੋਰ ਟਰਸਟ ਇਨ ਹਿਮ। ਫੇਥ, ਮੰਨੀਏ, और जो वर्ड है ना मनिए, मनना, बिलीव करना, ट्रस्ट करना। परमात्मा नूं जे तुसीं परमात्मा दा विजन अपने जीवन च लैना है ते परमात्मा दे विच ट्रस्ट करन दी लोड़ है। जो तुसीं एग्जाम्पल दित्ती है, मैं भावें उहदे नाल एग्री करां जां ना करां, पर वो ठीक है, तुहाडी विश्वास दी गल है। तुसीं विश्वास कर रहे हो उस परमात्मा दा ते परमात्मा उत्थे है तुहानूं बचाउण वास्ते। दैट इज फाइन, आई सपोर्ट यू फॉर दैट। गुरु नानक साहब ने जपजी साहब दे विच ही सुनिए, गाविए ते मनिए, ये तिन्ने चीज़ां दसियां टू हैव द विजन ऑफ वाहिगुरू। गाविए इज व्हेन यू रिसाइट हिज नेम। चलो इत्थे मैं बिफोर आई गो फर्दर इत्थे मैं तुहानूं क्वेश्चन करदा, व्हेन आई से रिसाइट हिज नेम, व्हाट इज द डिफरेंस बिटवीन पाठ करना एंड अरदास करना? ਜਿਹਨੂੰ ਆਂਦਾ ਹੱਥ ਖੜਾ ਕਰੋ। ਜਸਵੀਰ ਦੱਸਣਾ ਚਾਹੁੰਦੇ ਜੀ। ਗੁਰਦੇਵ ਜੀ ਤੁਹਾਡੇ ਕੋਲ ਬਾਅਦ ਚਾਹਾਂਗਾ, ਪਹਿਲਾਂ ਜਸਵੀਰ ਨੂੰ ਪੁੱਛਾਂ। ਜਦੋਂ ਅਸੀਂ ਪਾਠ ਕਰਦੇ ਹਾਂ, ਕੋਈ ਚੀਜ਼ ਨੂੰ ਰਿਸਾਈਟ ਕਰਦੇ ਹਾਂ, ਜਦੋਂ ਅਸੀਂ ਅਰਦਾਸ ਕਰਦੇ ਹਾਂ, ਅਸੀਂ ਰਿਕੁਐਸਟ ਕਰਦੇ ਹਾਂ ਜਾਂ ਅਸੀਂ ਗੁਨਾਹ ਮਾਫ ਕਰਦੇ ਹਾਂ। ਗੁਰਦੇਵ, ਜਿਹੜਾ ਅਰਦਾਸ ਹੈ is a personal supplication, personal chat with the Almighty। ਜਿਹੜੀ ਪਾਠ ਕਰਨਾ ਜਸਟ ਟੂ ਰਿਸਾਈਟ ਉਹਦਾ ਨਾਮ ਜਪਣਾ। ਇਹਨੂੰ ਹੋਰ ਆਸਾਨ ਨਾਲ ਤੁਸੀਂ ਪੜ੍ਹ ਸਕਦੇ ਹੋ, ਹੋਰ ਆਸਾਨ ਨਾਲ ਐਕਸਪਲੇਨ ਕਰ ਸਕਦੇ ਹੋ। ਗੁਰੂ ਸਾਹਿਬ ਕੁਝ ਚੀਜ਼ਾਂ ਤੁਹਾਡੇ ਲਈ ਲਿਖ ਗਏ ਨੇ, ਜਿਸ ਤਰ੍ਹਾਂ ਕਹਿੰਦੇ ਹੋ ਜਪਜੀ ਸਾਹਿਬ, ਸਵੇਰੇ ਜਪਜੀ ਸਾਹਿਬ ਦਾ ਪਾਠ ਕਰੋ, ਜਾਪ ਸਾਹਿਬ ਦਾ ਪਾਠ ਕਰੋ। ਦੋਜ਼ ਥਿੰਗਸ ਹੈਵ ਬੀਨ ਕੰਪੋਜ਼ਡ ਫॉर ਯੂ। ਉਹ ਤੁਸੀਂ ਸਿਰਫ ਪੜ੍ਹਦੇ ਹੋ, ਸੋ ਉਹ ਪਾਠ ਹੋ ਗਿਆ। ਹੁਣ ਵੈਸੇ ਤਾਂ ਤੁਹਾਨੂੰ ਆਪਣੇ ਮਨ ਨਾਲ ਪੜ੍ਹਨੀ ਚਾਹੀਦੀ ਹੈ। ਚਲੋ ਮੈਂ ਉਸ ਡਿਸਕਸ਼ਨ ਚੱਲੀ ਨਹੀਂ ਹੁੰਦਾ, ਉਹ ਤੁਹਾਡਾ ਪਾਠ ਹੋ ਗਿਆ। ਹੁਣ ਤੁਹਾਨੂੰ ਮੇਰੇ ਨਾਲ ਐਗਰੀ ਕਰੋਗੇ, ਹੀ ਪਾਠ ਦਾ ਮਤਲਬ ਇਹ ਹੈ ਜਾਂ ਤਾਂ ਤੁਸੀਂ ਗੁਟਕਾ ਹੱਥ ਪੜ੍ਹ ਲੈਂਦੇ ਹੋ ਤੇ ਗੁਟਕੇ ਤੋਂ ਪਾਠ ਕਰਦੇ ਹੋ, ਤੇ ਜੇ ਤੁਹਾਨੂੰ ਜ਼ਬਾਨੀ ਆਉਂਦਾ ਤੇ ਫਿਰ ਤੁਸੀਂ ਨਹਾਉਂਦੇ ਧੋਂਦੇ ਹੱਸਦੇ ਖੇਡਦੇ ਇੱਧਰ ਉੱਧਰ ਤੁਰਦੇ ਫਿਰਦੇ ਪਾਠ ਕਰ ਲੈਂਦੇ ਹੋ। ਦੈਟ ਇਜ਼ ਪਾਠ ਕਰਨਾ। ਸਮਥਿੰਗ ਵਿਚ ਇਜ਼ ਰਿਟਨ, ਸਮਥਿੰਗ ਵਿਚ ਯੂ ਨੋ ਆਫ, ਤੁਸੀਂ ਉਹਨੂੰ ਰਿਪੀਟ ਕਰਦੇ ਹੋ, ਹਮ ਕਰਦੇ ਹੋ। ਅਰਦਾਸ ਐਕਚੁਅਲੀ ਇਜ਼, ਤੁਸੀਂ ਠੀਕ ਹੈ ਡਿਫਰੈਂਟ ਨਾਂ ਲਾਏ ਨੇ, ਇਟ ਇਜ਼ ਐਨ ਰਿਕੁਐਸਟ ਟੂ ਦੀ ਆਲਮਾਈਟੀ ਐਂਡ ਇਟ ਮਸਟ ਬੀ ਡਿਫਰੈਂਟ ਐਵਰੀ ਡੇ। ਕਿਉਂਕਿ ਤੁਸੀਂ ਵਾਹਿਗੁਰੂ ਨੂੰ ਐਵਰੀ ਡੇ ਆਪਣੀ ਡਾਇਰੀ ਸੁਣਾਉਣੀ ਹੈ, ਤੇ ਉਹਨੂੰ ਆਪਣੇ ਉਹ ਕੀ ਬੋਰਿੰਗ ਡਾਇਰੀ ਨਾ ਸੁਣਾਉਣਾ ਰੋਜ਼ ਦੀ ਕਿ ਮੇਰਾ ਇਹ ਹੈ ਕੰਮ, ਸਵੇਰੇ ਉੱਠਦਾ ਰਾਤੀ ਸੌਂ ਜਾਣਾ, ਸਵੇਰੇ ਉੱਠਦਾ ਰਾਤੀ ਸੌਂ ਜਾਣਾ। ਜੋ ਦਿਨ ਵਿੱਚ ਕਰਦੇ ਹੋ ਦੱਸੋ ਰੱਬ ਨੂੰ, ਫਿਰ ਉਹਨੂੰ ਕਹੋ ਦੱਸ ਹੋਰ ਮੈਂ ਕੀ ਕਰਾਂ। ਤੁਹਾਨੂੰ ਮੈਂ ਉਹ ਜਿਹਨਾਂ ਨੂੰ ਨਹੀਂ ਪਤਾ, ਤੁਹਾਨੂੰ ਉਹ ਸ਼ੈਪਰਡ ਦੀ ਸਾਖੀ ਸੁਣਾਈ ਸੀ, ਯਾਦ ਆ ਤੁਹਾਨੂੰ? ਪਰਮਜੀਤ ਨੇ ਸਾਡਾ ਫਿਰ ਹਲਾਤਾ ਨਹੀਂ ਯਾਦ। ਦੁਬਾਰਾ ਸੁਣਾ ਦਿਓ, ਤੁਸੀਂ ਸੁਣਾ ਦਿਓ। ਉਹਨੂੰ ਲਿਟਰਲ ਨਹੀਂ ਲੈਣਾ, ਉਹ ਸਾਖੀਆਂ ਸਿਰਫ ਸਮਝਣ ਵਾਸਤੇ ਹੁੰਦੀਆਂ। ਇੱਕ ਸ਼ੈਪਰਡ ਮੁੰਡਾ ਹੈ ਜਿਹੜਾ ਅਨਪੜ੍ਹ ਹੈ, ਔਰ ਉਹ ਭੇਡਾਂ ਚਾਰਦਾ, ਤੇ ਭੇਡਾਂ ਜਿਹੜੇ ਚਰਨ ਚਲੀ ਜਾਂਦੀਆਂ ਤੇ ਉਹ ਛੜੇ ਤੇ ਬਹਿ ਕੇ ਰੱਬ ਨਾਲ ਗੱਲਾਂ ਕਰਦਾ। ਰੱਬ ਨੂੰ ਦੱਸਦਾ ਹੈ ਕਿ ਕੱਲ ਕਿੰਨੀਆਂ ਮੇਰੇ ਕੋਲ ਭੇਡਾਂ ਨੇ, ਕਿੰਨਿਆਂ ਦੀ ਉਹਨਾਂ 'ਚ ਲੱਤ ਟੁੱਟ ਗਈ ਹੈ, ਕਿੰਨੀਆਂ ਵਿਕ ਗਈਆਂ, ਕਿੰਨਿਆਂ ਤੋਂ ਉਹਨੂੰ ਉਤਰ ਗਈ ਹੈ, ਕਿੰਨਿਆਂ ਤੋਂ ਉਹਨੂੰ ਰਹਿ ਗਈ ਹੈ, ਖਾਣ ਵਾਸਤੇ ਉਹਨਾਂ ਵਾਸਤੇ ਮੇਰੇ ਕੋਲ ਹੈ ਜਾਂ ਨਹੀਂ, ਅਜੋ ਵੀ ਕੁਛ ਹੈ। ਡਿਫਰੈਂਟ ਰੋਜ਼ ਦੀਆਂ ਕਹਾਣੀਆਂ ਉਹ ਰੱਬ ਨੂੰ ਸੁਣਾਉਂਦਾ। ਉਹਦੇ ਕੋਲ ਇੱਕ ਮੰਦਰ ਹੈ, ਮੰਦਰ ਦਾ ਇੱਕ ਪੁਜਾਰੀ ਹੈ ਜਿਹੜਾ ਰੋਜ਼ ਆਰਤੀ ਕਰਦਾ, ਸੇਮ ਆਰਤੀ ਜਿਹੜੀ ਰੋਜ਼, ਜਿਸ ਤਰ੍ਹਾਂ ਅਸੀਂ ਰੋਜ਼ ਇੱਕੋ ਹੀ ਪਾਠ ਕਰਦੇ ਹਾਂ ਸਵੇਰੇ। ਤੇ ਉਹ ਸਵੇਰੇ ਨਹਾਉਣ ਨਦੀ ਤੇ ਜਾਂਦਾ,
ਉਹ ਇੱਕ ਦਿਨ ਨਦੀ ਤੇ ਜਾ ਰਿਹਾ, ਹੱਥ ਵਿੱਚ ਤੇ ਸੋਟੀ ਹੈ, ਇੱਕ ਹੱਥ ਵਿੱਚ ਲੋਟਾ ਹੈ, ਤੇ ਉਹ ਸ਼ੈਪਰਡ ਦੇ ਕੋਲੋਂ ਲੰਘਦਾ। ਇਹ ਦੇਖਦਾ ਸ਼ੈਪਰਡ ਦਾ ਇਹ ਮੁੰਡਾ ਜਿਹੜਾ ਹੈ ਉੱਤੇ ਮੂੰਹ ਕਰਕੇ ਗੱਲਾਂ ਕਰ ਰਿਹਾ। ਉਹਨੂੰ ਕਹਿੰਦਾ ਤੂੰ ਕੀ ਕਰ ਰਿਹਾ? ਕਹਿੰਦਾ ਰੱਬ ਨਾਲ ਗੱਲਾਂ ਕਰ ਰਿਹਾ। ਕਹਿੰਦਾ ਤੂੰ ਕਿਸ ਤਰ੍ਹਾਂ ਰੱਬ ਨਾਲ ਗੱਲ ਕਰ ਸਕਦਾ? ਤੂੰ ਤਾਂ ਨੀਵੀਂ ਜਾਤ ਦਾ। ਨੀਵੀਂ ਜਾਤ ਦਾ ਬੰਦਾ ਰੱਬ ਨਾਲ ਗੱਲ ਕਿਵੇਂ ਕਰ ਸਕਦਾ? ਖਬਰਦਾਰ ਜੇ ਦੁਬਾਰਾ ਰੱਬ ਦੇ ਨਾਲ ਗੱਲ ਕੀਤੀ। ਫਿਰ ਉਹ ਰਾਮ ਕਰਦਾ ਆਪਣਾ, ਜਾਂਦਾ ਦਰਿਆ ਦੇ ਕੰਢੇ, ਨਹਾ ਕੇ ਵਾਪਸ ਆਉਂਦਾ। ਇਸ ਵੇਲੇ ਉਹ ਆਰਤੀ ਕਰਨ ਲੱਗਦਾ ਤੇ ਉਹ ਮੂਰਤੀ ਘੁੰਮ ਜਾਂਦੀ ਹੈ। ਉਹਦੀ ਉਹ ਮੂਰਤੀ ਦੀ ਜਿਹੜੀ ਪਿੱਠ ਹੋ ਜਾਂਦੀ ਹੈ, ਉਹਦੇ ਵੱਲ ਸ਼ਕਲ ਦੂਜੇ ਪਾਸੇ ਹੋ ਜਾਂਦੀ ਹੈ। ਇਹ ਕਹਿੰਦਾ ਸ਼ਾਇਦ ਮੈਨੂੰ ਚੱਕਰ ਆਇਆ। ਸੋਚਦਾ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਮੂਰਤੀ ਘੁੰਮ ਜਾਏ, ਸ਼ਾਇਦ ਮੈਨੂੰ ਚੱਕਰ ਆਇਆ। ਇਹ ਫਿਰ ਘੁੰਮ ਕੇ ਦੂਜੇ ਪਾਸੇ ਜਾਂਦਾ, ਮੂਰਤੀ ਫਿਰ ਘੁੰਮ ਜਾਂਦੀ ਹੈ। ਫਿਰ ਉਹਨੂੰ ਸਮਝ ਲੱਗਦੀ ਹੈ ਵੀ ਕੁਛ ਨਾ ਕੁਛ ਗੜਬੜ ਹੋਈ ਹੈ। ਫਿਰ ਉਹ ਗੋਡਿਆਂ ਦੇ ਪਾਰ ਬੈਠ ਕੇ ਕਹਿੰਦਾ ਪ੍ਰਭੂ ਮੇਰੇ ਕੋਲੋਂ ਕੀ ਗਲਤੀ ਹੋਈ ਹੈ? ਕਹਿੰਦਾ ਆਵਾਜ਼ ਆਉਂਦੀ ਉਹਨੂੰ ਰੱਬ ਦੀ, ਤੈਨੂੰ ਸਭ ਤੋਂ ਵੱਡੀ ਗਲਤੀ ਹੋਈ ਆ। ਉਹ ਤੂੰ ਜਿਸ ਮੁੰਡੇ ਨੂੰ ਮਾਰ ਕੇ ਆਇਆ ਸੋਟੀ, ਉਹ ਤੇ ਮੇਰਾ ਪੱਕਾ ਸ਼ਿਸ਼ ਸੀ, ਐਕਚੁਅਲੀ ਡਿਵੋਟੀ ਤੇ ਉਹੀ ਸੀ। ਉਹ ਰੋਜ਼ ਮੈਨੂੰ ਨਵੀਂ ਆਪਣੀ ਕਥਾ ਸੁਣਾਉਂਦਾ ਸੀ। ਉਹ ਹੈ ਮੇਰਾ ਅਸਲੀ ਪਾਠ। ਤੁਸੀਂ ਕਿਸੇ ਨੂੰ ਕਿਹਨੂੰ ਕਹਾਣੀ ਸੁਣਾਉਂਦੇ ਹੋ? ਤੁਸੀਂ ਸਮਝੋ ਨਾ ਸਾਹਮਣੇ ਕੋਈ ਬੰਦਾ ਬੈਠਾ, ਜਿਸ ਤਰ੍ਹਾਂ ਹੁਣ ਮੈਂ ਲੈਕਚਰ ਦੇ ਰਿਹਾ, ਮੈਨੂੰ ਪਤਾ ਤੁਸੀਂ ਸਾਹਮਣੇ ਬੈਠੇ ਹੋ। ਬਲੀਫ ਹੈ ਨਾ ਤੁਸੀਂ ਹੈਗੇ ਹੋ ਇੱਥੇ, ਕਿ ਉਹ ਮੇਰੇ ਨਾਲ ਗੱਲਾਂ ਕਰਦਾ ਸੀ, ਉਹਨੂੰ ਵਿਸ਼ਵਾਸ ਸੀ ਕਿ ਮੈਂ ਹੈਗਾ। ਤੇ ਤੂੰ ਰੋਜ਼ ਉੱਠ ਕੇ ਆਪਣਾ ਰਾਮ ਕਰਦਾ ਜਾਏਗਾ ਦਰਿਆ ਦੇ ਕੰਢੇ, ਫਿਰ ਧੋਤੀ ਬਣ ਕੇ ਆਏਗਾ, ਆ ਕੇ ਤੂੰ ਸਮਝਦਾ ਮੈਂ ਇੱਕ ਪੱਥਰ ਦੀ ਮੂਰਤ ਹਾਂ, ਤੂੰ ਉਹਦੇ ਦੀ ਆਰਤੀ ਕਰਕੇ ਬਸ ਲੋਕਾਂ ਨੂੰ ਪ੍ਰਸ਼ਾਦ ਦੇ ਕੇ ਚਲਾ ਜਾਏਗਾ। ਤੇਰੇ ਅੰਦਰ ਇਹ ਕੋਈ ਵਿਸ਼ਵਾਸ ਨਹੀਂ ਕਿ ਮੈਂ ਰੱਬ ਹਾਂ, ਤੇਰੇ ਅੰਦਰ ਇਹੀ ਹੈ ਕਿ ਮੈਂ ਇੱਕ ਪੱਥਰ ਦੀ ਮੂਰਤੀ ਹਾਂ। ਉਸ ਮੁੰਡੇ ਅੱਗੇ ਵਿਸ਼ਵਾਸ ਹੈ ਕਿ ਮੈਂ ਰੱਬ ਹਾਂ, ਉਹ ਮੇਰੇ ਨਾਲ ਰੋਜ਼ ਗੱਲ ਕਰਦਾ। ਸੋ ਪਲੀਜ਼ ਮੇਰੀ ਤੁਹਾਨੂੰ ਸਿੱਖਿਆ ਇਹੀ ਹੈ, ਅਰਦਾਸ ਹੈਗੀ ਹੈ, when you talk to the Almighty, ਕਰੋ ਉਹਦੇ ਨਾਲ ਗੱਲ, ਜਿਸ ਤਰ੍ਹਾਂ ਆਪਣੇ ਭੈਣ ਭਰਾਵਾਂ ਨਾਲ ਕਰਦੇ ਹੋ। ਅਮੀਆਂ ਬੀਵੀ ਆਪਸ ਕਰਦੇ ਹੋ, ਜੇ ਕਰਦੇ ਹੋ, ਜੇ ਲੜਦੇ ਨਹੀਂ ਤੇ ਜੋ ਵੀ ਕੁਝ ਕਰਦੇ ਹੋ ਆਪਸ ਵਿੱਚ ਗੱਲਾਂ ਕਰਦੇ ਹੋ, ਉਹੀ ਗੱਲਾਂ ਰੱਬ ਦੇ ਨਾਲ ਕਰੋ। ਸਾਡੀ ਗਲਤੀ ਹੁੰਦੀ ਨਹੀਂ। ਚਲੋ ਅਗਰ ਘਰ ਵਿੱਚ ਗੱਲ ਨਹੀਂ ਹੁੰਦੀ, ਰੱਬ ਨਾਲ ਕਰੋ। ਰੱਬ ਨੂੰ ਆਪਣੀ ਡਾਇਰੀ ਸੁਣਾ ਦਿਓ ਕਿ ਅੱਜ ਕੀ ਹੋਇਆ। ਮੰਗਦੇ ਤੇ ਆਈ ਉਹਨਾਂ ਰੋਜ਼, ਮੰਗਣ ਤੋਂ ਇਲਾਵਾ ਵੀ ਕੁਝ ਕਰੋ। ਅੱਛਾ ਚਲੋ ਹਾਂਜੀ, ਕੀ ਕਹਿ ਰਹੇ ਹੋ ਜੀ? ਮੈਂ ਕਹਿਣ ਲੱਗਾ ਸੀ ਇਹ ਵੀ ਸ਼ਬਦ ਹੁੰਦਾ ਨਾ, ਬਿਨ ਬੋਲਿਆ ਸਭ ਕੁਝ ਜਾਣਦਾ। ਦੇਖੋ ਇਹ ਗੱਲ ਸੱਚੀ ਹੈ, ਬਿਨ ਬੋਲਿਆ ਸਭ ਕੁਝ ਜਾਣਦਾ। ਪਰ ਇਹ ਵੀ ਲਿਖਿਆ ਕਿ ਮੈਂ ਅਰਦਾਸ ਰੋਜ਼ ਕਰਦਾ। ਸੁਣੀ ਅਰਦਾਸ ਸੁਆਮੀ ਮੇਰੇ। ਇੱਕੋ ਚੀਜ਼ ਨਾਲ ਪੜ੍ਹ ਕੇ ਉੱਤੇ ਖੜੇ ਹੋ ਜਾਓ, ਬਾਕੀ ਚੀਜ਼ਾਂ ਵੀ ਪੜ੍ਹੋ। ਤੇ ਉਹਦਾ ਜਵਾਬ, ਉਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਨਹੀਂ ਵੀ ਅਰਦਾਸ ਕਰੋਗੇ ਤਾਂ ਵੀ ਉਹਨੂੰ ਤੁਹਾਡਾ ਦੁੱਖ ਪਤਾ ਹੈ, ਪਰ ਉਹਨਾਂ ਨੇ ਇਹ ਨਹੀਂ ਕਿਤੇ ਕਿਹਾ ਅਰਦਾਸ ਨਾ ਕਰੋ। ਬਿਨ ਬੋਲੇ ਉਹ ਸਮਝਦਾ, ਪਰ ਇਹ ਨਹੀਂ ਕਿ ਨਾ ਬੋਲੋ। ਬੋਲਣਾ ਬਹੁਤ ਜ਼ਰੂਰੀ ਹੈ। ਰੱਬ ਦੇ ਨਾਲ ਗੱਲ ਕਰਨਾ, ਰੱਬ ਦੇ ਨਾਲ ਸਾਂਝ ਪਾਣੀ, ਰੱਬ ਦੇ ਨਾਲ ਰਿਸ਼ਤਾ ਬਣਾਉਣਾ ਬਹੁਤ ਜ਼ਰੂਰੀ ਹੈ। ਕੋਈ ਵੀ ਰਿਸ਼ਤਾ ਬਣਾ ਲਓ। ਰੋਜ਼ ਤਾਂ ਪੜ੍ਹਦੇ ਹੋ ਆਪਣਾ ਗੁਰੂ ਅਰਜਨ ਦੇਵ ਜੀ ਦਾ ਸ਼ਬਦ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਰਿਸ਼ਤਾ ਬਣਾਓ ਰੱਬ ਨਾਲ, ਔਰ ਉਹ ਰਿਸ਼ਤਾ ਫਿਰ ਉਹਨੂੰ ਪੱਕਾ ਬਣਾਓ। ਐਸਾ ਰਿਸ਼ਤਾ ਜਿਹੜਾ ਕਦੀ ਟੁੱਟੇ ਨਾ। ਦੁਨਿਆਵੀ ਰਿਸ਼ਤੇ ਤੇ ਸਾਰੇ ਟੁੱਟ ਜਾਂਦੇ ਨੇ, ਪਰ ਰੱਬ ਦੇ ਨਾਲ ਉਹ ਰਿਸ਼ਤਾ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਇਹ ਨਹੀਂ ਕਿ ਸੁਖ ਵੇਲੇ ਤੇ ਰੱਬ ਠੀਕ ਹੈ, ਦੁੱਖ ਆਇਆ ਲੈ ਮੈਂ ਤੇ ਇੰਨੇ ਗੁਰਦੁਆਰੇ ਜਾ ਕੇ ਮੱਥੇ ਟੇਕੇ ਨੇ, ਮੈਂ ਤੇ ਇੰਨੇ 40 ਪਾਠ ਕੀਤੇ ਨੇ, ਮੇਰਾ ਤੇ ਕੰਮ ਹੀ ਨਹੀਂ ਹੋਇਆ। ਉਹ ਨਾਮ ਵੰਡਾ ਦਿਓ ਰੱਬ ਨੂੰ। ਅਗਰ ਤੁਹਾਡਾ ਕੰਮ ਨਹੀਂ ਹੋਇਆ, ਇਹ ਤੁਹਾਡੇ ਵਿੱਚ ਹੀ ਕੋਈ ਅਵਗੁਣ ਹੈ, ਤੁਹਾਡੇ ਹੀ ਕੋਈ ਕਰਮ ਐਸੇ ਨੇ ਜਿਨ੍ਹਾਂ ਨੇ ਕੰਮ ਨਹੀਂ ਹੋਣ ਦਿੱਤਾ। ਰੱਬ is always ready to do it। ਉਹ ਤੇ ਖੜਾ ਤੁਹਾਨੂੰ ਉਡੀਕਣ, is there to receive you। ਹੁਣ ਤੁਸੀਂ ਨਾ ਜਾਓ, ਤੁਸੀਂ ਕਦਮ ਅੱਗੇ ਨਾ ਪੁੱਟੋ, ਤੁਸੀਂ ਪਿਛਲੇ ਪਾਸੇ ਤੁਰਦੇ ਜਾਓ ਤੇ ਫੇਰ। ਪਰ anyway, God is always there to receive you। God is always there for you। Please ਆਪਣਾ ਇੱਕ ਕਦਮ ਅੱਗੇ ਪੁੱਟੋ, ਉਹ 2 ਕਦਮ ਪੁੱਟ ਕੇ ਤੁਹਾਡੇ ਕੋਲ ਆਏਗਾ, ਤੁਹਾਨੂੰ ਦਰਸ਼ਨ ਦੇਗਾ, ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਸੱਚੇ ਦਿਲੋਂ ਅਰਦਾਸ ਕਰੋ, ਪਾਠ ਜਿੰਨੇ ਮਰਜ਼ੀ ਕਰੋ,
ਪਰ ਅਰਦਾਸ ਜ਼ਰੂਰ ਕਰੋ, ਪਰਮਾਤਮਾ ਦੇ ਨਾਲ ਗੱਲ ਜ਼ਰੂਰ ਕਰੋ, ਪਰਮਾਤਮਾ ਨੂੰ ਕਹੋ ਜੋ ਕੁਝ ਕਹਿਣਾ ਚਾਹੁੰਦੇ ਹੋ। ਜਿੰਨੇ ਲਾਂਭੇ ਵੀ ਦੇਣੇ ਉਹ ਵੀ ਦੇ ਦਿਓ, ਕੋਈ ਅਰਜ਼ ਨਹੀਂ, ਉਹ ਸੁਣ ਲਏਗਾ। ਬੜਾ ਵਿਸ਼ਾਲ ਹੈ ਉਹਦਾ ਹਿਰਦਾ। ਇਹ ਵੀ ਮੈਂ ਤੁਹਾਨੂੰ ਲੈਸਨ ਐਵਰੀ ਵੀਕ ਦੇਣਾ, ਔਰ ਮੈਨੂੰ ਲੱਗਦਾ ਕਿ ਅੱਜ ਤੁਸੀਂ ਇਸ ਲੈਸਨ ਦੇ ਵਿੱਚ ਇਹ ਹੈ ਨਿਤਨੇਮ ਦੇ ਉੱਤੇ ਕਿ ਨਿਤਨੇਮ ਕੀ ਹੈ, ਨਿਤਨੇਮ ਵਿੱਚ ਕਿੰਨੀਆਂ ਬਾਣੀਆਂ। ਅੱਜ ਉਹਦੇ ਵਿੱਚ ਮੈਂ ਕੁਛ ਐਡੀਸ਼ਨ ਕੀਤੀਆਂ। ਸੋ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ, ਬਹੁਤ ਸਾਰੇ ਤੁਹਾਡੇ ਵਿੱਚੋਂ ਨਿਤਨੇਮ ਕਰਦੇ ਹੋਣਗੇ। ਗੁਰਦੀਪ ਤੇ ਕਰਦਾ ਹੋਏਗਾ ਡੈਫੀਨੇਟ। ਕਿਉਂ ਗੁਰਦੀਪ ਜੀ? ਮਿਊਟ ਹੋ, ਮਿਊਟ ਖੋਲੋ। ਨਿਤਨੇਮ ਤੁਸੀਂ ਤੇ ਜ਼ਰੂਰ ਕਰਦੇ ਹੋਵੋਗੇ। ਹੈਲੋ, ਫਰੀਜ਼ ਹੋ ਗਏ ਨੇ। ਹਾਂ ਚਲੋ, ਪਰਮਜੀਤ ਤੇ ਕਰਦੀ ਹੈ, ਬਬਲੀ ਕਦੀ ਕਦੀ ਕਰਦੀ ਹੈ, ਜਪਜੀ ਸਾਹਿਬ ਰੋਜ਼ ਕਰਦੀ ਹੈ। ਚਲੋ ਵਜ਼ੀਰ ਜੀ ਕਰਦੇ ਨੇ, ਕਦੀ ਕਦੀ ਕਰਦਾ, ਕੁਛ ਕਰਦਾ। ਦਵਿੰਦਰ ਪੂਰਾ ਕਰਦੀ ਹੈ, ਅੰਮ੍ਰਿਤ ਸ਼ਾਇਦ ਸੁਣਦਾ ਜਾਂ ਥੋੜਾ ਥੋੜਾ ਕਰਦਾ। ਤੁਸੀਂ ਆ ਗਏ ਹੋ ਵਾਪਸ ਗੁਰਦੇਵ ਜੀ? ਹਾਂਜੀ ਸਰ, ਹਾਂ, ਤੁਸੀਂ ਨਿਤਨੇਮ ਕਰਦੇ ਹੋ ਨਾ? ਹਾਂਜੀ ਹਾਂਜੀ। ਅੱਛਾ, ਪਹਿਲਾ ਆਸਾਨ ਕੁਐਸਚਨ ਹੈ ਨਾ, ਆਸਾਨ, ਉਹ ਮੈਂ ਜਸਵੀਰ ਨੂੰ ਪੁੱਛਦਾ, ਫਿਰ ਮੁਸ਼ਕਿਲ ਅਨੁਸਾਰ ਨੂੰ ਪੁੱਛਦਾ ਜੀ। ਸਵੇਰੇ ਕਿਹੜੇ ਕਿਹੜੇ ਤੁਸੀਂ ਬਾਣੀਆਂ ਪੜ੍ਹਦੇ ਹੋ? ਨਿਤਨੇਮ, ਜਪ ਸਾਹਿਬ, ਸਵੇਗੇ ਤੇ ਫਿਰ ਬੋਲ, ਦੁਬਾਰਾ ਬੋਲ। ਸੌਰੀ, ਜਪਜੀ ਸਾਹਿਬ। ਜਪਜੀ ਸਾਹਿਬ, ਹਾਂਜੀ। ਜਾਪ ਸਾਹਿਬ, ਜਾਪ ਸਾਹਿਬ, ਹਾਂਜੀ। ਸੁਦਾ ਸਵਈਏ, ਸੁਦਾ ਸਵਈਏ, ਚੌਪਈ ਸਾਹਿਬ, ਬਸ ਹੋ ਗਿਆ। ਆਨੰਦ ਸਾਹਿਬ, ਆਨੰਦ ਸਾਹਿਬ, ਹੋ ਗਿਆ। ਸੋ ਸਵੇਰੇ ਤੁਸੀਂ ਪੜ੍ਹਦੇ ਹੋ ਜਪਜੀ ਸਾਹਿਬ, ਹਾਂਜੀ, ਜਾਪ ਸਾਹਿਬ। ਦੇਖੋ, ਪੜ੍ਹਨ ਤੋਂ ਤੁਸੀਂ ਸ਼ਬਦ ਸਾਰੇ ਪੜ੍ਹ ਲਓ, ਜੋ ਮਰਜ਼ੀ ਪੜ੍ਹ ਲਓ, ਕੋਈ ਬੰਦਿਸ਼ ਨਹੀਂ ਹੈ। ਪਰ ਮੈਂ ਉਸ ਨਿਤਨੇਮ ਦੀ ਗੱਲ ਕਰ ਰਿਹਾ ਜਿਹੜੀ ਜਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ, ਜਾਂ ਜਿਹੜੀ ਰਹਿਤ ਮਰਿਆਦਾ ਨੇ ਲਿਖੀ ਹੈ। ਇੱਕ ਚੀਜ਼ ਤੁਸੀਂ ਛੱਡ ਗਏ ਹੋ, ਮੂਲ ਮੰਤਰ ਵੀ ਪਹਿਲਾਂ ਪੜ੍ਹਦੇ ਹੋ। ਮੂਲ ਮੰਤਰ ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ। ਹੁਣ ਮਹਿੰਦਰ ਜੀ, ਤੁਸੀਂ ਇਹ ਦੱਸ ਸਕਦੇ ਹੋ ਕਿ ਜਪਜੀ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਤੇ ਕਿੰਨੇ ਸ਼ਲੋਕ ਨੇ? 36 ਪੌੜੀਆਂ, 2 ਸ਼ਲੋਕ ਹੈ ਜੀ, ਤੇ ਉੱਤੇ ਸਭ ਤੋਂ ਪਹਿਲਾਂ ਮੂਲ ਮੰਤਰ ਆਉਂਦਾ। ਤੇ ਜਾਪ ਸਾਹਿਬ ਦੇ ਵਿੱਚ ਕਿੰਨੀਆਂ ਹਿੰਮਤ ਨੇ? ਨਹੀਂ ਪਤਾ ਤੇ ਪਾਸ ਕਰੋ। 199। ਹਾਂਜੀ, 199। ਬਿਲਕੁਲ ਠੀਕ। ਤੂੰ ਬਬਲੀ, ਤੂੰ ਵਿਚਨਾ ਨਾ ਬੋਲ। ਸੌਰੀ, ਤੇਰੀ ਵਾਰੀ ਆਏਗੀ। ਸੋ ਗੁਰਦੀਪ, ਜਾਪ ਸਾਹਿਬ ਦੇ ਕਿੰਨੀਆਂ ਹਿੰਮਤ ਨੇ? 199 ਡਾਕਟਰ ਸਾਹਿਬ। ਕਿੰਨੇ ਗੁਰੂ ਵਾਹਿਗੁਰੂ ਦੇ ਕਿੰਨੇ ਨਾਂ ਨੇ ਜਾਪ ਸਾਹਿਬ ਵਿੱਚ? I think 999 or 900. ਪਰਮਜੀਤ? 950। 950। ਇੱਕ ਹੋਰ ਕਿਹਾ ਜਸਵੀਰ ਨੇ, ਸੁਦਾ ਸਵਈਏ। ਸੁਦਾ ਸਵਈਏ ਕਿਹੜੀ ਕੰਪੋਜੀਸ਼ਨ ਵਿੱਚ ਨੇ ਤੇ ਕਿੰਨੇ ਸਟੈਂਜ਼ੇ ਨੇ? 10 ਸਟੈਂਜ਼ੇ ਆ। ਗੁਰਦੀਪ, ਹਾਲੇ ਵੀ ਗੁਰਦੀਪ ਕਹੇਗਾ। ਹਾਂਜੀ, 10 ਸਟੈਂਜ਼ੇ ਆ। And is it from ਅਕਾਲ ਉਸਤਤ? ਅਕਾਲ, ਬਿਲਕੁਲ ਠੀਕ ਹੈ, ਅਕਾਲ ਉਸਤਤ ਵਿੱਚੋਂ ਹੈ, ਔਰ 10 ਸਟੈਂਜ਼ੇ ਨੇ। ਅਕਾਲ ਉਸਤਤ ਵਿੱਚ ਐਕਚੁਅਲੀ 271 ਐਂਡ ਹਾਫ ਟੋਟਲ ਸਟੈਂਜ਼ੇ ਨੇ। ਲਾਸਟ ਸਟੈਂਜ਼ਾ ਜਿਹੜਾ 272 ਉਹ ਅੱਧਾ, ਇਸ ਕਰਕੇ 271.5 ਗਿਣੇ ਜਾਂਦੇ ਨੇ। ਉਹਨਾਂ ਦੇ ਵਿੱਚੋਂ ਸਿਰਫ 10 ਸਟੈਂਜ਼ੇ ਕੱਢੇ ਗਏ ਨੇ, ਜਿਨ੍ਹਾਂ ਨੂੰ ਤੁਸੀਂ ਸਵੇਰੇ ਪੜ੍ਹਦੇ ਹੋ। ਕੀ ਹੁਣ ਦੱਸ ਬਬਲੀ, ਜਿਹੜਾ ਜਾਪ ਸਾਹਿਬ ਹੈ ਤੇ ਸੁਦਾ ਸਵਈਏ ਨੇ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨੇ? ਨਹੀਂ, ਇਹ ਨਹੀਂ ਹੈਗੇ। ਹਾਂਜੀ, ਨਹੀਂ, ਇਹ ਨਹੀਂ ਹੈਗੇ। ਕਿਹੜੀ ਜਗ੍ਹਾ ਤੇ ਫਿਰ ਕਿੱਥੋਂ ਲਏ ਨੇ? ਆਪਣੇ ਦਸਮ ਗ੍ਰੰਥ ਤੋਂ, ਅਕਾਲ ਉਸਤਤ ਤੋਂ। ਤੇ ਜਾਪ ਸਾਹਿਬ? ਉਹ ਵੀ ਦਸਮ ਗ੍ਰੰਥ ਦਾ ਹੈ। ਜਾਪ ਸਾਹਿਬ ਦਸਮ ਗ੍ਰੰਥ ਦੀ ਪਹਿਲੀ ਬਾਣੀ ਹੈ। ਹਾਂਜੀ। ਜਾਪ ਸਾਹਿਬ ਦਸਮ ਗ੍ਰੰਥ ਦੀ ਸੈਕੰਡ ਬਾਣੀ ਅਕਾਲ ਉਸਤਤ ਹੈ। ਅਕਾਲ ਉਸਤਤ ਵਿੱਚ 271.5 ਸ਼ਲੋਕ ਨੇ, ਉਹਨਾਂ ਵਿੱਚੋਂ 10 ਹਿੰਮਸ ਉਹਨਾਂ ਨੇ ਕੱਢੀਆਂ, ਜਿਨ੍ਹਾਂ ਨੂੰ ਤੁਸੀਂ ਸੁਦਾ ਸਵਈਏ ਕਹਿੰਦੇ ਹੋ। ਵਜ਼ੀਰ ਜੀ, ਇਹ ਤੁਸੀਂ ਸਾਰੇ ਆਪ ਹੀ ਦੱਸ ਦਿਓਗੇ। ਸੋਦਰ ਦੇ ਵਿੱਚ 3 ਗੁਰੂ ਨਾਨਕ ਦੇ ਸ਼ਬਦ ਨੇ, 1 ਗੁਰੂ ਰਾਮਦਾਸ ਦਾ ਸ਼ਬਦ ਹੈ, 1 ਗੁਰੂ ਅਰਜਨ ਦਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਦੇ ਸ਼ਬਦ ਕਿਹੜੇ ਰਾਗ ਵਿੱਚ ਨੇ? ਆਗਾਸਾ। ਕੌਣ ਬੋਲਿਆ?
ਲਵਲੀ ਇਹ ਗਲਤ ਕੰਮ ਹੈ ਨਾ ਫਿਰ। ਓ ਸੌਰੀ, ਓਕੇ। ਆਈ ਐਮ ਰਿਕਾਰਡਿੰਗ ਤੇ ਤੁਸੀਂ ਫਿਰ ਅਸੀਂ ਤੁਹਾਨੂੰ ਬੈਨ ਕਰ ਦਿਆਂਗੇ, ਤੇਰਾ ਕਰ ਦਿਆਂਗੇ ਮਿਊਟ। ਗੁਰੂ ਨਾਨਕ ਸਾਹਿਬ ਦੇ ਸ਼ਬਦ ਕਿਹੜੇ ਰਾਗ ਵਿੱਚ ਨੇ? ਤੇ ਗੁਰੂ ਰਾਮਦਾਸ ਦਾ ਗੁਜਰੀ, ਤੇ ਗੁਰੂ ਅਰਜਨ ਦੇਵ ਜੀ ਦਾ ਉਹ ਵੀ ਰਾਗ ਗੁਜਰੀ ਦਾ ਹੈ। ਸੋ ਸੋਧਰ ਦੇ ਵਿੱਚ 5 ਸ਼ਬਦ ਨੇ, 2 ਰਾਗ ਗੁਜਰੀ ਦੇ ਨੇ, 3 ਰਾਗ ਆਸਾ ਦੇ ਨੇ। ਸੋ ਪੁਰਖ ਨਵਤੇਜ, ਸੋ ਪੁਰਖ ਵਿੱਚ ਕਿੰਨੇ ਸ਼ਬਦ ਨੇ? ਕਿਹੜੇ ਗੁਰੂ ਦੇ ਨੇ, ਕਿਹੜੇ ਰਾਗ ਦੇ ਨੇ? 4 ਸ਼ਬਦ ਨੇ, ਤੇ ਗੁਰੂ ਨਾਨਕ ਦੇਵ ਜੀ ਦਾ 1 ਹੈਗਾ, ਤੇ ਗੁਰੂ ਰਾਮਦਾਸ ਜੀ ਦੇ 2, ਤੇ ਗੁਰੂ ਅਰਜਨ ਦੇਵ ਜੀ ਦਾ 1। ਕਿਹੜੇ ਰਾਗ ਦੇ ਨੇ? ਇਹ ਹੈਗੇ ਨੇ ਸਾਰੇ ਰਾਗ ਆਸਾ ਦੇ ਨੇ। ਵੈਰੀ ਗੁੱਡ। ਸੋਹਿਲਾ, ਦਵਿੰਦਰ, ਸੋਹਿਲੇ ਵਿੱਚ ਕਿੰਨੇ ਸ਼ਬਦ ਨੇ? ਸੋਹਿਲੇ ਦੇ ਵਿੱਚ ਪਹਿਲਾ ਗੁਰੂ ਨਾਨਕ ਦੇਵ ਜੀ ਦੇ ਆ, ਤੇ ਫਿਰ 3 ਸ਼ਬਦ ਗੁਰੂ ਨਾਨਕ ਦੇਵ ਜੀ ਦੇ ਆ। ਇੱਕ ਪਹਿਲਾ ਹੈਗਾ ਗੌੜੀ ਦੀਪਕੀ, ਫਿਰ ਆਸਾ ਰਾਗ, ਫਿਰ ਧਨਾਸਰੀ ਰਾਗ, ਤੇ ਫਿਰ 2 ਸ਼ਬਦ ਹੈਗੇ ਆ ਇੱਕ ਸ਼ਬਦ ਹੈਗਾ ਗੁਰੂ ਰਾਮਦਾਸ ਜੀ ਦਾ ਗੌੜੀ ਪੂਰਵੀ ਦੇ ਵਿੱਚ, ਤੇ ਗੌੜੀ ਪੂਰਵੀ ਚ ਮਹੱਲਾ 5ਵਾਂ ਅਰਜਨ ਦੇਵ ਜੀ ਦੇ। ਅੱਛਾ, ਹੁਣ ਤੁਹਾਡੇ ਚ ਕੋਈ ਦੱਸ ਸਕਦਾ ਹੈ ਕਿ ਜਦੋਂ ਤੁਸੀਂ ਐਕਚੁਅਲੀ ਪਾਠ ਕਰਦੇ ਹੋ ਰਾਤੀ, ਸਵੇਰ ਤੇ ਠੀਕ ਹੈ, ਸਵੇਰੇ ਦੇਰ ਨੋ ਚੇਂਜ, ਰਾਤੀ ਜਿਹੜਾ ਕੀਰਤਨ ਸੋਲਾ ਦੇਰ ਇਜ਼ ਨੋ ਚੇਂਜ, ਪਰ ਜਦੋਂ ਤੁਸੀਂ ਸ਼ਾਮ ਦੇ ਵੇਲੇ ਰਹਿ ਰਾਸ ਜਿਹਨੂੰ ਕਹਿੰਦੇ ਹੋ, ਤੁਸੀਂ 9 ਸ਼ਬਦ ਤੇ ਕਹਤੇ, 5 ਸ਼ਬਦ ਹੋ ਗਏ ਸੋਦਰ ਦੇ, 4 ਸ਼ਬਦ ਹੋ ਗਏ ਸੋ ਪੁਰਖ ਦੇ, ਪਰ ਤੁਸੀਂ ਇਸ ਤੋਂ ਇਲਾਵਾ ਵੀ ਕੁਛ ਹੋਰ ਬਾਣੀਆਂ ਪੜ੍ਹਦੇ ਹੋ। ਮੈਂ ਗੁਰਦੀਪ ਜੀ ਤੁਸੀਂ ਹੱਥ ਖੜਾ ਕੀਤਾ, ਮੈਂ ਉਹ ਬਾਣੀਆਂ ਸੁਣਨਾ ਚਾਹਨਾ ਜਿਹੜੀਆਂ ਰਹਿਤ ਮਰਿਆਦਾ ਨੇ ਕਹੀਆਂ। ਜੇ ਤੁਸੀਂ ਬੋਲੋਗੇ ਤਾਂ ਮੈਂ ਕਹਿ ਦੇਗਾ ਠੀਕ ਹੈ, ਜੇ ਗਲਤ ਕਹੋਗੇ ਤਾਂ ਮੈਂ ਕਹਿ ਦੇਗਾ ਗਲਤ ਹੈ। ਮੈਂ ਰਹਿਤ ਮਰਿਆਦਾ ਦੇ ਨਾਲ ਉਹਨਾਂ ਨੂੰ ਟੈਸਟ ਕਰਨਾ। ਬੋਲੋ। ਇੱਕ ਅੱਧਾ ਜੀ ਬੇਨਤੀ ਚੌਪਈ। ਬੇਨਤੀ ਚੌਪਈ ਇਜ਼ ਕਰੈਕਟ। ਕਿਹੜੇ ਗੁਰੂ ਸਾਹਿਬ ਦੀ ਆ? ਗੁਰੂ ਦਸ ਭਾਈ ਗੁਰੂ ਗੋਬਿੰਦ ਸਿੰਘ ਜੀ। ਓਕੇ, ਨੈਕਸਟ। ਤੇ ਆਨੰਦ ਸਾਹਿਬ ਦੀ 6 ਪੌੜੀਆਂ। ਕਿਹੜੇ ਗੁਰੂ ਸਾਹਿਬ ਦੀਆਂ? ਗੁਰੂ ਅਮਰਦਾਸ ਜੀ। ਕਰੈਕਟ। ਫਿਰ ਆਉਂਦਾ ਜੀ ਮੁੰਦਾਵਣੀ, ਉਹਦੇ ਵਿੱਚ ਕਿਹੜੇ ਗੁਰੂ ਸਾਹਿਬ ਦੀਆਂ? ਉਹਦੇ ਵਿੱਚ ਗੁਰੂ I pass on that one. No, pass. Okay. ਵਜ਼ੀਰ ਜੀ ਤੁਹਾਡੇ ਤੇ ਲਾਸਟ 'ਚ ਜਾਵਾਂਗਾ। ਪਰਮਜੀਤ, ਮੈਂ ਹਿੰਟ ਦੇ ਦੇਣਾ ਤੁਹਾਨੂੰ ਕਿ ਇੱਕ ਮਿੰਟ ਕਿ ਗੁਰਦੀਪ ਨੇ ਜੋ ਕਿਹਾ ਕਿ ਐਡੀਸ਼ਨਲ ਬਾਣੀਆਂ ਜਿਹੜੀਆਂ ਰਹਿਤ ਮਰਿਆਦਾ 'ਚ ਰੱਖੀਆਂ ਗਈਆਂ, ਉਹਨਾਂ ਦੇ ਵਿੱਚੋਂ ਇੱਕ ਤੇ ਉਹਨਾਂ ਦੱਸ ਦਿੱਤਾ ਕਿ ਬੇਨਤੀ ਚੌਪਈ ਹੈ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੀ। ਇੱਕ ਉਹਨਾਂ ਕਿਹਾ 6 ਆਨੰਦ ਸਾਹਿਬ ਦੀਆਂ 6 ਪੌੜੀਆਂ ਨੇ, ਪਹਿਲੀਆਂ 5 ਤੇ ਲਾਸਟ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੀਆਂ 2 ਛੋਟੇ ਕੰਪੋਜੀਸ਼ਨਾਂ ਹੋਰ ਵੀ ਹੈਗੀਆਂ। ਇੱਕ ਨੂੰ ਜਿਹਨੂੰ ਤੁਸੀਂ ਦੁਆ ਕਹਿੰਦੇ ਹੋ, ਇੱਕ ਨੂੰ ਤੁਸੀਂ ਜਿਹਨੂੰ ਸਵਈਆ ਕਹਿੰਦੇ ਹੋ। ਜਿਹੜਾ ਦੁਆ ਪੜ੍ਹਦੇ ਹੋ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਹਮ ਤੇ ਨਿਆਣੇ ਹੋ, ਤੇ ਜਿਹੜਾ ਸਵਈਆ ਪੜ੍ਹਦੇ ਹੋ ਸਕਲ ਦਵਾਰ ਕੋ ਛੱਡ ਕੇ। ਹੁਣ ਇਹਦੇ ਇਲਾਵਾ 5 ਕੰਪੋਜੀਸ਼ਨਾਂ ਹੋਰ ਨੇ, ਔਰ 5 ਗੁਰੂ ਅਰਜਨ ਦੀਆਂ ਨੇ। ਹਾਂਜੀ, ਸ਼ਬਦ 5 ਗੁਰੂ ਅਰਜਨ ਦੀਆਂ ਨੇ। ਜਸਵੀਰ ਦੱਸਣਾ ਚਾਹੁੰਦੀ ਹੈ, ਇੱਕ ਵਾਰ ਬੋਲ। ਸ਼ਬਦ ਗੁਰੂ ਅਰਜਨ ਦੇਵ ਜੀ ਦਾ। ਕਿਹੜੀ? ਗੁਰੂ ਅਰਜਨ ਦੇਵ ਜੀ ਦਾ ਸ਼ਬਦ ਦਾ ਕੰਪੋਜੀਸ਼ਨ ਦਾ ਨਾਮ ਦੱਸਣਾ। ਮੁੰਦਾਵਣੀ ਮਹੱਲਾ 5ਵਾਂ। ਮੁੰਦਾਵਣੀ ਮਹੱਲਾ 5ਵਾਂ 1। ਦਵਿੰਦਰ ਤੁਸੀਂ ਨਹੀਂ ਬੋਲੋਗੇ। ਪਰਮਜੀਤ। ਮੁੰਦਾਵਣੀ ਮਹੱਲਾ 5ਵਾਂ ਪੌੜੀ, ਫਿਰ ਮਹੱਲਾ 5ਵਾਂ, ਫਿਰ ਨਹੀਂ ਇਸ ਤਰ੍ਹਾਂ ਨਾ, ਮਹੱਲਾ 5ਵਾਂ ਤੋਂ ਪਹਿਲਾਂ ਬੋਲ। ਮਹੱਲਾ 5ਵਾਂ ਦਾ ਕੀ ਹੈ? ਸ਼ਲੋਕ ਮਹੱਲਾ 5ਵਾਂ। ਹਾਂ, ਐਸਾ ਬੋਲੋ ਨਾ। ਪਹਿਲਾ ਹੋ ਗਿਆ ਮੁੰਦਾਵਣੀ ਸ਼ਲੋਕ ਮਹੱਲਾ 5ਵਾਂ, ਪੌੜੀ, ਫਿਰ ਸ਼ਲੋਕ ਮਹੱਲਾ 5ਵਾਂ, ਫਿਰ ਮਹੱਲਾ 5ਵਾਂ। ਫਿਰ ਸ਼ਲੋਕ ਮਹੱਲਾ 5ਵਾਂ ਕਿਹੜਾ ਸ਼ਬਦ ਹੈ ਉੱਥੇ? ਤੇਰਾ ਕੀਤਾ ਜਾਤੋ ਨਾ, ਇਹ ਵੀ ਗੁਰੂ ਅਰਜਨ ਦਾ। ਫਿਰ ਇੱਕ ਪੌੜੀ ਆਉਂਦੀ ਹੈ। ਪੌੜੀ ਜਿਹੜੀ ਹੈ ਰਾਮਕਲੀ ਵਾਰ ਦੀ ਪਹਿਲੀ ਪੌੜੀ ਹੈ, ਪਹਿਲੀ ਸਿਰਫ ਪੌੜੀ, ਹੋਰ ਕੁਛ ਨਹੀਂ ਹੈ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਫਿਰ ਉਹਨੇ ਕਿਹਾ ਸ਼ਲੋਕ ਗੁਰੂ ਅਰਜਨ ਦਾ, ਇਹ ਰਾਗ ਗੁਜਰੀ ਦਾ ਵਾਰ ਵਿੱਚੋਂ। ਹਾਂਜੀ ਬੋਲ। ਅੰਤਰ ਗੁਰੂ ਆਰਾਧਨਾ। ਕਿਹੜਾ ਅੰਤਰ ਗੁਰੂ ਆਰਾਧਨਾ?
हाँ जी। लास्ट है फिर महल पंचमा। गुरु अर्जन दा रखे रखन हार। ये मुश्किल है याद करने ने, ਤੁਸੀਂ रोज करते हो पढ़ जाते हो, पर ਇਹਨਾਂ ਨੂੰ याद रखना कि ਇਹ ਤੁਸੀਂ ਨਿਤਨੇਮ ਦੀ ਬਾਣੀ ਵਿੱਚ ਹੈ, ਇਹ ਇੰਨਾ ਆਸਾਨ ਨਹੀਂ ਹੈ। ਬਟ ਐਨੀਵੇ ਇਟ ਇਜ਼ ਗੁੱਡ ਕਿ ਤੁਸੀਂ ਤੁਹਾਨੂੰ ਇਹ ਯਾਦ ਹੈ। ਹੁਣ ਅਸੀਂ ਜਾਂਦੇ ਹਾਂ ਜਿਹੜੇ ਤੁਹਾਨੂੰ ਨਵਤੇਜ ਨੇ ਸ਼ਬਦ ਭੇਜੇ ਨੇ, ਉਹ ਸ਼ਬਦ ਜਿਹੜੇ ਤੁਸੀਂ ਕਹਿ ਸਕਦੇ ਹੋ, ਅਗਰ ਇੰਗਲਿਸ਼ 'ਚ ਕਹਿਣਾ ਹੈ ਕਿ ਵਹੀ ਜਿੱਥੇ ਰਾਗੀ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਨੂੰ ਵੈਲਕਮ ਕਰਦੇ ਨੇ ਸਵੇਰੇ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਚੱਲਦੀ ਹੈ ਅਕਾਲ ਤਖਤ ਸਾਹਿਬ ਤੋਂ, ਔਰ ਜਿਸ ਵੇਲੇ ਉਹ ਮੇਨ ਹਰਿਮੰਦਰ ਸਾਹਿਬ ਦੇ ਉਹਨਾਂ ਦੇ ਅੰਦਰ ਪ੍ਰਵੇਸ਼ ਕਰਦੇ ਨੇ, ਉਹ ਸ਼ਬਦ ਸ਼ੁਰੂ ਕਰ ਦਿੰਦੇ ਨੇ ਜਦੋਂ ਭੀੜ ਚੱਲਦੀ ਹੈ, ਔਰ ਜਿਸ ਵੇਲੇ ਭੀੜ ਬਾਹਰ ਪਹੁੰਚਦੀ ਹੈ ਉਦੋਂ ਬਿਗਲ ਵਿਜੇ ਹੋ ਜਾਂਦੇ ਨੇ, ਉਦੋਂ ਫਿਰ ਉਹ ਸ਼ਬਦ ਬੰਦ ਕਰਦੇ ਨੇ। ਉਹਦੇ ਬਾਅਦ ਫਿਰ ਭੀੜ ਹਰਿਮੰਦਰ ਸਾਹਿਬ ਦੇ ਅੰਦਰ ਐਂਟਰ ਕਰਦੀ ਹੈ। ਉਹਦੇ ਬਾਅਦ ਤੁਹਾਨੂੰ ਪਤਾ ਫਿਰ ਉਹ ਸਵਈਏ ਪੜ੍ਹਦੇ ਨੇ, ਤੇ ਉਹ ਜਿਹੜੇ ਸ਼ਬਦ ਨੇ ਉਹ ਤੁਸੀਂ ਕਹਿ ਸਕਦੇ ਹੋ ਸਾਰੇ ਹੀ ਸ਼ਬਦ ਮਿਲਣ ਦੇ ਨੇ, ਪਿਆਰਿਆਂ ਨੂੰ ਮਿਲਣ ਦੇ, ਆਪਣੀ ਬਿਲਵਡ ਨੂੰ ਮਿਲਣ ਦੇ, ਆਪਣੇ ਲਵਰ ਨੂੰ ਮਿਲਣ ਦੇ, ਵਾਹਿਗੁਰੂ ਨੂੰ ਮਿਲਣ ਦੇ। ਇੱਥੇ ਤੇ ਉਹ ਗੁਰੂ ਸਾਹਿਬ ਵਾਹਿਗੁਰੂ ਨੂੰ ਹੀ ਆਪਣਾ ਬਿਲਵਡ ਕਹਿ ਰਹੇ ਨੇ। ਸੋ ਇਹ ਸ਼ਬਦ ਜਿਹੜੇ ਨੇ ਇਹ ਬਹੁਤ ਹੀ ਦਿਲ ਨੂੰ ਟੱਚ ਕਰਨ ਵਾਲੇ ਨੇ। ਬਹੁਤ ਸਾਰੇ ਸ਼ਬਦ ਰਿਪੀਟ ਵੀ ਹੈਗੇ ਨੇ, ਪਰ ਬਹੁਤ ਸਾਰੇ ਸ਼ਬਦ ਨਵੇਂ ਵੀ ਨੇ। ਕੱਲ ਫਰਾਈਡੇ ਸੀ ਤੇ ਕੱਲ ਜਿਹੜਾ ਸ਼ਬਦ ਆਇਆ ਉਹ ਪੰਜਵੀਂ ਪਾਤਸ਼ਾਹੀ ਦਾ। ਇਹਦੇ ਵੀ ਤੁਸੀਂ ਮੈਂ ਵੈਸੇ ਐਕਸਲ ਤੇ ਨਾ ਇੱਕ ਪੂਰਾ ਨੋਟ ਬਣਾਏ ਨੇ, ਉਹ ਮੈਂ ਤੁਹਾਨੂੰ ਇਸ ਵੀਕ ਤੋਂ ਐਂਡ ਤੋਂ ਬਾਅਦ ਨਵਤੇਜ ਨੂੰ ਭੇਜਾਂਗਾ। ਨਵਤੇਜ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਇਲਸਟ੍ਰੇਟ ਹੈ ਸਾਰਾ ਕਿ ਕਿਹੜੇ ਦਿਨ ਕਿਹੜਾ ਕਿਹੜਾ ਸ਼ਬਦ ਆਇਆ। ਅੱਛਾ ਮਹਲਾ ਪੰਜਵਾਂ ਪੇਜ 306 ਤੇ ਕੱਲ ਸੀ ਦਰਸ਼ਨ ਮੰਗੋ ਦੇ ਪਿਆਰੇ। ਸ਼ਬਦ ਨੂੰ ਪੜੋਗੇ, ਸ਼ਬਦ ਨੂੰ ਸੁਣਦੇ ਹੋ ਤੇ ਸ਼ਬਦ ਬਿਲਕੁਲ ਤੁਹਾਡੇ ਇਸ ਤਰ੍ਹਾਂ ਦਿਲ ਤੇ ਆ ਕੇ ਚਿਪਕ ਜਾਂਦਾ, ਦਿਲ ਦੇ ਅੰਦਰ ਚਲਾ ਜਾਂਦਾ। ਔਰ ਉਹ ਸਵੇਰੇ ਸਵੇਰੇ ਤੁਹਾਨੂੰ ਪਤਾ ਇੱਕ ਅੰਮ੍ਰਿਤ ਵੇਲਾ, ਇੱਕੋ ਕੋਈ ਡਿਸਟਰਬੈਂਸ ਨਹੀਂ ਲਾਈਫ ਦੀ। ਔਰ ਰਾਗੀ ਸਾਹਿਬਾਨ ਤੁਹਾਨੂੰ ਪਤਾ ਹੀ ਹਰਿਮੰਦਰ ਸਾਹਿਬ, ਉਹਨਾਂ ਦੀ ਜਿਹੜੀ ਧੁਨ ਹੈ, ਜਿਹੜਾ ਉਹ ਚੂੰਕਿ ਰਾਗਾਂ ਵਿੱਚ ਸ਼ਬਦ ਨੂੰ ਗਾਇਨ ਕਰਦੇ ਨੇ, ਤੇ ਉਹਦੇ ਵਿੱਚ ਕਿੰਨੀ ਕੁ ਮੈਲੋਡੀ ਹੋ ਸਕਦੀ ਹੈ। ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਉਹ ਚੌਕਟ ਮਾਨੇ। ਜਿਹਨੂੰ ਉਹ ਨੀਚ ਹੈ, ਜਿਹਨੂੰ ਕੋਈ ਨਹੀਂ ਪਛਾਣਦਾ, ਪਰ ਵਾਹਿਗੁਰੂ ਦੀ ਕਿਰਪਾ ਹੋ ਜਾਏ ਤੇ ਉਹਨੂੰ ਚੌਕੁੱਟ ਮਾਨੇ, ਤੇ ਫਿਰ ਉਹਨੂੰ ਸਾਰੇ ਸੰਸਾਰ ਚਾਰੋਂ ਪਾਸੇ ਉਹਦੀ ਉਪਮਾ ਹੁੰਦੀ ਹੈ। ਉਸ ਵਾਹਿਗੁਰੂ ਨੂੰ ਉਹ ਕਹਿੰਦੇ ਨੇ ਦਰਸ਼ਨ ਮੰਗੋ ਦੇ ਪਿਆਰੇ। ਉਹ ਗ੍ਰੇਟ ਹਸਤੀ ਜਿਹੜੀ ਹੈ, ਮੈਂ ਉਹਦੇ ਦਰਸ਼ਨਾਂ ਦੀ ਭਿੱਖ ਮੰਗਦਾ, ਮੈਨੂੰ ਉਹਦੇ ਦਰਸ਼ਨ ਚਾਹੀਦੇ ਨੇ। ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਤੇਰੀ ਸੇਵਾ ਜਿਹੜੀ ਹੈ ਪੇਜ 306। Thank you. Thursday 10th page 244। ये बहुत ही वारी रिपीटेड शब्द है। मिल मेरे प्रीतमा जी हो इथों शुरू करते ने, भावें ये लास्ट बंद है, फोर्थ स्टैंजा। ये शब्द शुरू होंदा है फिर बिन खरी निमानी जियो, बिन फिर क्यों जीवा मेरी माए। Without my beloved, without my husband, I am utterly dishonored. Without my Vaheguru, how can I live, O my mother। इथों ही शब्द शुरू होंदा, पर जो इत्थे पहुंचदे ने मिल मेरे प्रीतमा जियो तुद बिन खड़ी निमानी। मैं नैनी नींद ना आवे जियो, पावे अन्न ना पानी। ये शब्द है जी पेज 244 ते। राग है गौड़ी, शब्द है गुरु अमरदास जी का, और ये बहुत बारी रिपीट होया। मेरे ख्याल हफ्ते विच एक बारी ते जरूर आउंदा।
ਵੈਨਸਡੇ ਇਹ ਮੈਂ ਤੁਹਾਨੂੰ ਜਦੋਂ ਸਵਈਆਂ ਦੀ ਗੱਲ ਕੀਤੀ ਸੀ ਤੇ ਸਵਈਆਂ ਦੇ ਬਾਰੇ ਤੁਹਾਨੂੰ ਦੱਸਿਆ, ਉਹ ਇੱਥੋਂ ਮੈਨੂੰ ਲੇਟ ਮਿਲੀ ਸੀ ਕਿ ਵੈਨਸਡੇ ਜਿਹੜਾ ਸ਼ਬਦ ਉਹਨਾਂ ਨੇ ਪੜ੍ਹਿਆ ਉਹ ਭੱਟਾਂ ਦੇ ਸਵਈਆਂ ਵਿੱਚੋਂ ਪੜ੍ਹਿਆ, ਔਰ ਉਹ ਭੱਟ ਤਲਦਾ ਸੀ। ਪੇਜ 1392 ਜਿਹੜਾ ਜਿਸ ਵੇਲੇ ਹਰਿਮੰਦਰ ਸਾਹਿਬ ਚ ਭੀੜ ਆਉਂਦੀ ਹੈ ਤੇ ਉਹ ਪੜ੍ਹਦੇ ਨੇ। ਸੋ ਕਹੋ ਟਲ ਗੁਰ ਸੇਵੀਐ, ਐਨਸ ਜੈਸ ਸੁਭਾਏ, ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਇਸ ਤੁਕ ਨੂੰ ਉਹ ਰਿਪੀਟ ਕਰਦੇ ਨੇ। ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਹੈ, ਆਈ ਨੋ ਇਟ ਇਜ਼ ਨਾਟ ਦੈਟ ਸਿੰਪਲ, ਸ਼ਾਇਦ ਵਜ਼ੀਰ ਜੀ ਨੂੰ ਜ਼ਰੂਰ ਪਤਾ ਹੋਣਾ ਕਿ ਇਹ ਕਿਹੜੇ ਗੁਰੂ ਸਾਹਿਬ, ਇਹ ਭੱਟ ਦਾ ਸਵਈਆ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਵਿੱਚ। ਚਲੋ ਹਿੰਟ ਦੇ ਦੇਣਾ, ਇਹ ਕਿਸੇ ਗੁਰੂ ਸਾਹਿਬ ਦੀ ਉਪਮਾ ਦਾ ਹੀ ਆ, ਪਰ ਕਿਹੜੇ ਗੁਰੂ ਸਾਹਿਬ ਦਾ? ਅੰਗਦ ਦੇਵ ਜੀ। ਹਾਂਜੀ, ਗੁਰੂ ਅੰਗਦ ਦੇਵ ਜੀ। ਵੈਰੀ ਗੁੱਡ। ਆ ਤੇ ਡਾਇਮੰਡ ਦੇ ਉੱਤੇ ਵੀ ਕੁਛ ਆਤੇ ਜਿਹੜੇ ਇਸ ਕੁੜੀ ਨੂੰ। ਇਹ ਗੁਰੂ ਅੰਗਦ ਦੇਵ ਜੀ ਦੀਆਂ ਦੇ ਜਿਹੜਾ ਜੋ ਸਵਈਆ ਹੈ, 10 ਸਵਈਆ ਨੇ, 10 ਗੁਰੂ ਨਾਨਕ ਦੇ, 10 ਗੁਰੂ ਅੰਗਦ ਦੇਵ। ਇਹ ਲਾਸਟ 2 ਲਾਈਨਾਂ ਨੇ ਗੁਰੂ ਅੰਗਦ ਦੇਵ ਸਵਈਆ ਦੀਆਂ। ਔਰ ਫਿਰ ਸੁਣ ਲਓ, ਸੋ ਕਹੋ ਟਲ ਗੁਰੂ ਸੇਵੀਐ। ਟਲ ਕਹਿ ਰਿਹਾ ਹੈ ਐਨਤ ਸਹਿਜ ਸੁਭਾਏ, ਮਤਲਬ ਰਾਤ ਦਿਨ, ਐਨਤ ਸਹਿਜ ਰਾਤ ਦਿਨ ਪਿਆਰ, ਮਤਲਬ ਜੋ ਕੁਛ ਉਹਨਾਂ ਨੂੰ ਯਾਦ ਕਰਦੇ ਨੇ। ਤੇ ਦਰਸ਼ਨ ਪਰਸੀਏ ਗੁਰੂ ਕੇ, ਉਸ ਵਾਹਿਗੁਰੂ ਦੇ ਦਰਸ਼ਨ ਤੁਸੀਂ ਲੋੜਦੇ ਹੋ, ਉਸ ਵਾਹਿਗੁਰੂ ਦੇ ਦਰਸ਼ਨ ਤੁਸੀਂ ਚਾਹੁੰਦੇ ਹੋ ਜਿਹਦੇ ਮਿਲਣ ਦੇ ਨਾਲ ਜਨਮ ਮਰਨ ਦੁੱਖ ਜਾਏ। ਸੋ ਇਹ ਪਹਿਲੀ ਵਾਰੀ ਸੀ ਜਦ ਤੱਕ ਮੈਂ ਰਿਕਾਰਡਿੰਗ ਸ਼ੁਰੂ ਕੀਤੀ ਹੈ ਕਿ ਭੱਟਾਂ ਦੇ ਵਿੱਚੋਂ ਕਿਸੇ ਕੰਪੋਜੀਸ਼ਨ ਦਾ ਸਵੇਰੇ ਉਹਨਾਂ ਨੇ ਅੰਮ੍ਰਿਤਸਰ ਵੇਲੇ ਗਾਇਨ ਕੀਤਾ ਹੋਵੇ। ਟਿਊਸਡੇ 8 ਦਸੰਬਰ, ਪੇਜ 8856। ਇਹ ਬਹੁਤ ਵਾਰੀ ਰਿਪੀਟ ਹੋਇਆ। ਇਹ ਹੁਣੇ ਵੀ ਇੱਥੇ ਕੋਈ ਕਹਿ ਰਿਹਾ ਸੀ ਇਹ ਭਗਤ ਕਬੀਰ ਦਾ। ਚਲ ਬਬਲੇ ਦੱਸ, ਭਗਤ ਕਬੀਰ ਦਾ ਕਿਹੜਾ ਸ਼ਬਦ ਬਹੁਤ ਵਾਰੀ ਰਿਪੀਟ ਹੋਇਆ? ਤੂੰ ਹੁਣੇ ਨਾਂ ਲਿਆ ਸੀ ਇਹਦਾ। ਦਰਸ਼ਨ ਦੀਜੇ ਖੋਲ ਕੇ ਵਾੜ। ਬਿਲਕੁਲ ਠੀਕ ਹੈ, ਦਰਸ਼ਨ ਦੀਜੇ ਖੋਲ ਕਵਾੜ। ਇਹ ਭਗਤ ਕਬੀਰ ਦਾ ਸ਼ਬਦ ਬਹੁਤ ਵਾਰੀ ਰਿਪੀਟ ਹੋਇਆ। ਪੇਜ 856 ਰਾਗ ਬਿਲਾਵਲ। ਰਾਗ ਬਿਲਾਵਲ, ਹਾਂਜੀ ਹਾਂਜੀ। ਔਰ ਇਹਦੇ ਵਿੱਚ ਬਾਕੀ ਭਗਤਾਂ ਦੇ ਵੀ ਨਾਂ ਆਉਂਦੇ ਨੇ। ਜੈਦੇਵ, ਨਾਮਾ, ਵਿਪ, ਸੁਦਾਮਾ। ਕਿ ਜੈਦੇਵ ਦਾ ਨਾਮ ਆ ਗਿਆ, ਨਾਮਦੇਵ ਦਾ ਨਾਮ ਆ ਗਿਆ, ਸੁਦਾਮੇ ਦਾ ਨਾਮ ਆ ਗਿਆ। ਔਰ ਇੱਕ ਕਬੀਰ ਸਾਹਿਬ ਦਾ ਸ਼ਬਦ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ, ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕਵਾੜ। Who else can take care of me other than you? Please open your door and grant me the blessed vision of your blessed vision. Monday, page 94. Guru Nanak. ਕਿਹੜਾ ਪੇਜ ਹੈ? ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਗਾਇਆ। ਇਹ ਸ਼ਬਦ ਸ਼ੁਰੂ ਹੁੰਦਾ ਹਰ ਹਰ ਨਾਮ ਮੈਂ ਹਰ ਮਨ ਪਾਇਆ, ਵੱਡ ਭਾਗੀ ਪਰ ਨਾਮ ਤੇ ਆਇਆ। The name of the master is pleasing to my mind, ਵੱਡ ਭਾਗੀ ਹਰ ਨਾਮ ਤੇ ਆਇਆ। By great good fortune I meditate on the master's name। ਤੇ ਫਿਰ ਜਿਹੜਾ ਸ਼ਬਦ, ਜਿਹੜੀਆਂ ਲਾਈਨਾਂ ਉਹ ਬਾਰ-ਬਾਰ ਰਿਪੀਟ ਕਰਦੇ ਨੇ, ਉਹ ਇਹ ਹੈ ਕਿ the master is my best friend, he is my beloved। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ। ਫਿਰ ਉਹ ਕਹਿੰਦੇ ਨੇ I cannot survive without seeing my beloved, my eyes are welling up with tears। ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜਿਉ। ਵੈਰੀ ਟਚਿੰਗ ਸ਼ਬਦ ਹੈ, ਬਹੁਤ ਟਚਿੰਗ ਸ਼ਬਦ ਨੇ। ਤੁਸੀਂ ਜੇ ਇਹਨਾਂ ਨੂੰ ਕਿਧਰੇ ਸਵੇਰੇ, ਜੇ ਤੁਹਾਡੀ ਵਾਹਿਗੁਰੂ ਕਰੇ ਨੀਂਦਰ ਖੁੱਲ ਜਾਏ, ਲੜ ਕੇ ਸੌਂ ਜਾ ਕਰੋ, ਸ਼ਾਇਦ ਫਿਰ ਨੀਂਦਰ ਖੁੱਲ ਜਾਏ, ਇੱਕ ਦੂਜੇ ਨੂੰ ਉਠਾਉਣ। ਔਰ ਸਵੇਰੇ ਸ਼ਬਦ ਸੁਣ ਕੇ ਰੀਅਲੀ ਇਹ ਤੁਹਾਡੀ ਰੂਹ ਦੇ ਅੰਦਰ ਉਤਰ ਜਾਂਦੇ ਨੇ। ਔਰ ਇਹ ਜਿਸ ਵੇਲੇ ਲਾਈਨਾਂ ਪੜ੍ਹਦੇ ਨੇ ਨਾ,
ਜਿਨ੍ਹਾਂ ਲਾਈਨਾਂ ਨੂੰ ਰਿਪੀਟ ਕਰਦੇ ਨੇ ਉਹਨਾਂ ਨੂੰ ਵੀ ਪਤਾ ਕਿਹੜੀਆਂ ਲਾਈਨਾਂ ਤੁਹਾਡੇ ਦਿਲ ਤੇ ਆ ਕੇ ਅਸਰ ਕਰਨਗੀਆਂ। ਸੰਡੇ 6th of December, page 561. ये बड़ा वड्डा ये छंद है, आई थिंक बड़ा लंबा शब्द है, पर ਜਿਹੜੀ ਲਾਈਨਾਂ ਉਹ ਸ਼ੁਰੂ ਵਿੱਚ ਹੀ ਹੈਗਾ, ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਹਰ ਜੈ ਪੁੱਛਾਂ ਆਪਣੇ ਸਤਿਗੁਰਾਂ ਗੁਰ ਪੁੱਛ ਮਨ ਮੁਗਤ ਸਮਝਾਵਾਂ। ਤੋ ਇੱਥੇ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੇ ਹਰ ਚਰਨੀ ਚਿਤ ਲਾਏ। ਹਉ ਸਭ ਵੇਸ ਕਰੀ ਫਿਰ ਕਾਰਨ ਜੇ ਹਰ ਪ੍ਰਭ ਸਾਚੇ ਪਾਵਾਂ। ਸੋ ਪਰ ਪਿਆਰਾ ਮੈਂ ਨਦਰ ਨਾ ਦੇਖੇ ਉਹ ਫਿਰ ਕੀਰਤ ਪਾਵਾਂ। ਜਿਸ ਕਾਰਨ ਹੋ ਸਿਗਾਰ ਸਿਗਾਰੀ ਸੋ ਪਰ ਰਤਾ ਮੇਰਾ ਵਰਾ। ਸੋ ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਔਰ ਇਟ ਰਨਸ ਟੂ ਆਈ ਥਿੰਕ ਅਬਾਊਟ 4 pages। ਇਟ ਮਸਟ ਬੀ ਕਿੰਨੇ ਹੈ ਤੇ ਵੈਸੇ 6 ਨੇ। ਇਹ ਛੰਤ ਹੈ। You must all be very, very grateful to Navtej ਕਿ ਨਵਤੇਜ ਤੁਹਾਨੂੰ ਸਾਰਿਆਂ ਨੂੰ ਇਹ ਸ਼ਬਦ ਭੇਜਦਾ। ਨਵਤੇਜ ਭਾਜੀ। ਹਾਂਜੀ ਮੈਂ ਕਿਹਾ ਥੈਂਕ ਯੂ ਨਵਤੇਜ ਭਾਜੀ। ਆਫ ਕੋਰਸ ਉਹਨੂੰ ਥੈਂਕਸ ਕਰਨਾ ਚਾਹੀਦਾ। ਇਟ ਟੇਕਸ ਟਾਈਮ। ਕੋਈ ਚੀਜ਼ ਨਹੀਂ ਆਰਡੀਨਰੀ ਆਸਾਨ ਤੇ ਹੈ ਨਹੀਂ। ਤੇ ਠੀਕ ਹੈ ਤੁਹਾਡੀ ਵੀ ਫਿਰ ਅੱਗੋਂ ਡਿਊਟੀ ਬਣਦੀ ਹੈ ਵੀ ਤੁਸੀਂ ਇਹਨਾਂ ਸ਼ਬਦਾਂ ਨੂੰ ਲੱਭੋ, ਇਹਨਾਂ ਸ਼ਬਦਾਂ ਨੂੰ ਪੜ੍ਹੋ ਤੇ ਜਿੰਨੀਆਂ ਵੀ 2-4 ਲਾਈਨਾਂ ਤੁਹਾਡੇ ਮਨ ਦੇ ਅੰਦਰ ਲੱਗਦੀਆਂ ਉਨੀਆਂ ਲਾਈਨਾਂ ਵੀ ਬਹੁਤ ਨੇ। So now we go to the last part of our ਅੱਜ ਜੋ ਅਸੀਂ ਕਰਨਾ ਰਾਗ ਅਸੀਂ ਕਰਨਾ ਮਾਲੀ ਗੌੜਾ। ਰਾਗ ਮਾਲੀ ਗੌੜਾ। ਇਹ 20th ਰਾਗ ਹੈ। ਇਹਦਾ ਮਤਲਬ ਅਸੀਂ 19 ਰਾਗ ਕਰ ਚੁੱਕੇ ਹਾਂ। ਇਹ 20ਵਾਂ ਰਾਗ ਹੈ। ਇਹ ਵੀ ਰਾਗ ਛੋਟਾ ਜਿਹਾ ਹੀ ਹੈ। 5 ਪੇਜ ਤੇ ਹੈ ਗੁਰੂ ਗ੍ਰੰਥ ਸਾਹਿਬ ਦੇ 5 ਪੇਜਾਂ ਦੇ ਉੱਤੇ ਔਰ ਇਹਦੇ ਵਿੱਚ ਵੀ ਸਿਰਫ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੇ ਹੀ ਕੰਪੋਜੀਸ਼ਨਾਂ ਹੈਗੀਆਂ। ਭਗਤ ਇੱਕ ਹੈ ਨਾਮਦੇਵ, ਉਹਦਾ ਸ਼ਬਦ ਹੈ ਜਿਹੜਾ ਅਸੀਂ ਐਨਾਲਿਸਿਸ ਜਿਹਦਾ ਕਰਾਂਗੇ ਔਰ ਇਸ ਟ੍ਰਾਂਸਲੇਸ਼ਨ ਵਿੱਚ ਸਾਨੂੰ ਲੀਡ ਕਰਦੇ ਨੇ ਵਜ਼ੀਰ ਸਿੰਘ ਤੇ ਨਵਤੇਜ, ਫੋਲੋਡ ਬਾਈ ਗੁਰਦੀਪ, ਪਰਮਜੀਤ, ਬਬਲੀ, ਦਵਿੰਦਰ, ਮਹਿੰਦਰ, ਅੱਜ ਅੰਮ੍ਰਿਤ ਵੀ ਹੈ, ਕੈਲਾਸ਼ਨੀ ਹੈਗੀ ਅੱਜ। ਪੇਜ ਨੰਬਰ ਕਿਹੜਾ ਪੇਜ ਹੈ ਜੀ? 127 ਜਿਹੜੀ ਬੁੱਕ ਹੈ ਜਿਹਦੇ ਕੋਲ ਬੁੱਕ ਹੈ ਜਿਹੜੀ ਪੜ੍ਹੀ ਹੈ ਗੁਰਦੀਪ ਨੇ, ਉਸ ਬੁੱਕ ਦਾ ਪੇਜ 127 ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾ ਸ਼ਬਦ 984 ਤੇ ਹੈ, ਦੂਸਰਾ ਸ਼ਬਦ 988 ਤੇ ਹੈ, ਤੀਸਰਾ ਸ਼ਬਦ ਵੀ 988 ਤੇ ਹੈ। 3 ਸ਼ਬਦ ਨੇ, 3 ਸ਼ਬਦ ਅਸੀਂ ਕਰਾਂਗੇ। ਜਦੋਂ ਤੁਸੀਂ ਰੈਡੀ ਹੋ ਤਾਂ ਮੈਨੂੰ ਦੱਸ ਦੇਣਾ। ਨਵਤੇਜ ਤੇਰੇ ਕੋਲ ਹੈ ਨੇ ਸ਼ਬਦ ਸਾਰੇ ਹੁਣ? ਹਾਂਜੀ ਹੈਗਾ। ਵਜ਼ੀਰ ਜੀ? ਹਾਂਜੀ। ਪਹਿਲਾ ਸ਼ਬਦ ਹੈ ਗੁਰੂ ਰਾਮਦਾਸ ਜੀ ਦਾ, ਤੇ ਕਰੋਗੇ ਵਜ਼ੀਰ ਜੀ ਸ਼ੁਰੂ? ਹਾਂਜੀ ਹਾਂਜੀ। ਅਨੇਕ ਯਤਨ ਕਰ ਰਹੇ ਹਰ ਅੰਤ ਨਹੀਂ ਪਾਇਆ, ਹਰ ਅਗਮ ਅਗਮ ਅਗਾਧ ਬੋਧ ਆਦੇਸ਼ ਹਰ ਪ੍ਰਭ ਰਾਇਆ। ਕਿ ਕਿੰਨੇ ਯਤਨ ਅਨੇਕ ਬਹੁਤ ਯਤਨ ਕਰੇ ਹਰ ਅੰਤ ਨਾ ਪਾਇਆ। ਹਰੀ ਦਾ ਅੰਤ ਨਹੀਂ ਪਾਇਆ, ਜਾਂ ਪਾਇਆ ਜਾ ਸਕਦਾ ਤਾਂ ਪਾਇਆ ਹੈ। ਹਰ ਅਗਮ ਅਗਾਧ ਅਗਾਧ ਬੋਧ ਆਦੇਸ਼ ਹਰ ਪ੍ਰਭ ਰਾਇਆ। ਉਹ ਅਗਮ कोई था नहीं है, अगाध है, बोध आदेश इतना बड़ा है कि तुसी ओदा अंत नहीं पा सके पर उन्होंने नमस्कार कर। देखो थैंक यू विजय जी, थैंक यू कि तुसी कई बारी
ਕਿਸੇ ਚੀਜ਼ ਦੀ ਵੀ ਪ੍ਰਸ਼ੰਸਾ ਕਰਨੀ ਹੈ, ਕਿਸੇ ਚੀਜ਼ ਦੀ ਵੀ ਤਾਰੀਫ ਕਰਨੀ ਹੈ, ਕਿਸੇ ਚੀਜ਼ ਨੂੰ ਐਕਸਪਲੇਨ ਕਰਨਾ, ਤੇ you have to know everything about that particular object, thing, person. ਹੁਣ ਈਵਨ ਜਿਹੜੇ ਪ੍ਰੋਫਿਟ ਨੇ, ਸਾਰੀ ਦੁਨੀਆ ਦੇ ਪ੍ਰੋਫਿਟ ਨੇ, ਮੈਂ ਖਾਲੀ ਸਿੱਖ ਧਰਮ ਦੇ ਗੁਰੂ ਸਾਹਿਬ ਦੀ ਗੱਲ ਹੀ ਨਹੀਂ ਕਰ ਰਿਹਾ, ਜਿਹੜੇ ਪ੍ਰਮਾਤਮਾ ਦੇ ਕੋਲੋਂ ਡਾਇਰੈਕਟਲੀ ਆਏ ਨੇ, ਉਹ ਵੀ ਖੁਦ ਕਹਿੰਦੇ ਨੇ ਕਿ ਪ੍ਰਮਾਤਮਾ ਇਤਨਾ ਵਿਸ਼ਾਲ ਹੈ, ਉਹਦੀਆਂ ਕੁਆਲਿਟੀਜ਼ ਇੰਨੀਆਂ ਜ਼ਿਆਦਾ ਨੇ ਜਿਹਨੂੰ ਕੋਈ ਐਕਸਪਲੇਨ ਨਹੀਂ ਕਰ ਸਕਦਾ। ਇੱਕ ਇਨਸੀਡੈਂਟ ਆਉਂਦਾ ਭਗਵਤ ਗੀਤਾ ਵਿੱਚ, ਜਦੋਂ ਅਰਜਨ ਨੂੰ, ਹੁਣ ਅਰਜਨ ਦੇ ਕੋਲ ਇੱਕ ਰੱਥ ਹੈ, ਉਸ ਰੱਥ ਦਾ ਇੱਕ ਰਥਵਾਨ ਹੈ ਜਿਹੜਾ ਉਹਦੇ ਘੋੜੇ ਚਲਾ ਰਿਹਾ, ਉਹ ਕ੍ਰਿਸ਼ਨ ਹੈ। ਹੁਣ ਅਰਜਨ ਨੂੰ ਕਿਵੇਂ ਪਤਾ ਲੱਗ ਸਕਦਾ ਕਿ ਰਥਵਾਨ ਵਾਹਿਗੁਰੂ ਹੈ ਜਾਂ ਵਾਹਿਗੁਰੂ ਦਾ ਭੇਜਿਆ ਹੋਇਆ ਇੱਕ ਬਹੁਤ ਮਹਾਨ ਉਹਦਾ ਐਂਬੈਸਡਰ ਹੈ, ਪੈਗੰਬਰ ਹੈ। ਹੁਣ ਦੇਖੋ, ਮੈਂ ਤੁਹਾਨੂੰ ਕੁਝ ਪੜ੍ਹਾ ਰਿਹਾ, ਤੁਸੀਂ ਮੇਰੇ ਕੋਲੋਂ ਪੜ੍ਹਿਆ ਹੋਇਆ ਸ਼ਬਦ, ਮੇਰੇ ਕੋਲੋਂ ਪੜ੍ਹਿਆ ਹੋਇਆ ਲੈਸਨ ਤਾਂ ਹੀ ਐਕਸੈਪਟ ਕਰੋਗੇ ਜੇ ਤੁਸੀਂ ਸਮਝੋਗੇ ਕਿ ਮੈਨੂੰ ਕੁਝ ਗਿਆਨ ਹੈ। ਜੋ ਕੁਝ ਮੈਂ ਕਹਿ ਰਿਹਾ, ਮੈਂ ਰਿਸਰਚ ਕਰਕੇ ਤੁਹਾਨੂੰ ਕਹਿ ਰਿਹਾ, ਸਮਝਾ ਰਿਹਾ, ਇਹਦੇ ਵਿੱਚ ਐਵਰੀ ਪੋਸੀਬਿਲਿਟੀ ਵੀ ਇਹ ਠੀਕ ਹੀ ਹੋਏਗਾ, ਗਲਤ ਨਹੀਂ ਹੈ। ਸੋ ਬਿਲੀਫ ਦੀ ਗੱਲ ਹੈ। ਪਰ ਹੁਣ ਇੱਕ ਰਥਵਾਨ ਹੈ ਔਰ ਇੱਕ ਯੋਧਾ ਹੈ, ਉਹ ਸਾਰੇ ਜਿਹੜੀ ਵਾਰ ਹੋਣ ਵਾਲੀ ਹੈ ਉਹਦੀ ਸਭ ਤੋਂ ਜ਼ਿਆਦਾ ਬਲਵਾਨ ਅਰਜੁਨ ਹੈ। ਔਰ ਰਥਵਾਨ ਜਿਹੜਾ ਹੈ, ਜਿਹਨੂੰ ਅਸੀਂ ਕ੍ਰਿਸ਼ਨ ਕਹਿੰਦੇ ਹਾਂ, ਉਹ ਅਰਜੁਨ ਨੂੰ ਉਪਦੇਸ਼ ਦੇ ਰਿਹਾ। ਅਰਜਨ ਉਹਦੀ ਬੜੀ ਇੱਜ਼ਤ ਕਰਦਾ, ਉਹਨੂੰ ਭਗਵਾਨ ਵੀ ਕਹਿੰਦਾ, ਪਰ ਉਹ ਭਗਵਾਨ ਦੀ ਡੈਫੀਨੇਸ਼ਨ ਕੀ ਵਾਟ ਇਜ਼ ਭਗਵਾਨ ਇਹ ਨਹੀਂ ਉਹਨੂੰ ਪਤਾ। ਉਹਨੂੰ ਪਤਾ ਇਹਨਾਂ ਕੋਲ ਬੜੀਆਂ ਸ਼ਕਤੀਆਂ ਨੇ ਜਾਂ ਡਿਫਰੈਂਟ ਸ਼ਕਤੀਆਂ ਨੇ ਜਾਂ ਡਿਫਰੈਂਟ ਪਰਸਨ ਨੇ, ਪਰ ਐਕਚੁਅਲ ਭਗਵਾਨ ਕੀ ਹੈ ਉਹਨੂੰ ਨਹੀਂ ਪਤਾ। ਨਾ ਤੁਹਾਨੂੰ ਵੀ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ। ਪਰ ਇੱਥੇ ਗੱਲ ਬਣਨ ਵਾਲੀ ਹੈ। ਜਿਸ ਵੇਲੇ ਲਾਰਡ ਕ੍ਰਿਸ਼ਨਾ ਦੀ ਕਹੀ ਹੋਈ ਗੱਲ ਪੂਰੀ ਅਰਜਨ ਦੇ ਅੰਦਰ ਨਵਤੇਜ ਜੀ ਨਹੀਂ ਉਤਰਦੀ ਕਿ ਇੰਨਾ ਵੱਡਾ ਗਿਆਨ, ਜਿਸ ਤਰ੍ਹਾਂ ਮੁਹੰਮਦ ਸਾਹਿਬ ਜਦੋਂ ਆਏ ਗੈਬਰੀਅਲ ਤੋਂ ਸੁਣ ਕੇ, ਮੁਹੰਮਦ ਸਾਹਿਬ ਵਾਸ ਕੰਪਲੀਟਲੀ ਇਲਿਟਰੇਟ, ਅਨਐਜੂਕੇਟਿਡ, ਤੇ ਉਹਨਾਂ ਨੇ ਇਤਨੀ ਮਹਾਨ ਫਿਲਾਸਫੀ ਦੀਆਂ ਗੱਲਾਂ ਆ ਕੇ ਆਪਣੀ ਵਾਈਫ ਖਾਦੀਜਾ ਦੇ ਨਾਲ ਕੀਤੀਆਂ, ਤੇ ਉਹ ਵੀ ਹੈਰਾਨ ਰਹਿ ਗਈ, ਬਵਿਲਡਰਡ ਹੋ ਗਈ, ਇਹ ਕੀ ਹੋ ਰਿਹਾ। ਇਹ ਤੇ ਮੇਰਾ ਇੱਕ EMPLOYEE ਹੈ, ਠੀਕ ਹੈ, ਉਹਨਾਂ ਦਾ ਹਸਬੈਂਡ ਹੈ, ਪਰ ਉਹ EMPLOYEE ਨੇ। ਪਰ ਜੋ ਕੁਛ ਅੱਜ ਉਹਨਾਂ ਨੇ ਗੱਲ ਕਰ ਦਿੱਤੀ ਹੈ, ਇਜ਼ ਹੀ ਰੀਅਲੀ ਮੁਹੰਮਦ ਕਿ ਕੋਈ ਹੋਰ ਬੋਲ ਰਿਹਾ। ਤੋ ਇਸੇ ਤਰ੍ਹਾਂ ਅਰਜਨ ਨਾਲ ਜਦੋਂ ਇੰਝ ਹੋਇਆ, ਤਾਂ ਫਿਰ ਕਹਿੰਦੇ ਨੇ ਕ੍ਰਿਸ਼ਨ ਨੇ ਉਹਨਾਂ ਨੂੰ ਕਿਹਾ, ਜੇ ਤੈਨੂੰ ਨਹੀਂ ਸਮਝ, ਅੱਜ ਮੈਂ ਤੈਨੂੰ ਆਪਣਾ ਵਿਰਾਟ ਰੂਪ ਦਿਖਾਉਂਦਾ। ਆ ਜੋ ਪੜ੍ਹਿਆ ਉਹਨੇ ਵਜ਼ੀਰ ਜੀ ਨੇ, ਹੀ ਇਜ਼ ਅਗਮ, ਅਗਮ, ਅਗਾਧ, ਬਹੁਤ, ਕਿ ਉਹਨੂੰ ਐਕਸਪਲੇਨ ਕਰਨ ਵਾਸਤੇ, ਉਹਨੂੰ ਸਮਝਣ ਵਾਸਤੇ ਅੱਖਾਂ ਵੀ ਹੋਰ ਚਾਹੀਦੀਆਂ, ਇੰਟੈਲੈਕਟ ਵੀ ਹੋਰ ਚਾਹੀਦੇ ਨੇ, ਕੰਨ ਵੀ ਹੋਰ ਚਾਹੀਦੇ ਨੇ। ਫਿਰ ਕਹਿੰਦੇ ਨੇ ਜੋ ਭਗਵਤ ਗੀਤਾ ਵਿੱਚ ਹੈ ਕਿ ਲਾਰਡ ਕ੍ਰਿਸ਼ਨਾ ਨੇ ਆਪਣਾ ਉਹ ਰੂਪ ਬਣਾਇਆ, ਔਰ ਉਹ ਪਹਿਲਾਂ ਤੇ ਉਹਨੇ ਚੀਕਾਂ ਮਾਰੀਆਂ ਅਰਜਨ ਨੇ, ਫਿਰ ਉਹ ਬੇਹੋਸ਼ ਹੋ ਗਿਆ। ਯੂ ਕੁਡਨਟ ਸੀ ਇਟ, ਜਿਹੜਾ ਉਹਨਾਂ ਨੇ ਵਿਰਾਟ ਕਹਿੰਦੇ ਨੇ, ਵਿਰਾਟ ਰੂਪ ਦਿਖਾਇਆ। ਸੋ ਪਰਮਾਤਮਾ ਦਾ ਜਿਹੜਾ ਰੂਪ ਹੈ, ਪਰਮਾਤਮਾ ਦੇ ਜਿਹੜੇ ਗੁਣ ਨੇ, ਉਹ ਅਸੀਂ ਕਦੀ ਸਮਝ ਨਹੀਂ ਸਕਦੇ। ਇਹ ਕਹਿ ਰਹੇ ਨੇ ਗੁਰੂ ਸਾਹਿਬ, ਹੀ ਇਜ਼ ਸੋ ਗ੍ਰੇਟ, so difficult for all of us either to apprehend him, understand him, and then to explain him. So Guru Nanak ne kiha tusi is ਝੰਜਟ ਚ ਨਾ ਪਾਓ, ਤੁਸੀਂ ਬਸ ਕਹਿ ਦਿਓ ਵਾਹਿਗੁਰੂ ਤੂੰ ਅਗਮ ਅਪਾਰ ਹੈ, that is it। ਉਹ ਫਿਰ ਲੱਭਣ ਦੀ ਕੋਸ਼ਿਸ਼ ਨਾ ਕਰੋ ਕੀ ਹੈ, ਕਿਉਂਕਿ ਤੁਹਾਨੂੰ ਲੱਭਣਾ ਕੋਈ ਨਹੀਂ। ਓਕੇ, ਚਲੋ ਨਵਤੇਜ। ਕਾਮ ਕ੍ਰੋਧ ਲੋਭ ਮੋਹ ਨਿਤ ਝਗੜ ਤੇ ਝਗਰਾਇਆ, ਹਰ ਰਾਖ ਰਾਖ ਦੀਨ ਤੇਰੇ, ਹਰ ਸਰਨ ਹਰ ਪ੍ਰਭ ਆਇਆ। ਇੱਥੇ ਹੁਣ ਗੁਰੂ ਜੀ ਕਹਿੰਦੇ ਨੇ ਕਿ ਇੱਕ ਗੱਲ ਇਹ ਵੀ ਹੈ ਕਿ ਹੁਣੀ ਆਪਾਂ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਹੈ, ਅਗਮ ਅਗਾਧ, ਕਿ ਪਾਰਟ ਆਫ ਦਾ ਰੀਜ਼ਨ ਕਿ ਅਸੀਂ ਉਹਨੂੰ ਪਾ ਨਹੀਂ ਸਕਦੇ, ਸਮਝ ਨਹੀਂ ਸਕਦੇ, ਕਿਉਂਕਿ ਸਾਡੇ ਅੰਦਰ ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਉਹਦਾ ਝਗੜਾ ਚੱਲ ਰਿਹਾ, ਤੇ ਉਹਦੇ ਕਰਕੇ ਅਸੀਂ ਵਾਹਿਗੁਰੂ ਨੂੰ ਪਾ ਨਹੀਂ ਸਕਦੇ। ਫਿਰ ਤਾਂ ਹੀ ਫਿਰ ਕਹਿੰਦੇ ਨੇ ਅਗਲੀ ਲਾਈਨ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਬਚਾ ਲਓ, ਮੈਨੂੰ ਰੱਖ ਲਓ ਹੇ ਵਾਹਿਗੁਰੂ, ਕਿ ਮੇਰੀ ਰੱਖਿਆ ਕਰ ਲਓ, ਕਿ ਮੈਂ ਨਿਮਾਣਾ ਹੈ ਆਪ ਜੀ ਦਾ, ਕਿ ਮੈਂ ਆਪਣੀ ਸ਼ਰਨ ਦੇ ਵਿੱਚ ਆ ਗਿਆ ਹਾਂ, ਹੇ ਵਾਹਿਗੁਰੂ, ਕਿ ਮੈਨੂੰ ਬਚਾ ਲਓ, ਕਿ ਮੇਰੀ ਰੱਖਿਆ ਕਰੋ। Will you do it? ਹਾਂਜੀ, ਹਾਮ ਰੱਖ, ਹਾਂਜੀ, ਹਾਮ ਰੱਖ ਦੀਨ
नहीं शरणागति प्रभ पालते हर भगत बचन आया। अच्छा, yeah. हाँ जी, yeah, sorry, yeah. Sagnati param paltai har bhagat bajai naya. अलग अलग वर्ड कर लो। हाँ जी। शरणागति प्रभ पालते हर भगत बचन आया। Naya means now. हाँ जी। Does he protect and preserve who go to your sanctuary? So yeah. पालना मैंने ਤੁਹਾਨੂੰ ਰੱਖਿਆ ਕਰਦੀ ਹੈ, ਪਰਮਾਤਮਾ ਤੁਹਾਡੀ ਰੱਖਿਆ ਕਰਦੇ ਨੇ ਜਿਹੜੀ ਉਹਨਾਂ ਦੀ ਸ਼ਰਨ ਚ ਜਾਂਦੇ ਨੇ। ਸ਼ਰਨਾਗਤੀ ਜਿਹੜੀ ਉਹਨਾਂ ਦੀ ਸ਼ਰਨ ਚ ਗਏ, ਪ੍ਰਭੂ ਪਾਲਤੇ ਵਾਹਿਗੁਰੂ ਉਹਨਾਂ ਨੂੰ ਪਾਲਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ। ਹਰ ਭਗਤ ਵਛਲ ਨਾਇਆ, ਔਰ ਵਛਲ ਮਨੇ ਲਵਰ, ਉਹ ਲਵਰ ਹੈ ਤੁਹਾਡਾ ਜਿਹੜਾ ਪਰਮਾਤਮਾ ਦਾ ਨਾਮ ਹੈ। ਸੋ you are called the lover of your devotees. ਤੂੰ ਪਰਮਾਤਮਾ ਸਾਡਾ ਸਾਰਿਆਂ ਦਾ ਲਵਰ ਹੈ, ਤੂੰ ਸਾਡਾ ਸਾਰਿਆਂ ਦਾ ਪਿਆਰ ਹੈ, ਤੂੰ ਹੀ ਹੈ ਜੋ ਕੁਝ ਹੈ ਸੰਸਾਰ ਵਿੱਚ, ਹੋਰ ਸਾਡੇ ਕੋਲ ਸੰਸਾਰ ਵਿੱਚ ਕੋਈ ਨਹੀਂ ਹੈ। ਬਬਲੀ ਪ੍ਰਹਲਾਦ ਜਨ ਹਰਨਾਕ ਪਕੜਿਆ, ਹਰ ਰਾਖ ਲਿਓ ਤਰਾਇਆ। ਕਿੱਥੇ ਪ੍ਰਹਲਾਦ ਜਨ ਹਰਨਾਕ ਪਕੜਿਆ, ਜਦੋਂ ਇੱਥੇ ਗੁਰੂ ਜੀ ਕਹਿੰਦੇ ਨੇ ਕਿ ਜਦੋਂ ਹਰਨਾਕਸ਼ ਨੇ ਆਪਣੇ ਜਿਹੜਾ ਕੀ ਇੱਥੇ ਉਹਦਾ ਹੱਥ ਪਕੜਿਆ ਤੇ ਤੂੰ ਮੈਨੂੰ ਸੇਵ ਕਰ ਲਿੱਤਾ, ਇਹੀ ਮਤਲਬ ਹੋਏਗਾ। ਹਰਨਾਕਸ਼ ਜਨ ਹਰਨਾਕ ਪਕੜਿਆ, ਹਰ ਰਾਖ ਲਈ ਉਤਰਾਇਆ, ਤੂੰ ਮੈਨੂੰ ਉਤਾਰ ਲਿੱਤਾ ਹੈ। ਪਰਮਜੀਤ ਇਸੇ ਲਾਈਨ ਦਾ ਕਰ ਦੁਬਾਰਾ। ਪ੍ਰਹਲਾਦ ਜਨ ਹਮੇਸ਼ਾ ਕਹਿੰਦੇ ਨੇ ਹੰਬਲ ਵਾਸਤੇ ਹੁੰਦਾ ਜਨ ਵਰਡ। ਹਾਂਜੀ, ਪ੍ਰਹਲਾਦ ਜਨ ਹਰਨਾਕ ਪਕੜਿਆ। ਹਾਂਜੀ, ਜਿਹੜਾ ਨਿਮਰਤਾ ਸਰਵੈਂਟ ਹੋਵੇ, ਉਹ ਜਿੰਨੀ ਚੀਜ਼ਾਂ ਦੇ ਵਿੱਚ ਫਸਿਆ ਨਾ, ਉਹ ਬਾਜ ਜਾਂਦਾ, ਬਿਕੋਜ਼ ਉਹ ਵਾਹਿਗੁਰੂ ਨੂੰ ਸੇਵ ਕਰ ਲੈਂਦਾ ਆ। ਐਂਡ ਹੀ ਤਰਾਇਆ ਦਾ ਕੀ ਮਤਲਬ ਹੋਇਆ? ਰਾਖ ਲਿਓ ਤਰਾਇਆ। And he's carried across. And बिल्कुल and carried across world ocean जो भी कोई है। प्रहलाद जन हरनाक पकड़िया। ਤੁਹਾਨੂੰ ਸਾਰਿਆਂ ਨੂੰ ਪ੍ਰਹਲਾਦ ਦੀ ਸਟੋਰੀ ਆਉਂਦੀ ਹੈ ਕਿ ਹਰਨਾਕਸ਼ ਜਿਹੜਾ ਸੀ ਉਹਦਾ ਫਾਦਰ ਸੀ, ਉਹਨੂੰ ਮਾਰਨਾ ਚਾਹੁੰਦਾ ਸੀ। ਕਿਸ ਤਰ੍ਹਾਂ ਫਿਰ ਨਰਸਿੰਘ ਅਵਤਾਰ ਨੇ ਉਹਨੂੰ ਫੜਿਆ ਔਰ ਉਹਨੂੰ ਪਾੜ ਦਿੱਤਾ ਤੇ ਪ੍ਰਹਲਾਦ ਨੂੰ ਉਹਨੇ ਬਚਾ ਲਿਆ। ਮਹਿੰਦਰ ਹਰ ਛੇਤ ਰੇ ਮਨ महल पावन सब दुख भंजन राया। हर छेत रे मन, ਉਹ ਆਪਣੇ ਮਨ ਨੂੰ ਕਹਿ ਰਿਹਾ ਵੀ ਤੂੰ ਹਰ ਵਕਤ ਉਹਦਾ ਧਿਆਨ ਕਰ। ਮਹਿਲ ਪਾਵਨ ਤੇ ਜਿਨ ਤੈਨੂੰ ਵੱਡੇ ਘਰ ਮਹਿਲ ਪਾ ਵੱਡੇ ਘਰ ਦੁੱਖ ਭੰਜਨ ਰਾਇਆ। ਸਭ ਦੁੱਖ ਭੰਜਨ ਰਾਇਆ, ਜਿਨ ਤੇਰੇ ਸਾਰੇ ਦੁੱਖਾਂ ਨੂੰ ਕੱਟਿਆ, ਤੇਰੇ ਸਾਰੇ ਦੁੱਖ ਕੱਟ ਦਿੱਤੇ। ਹੀ ਇਜ਼ ਦੀ ਡਿਸਟਰੋਇਰ। ਬਿਲਕੁਲ ਠੀਕ ਹੈ ਗੁਰਦੀਪ। ਭਾਉ ਜਨਮ ਮਰਨ ਨਿਵਾਰ ਠਾਕਰ, ਹਰ ਗੁਰਮਤੀ ਪ੍ਰਪਾਇਆ। ਵੀ ਉਹਦੇ ਮਤ ਪਾ ਕੇ ਗੁਰੂ ਦੇ ਸ਼ਬਦ ਦੇ ਰਾਹੀਂ ਆਪਣਾ ਜਿਹੜਾ ਜਨਮ ਮਰਨ ਦਾ ਦੁੱਖ ਆ ਉਹ ਸਾਰਾ ਕੱਟਿਆ ਜਾਂਦਾ ਆ। ਹਰ ਗੁਰਮਤੀ ਪ੍ਰਪਾਇਆ। ਗੁਰਮਤਿ ਵੀ ਗੁਰੂ ਨੇ ਮਤ ਦਿੱਤੀ ਵੀ ਉਹਦੇ ਸ਼ਬਦ ਰਾਹੀਂ ਉਹਦੀ ਆਰਾਧਨਾ ਕਰਕੇ ਬਸ ਦੁੱਖ ਸਾਰੇ ਕੱਟੇ ਜਾਂਦੇ ਆ। ਦਵਿੰਦਰ ਹਰ ਪਤਿਤ ਪਾਵਨ ਨਾਮ ਸੁਆਮੀ, ਬਹੁ ਭਗਤ ਬੰਜਨ ਗਾਇਆ। हर उर धारियो जन नानक नाम समाया। दोनों लाइन। हर पतित पावन, ਉਹ ਪਰਮਾਤਮਾ ਜਿਹੜਾ ਸਭ ਦਾ ਦੁੱਖ ਹਰਦਾ ਆ। ਪਤਿਤ ਪਾਵਨ, ਉਹ ਇਮੈਕੂਲੇਟ ਪਰਮਾਤਮਾ ਜੋ ਸਵਾਮੀ ਹੈ ਸਾਡਾ, ਉਸ ਦਾ ਨਾਮ ਪਾਉ ਭਗਤ ਭੰਜਨ ਗਾਇਆ। ਭਾਉ ਪਿਆਰ ਦੇ ਨਾਲ ਭਗਤ ਨੇ ਉਸ ਪਰਮਾਤਮਾ ਦਾ ਨਾਮ ਗਾਇਆ। ਹਰ ਔਰ ਧਾਰਿਓ। ਹਰ ਪ੍ਰਭੂ ਪਰਮਾਤਮਾ ਹਰ ਔਰ ਧਾਰਿਓ, ਹਿਰਦੇ ਦੇ ਵਿੱਚ ਉਹਦਾ ਨਾਮ ਧਾਰ ਕੇ ਜਨ ਨਾਨਕ ਨਾਮ ਸਮਾਇਆ। ਪਰਮਾਤਮਾ ਨਾਨਕ ਦੇਵ ਜੀ ਕਹਿੰਦੇ ਕਿ ਉਸ ਦਾ ਨਾਮ ਮਨ ਦੇ ਵਿੱਚ ਸਮਾ ਲਓ। ਦੇਖੋ ਜੇ ਤੁਸੀਂ ਇੱਕ ਅੱਖਰ ਵਿੱਚੋਂ ਅੱਖਰ ਛੱਡ ਗਏ ਹੋ ਫਿਰ ਨਹੀਂ ਤਾਂ ਪੂਰਾ ਹੋ ਜਾਣਾ ਸੀ। ਹਰ ਹਾਰ ਨੈਕਲਸ ਤੁਸੀਂ ਜੇ ਪਰਮਾਤਮਾ ਦੇ ਨਾਮ ਦਾ
ਵਾਹਿਗੁਰੂ ਦਾ ਨਾਮ ਵਾਹਿਗੁਰੂ ਵਾਹਿ ਜਿਸ ਤਰ੍ਹਾਂ ਬੀਟਸ ਨਹੀਂ ਹੁੰਦੀਆਂ ਉਹਦੇ ਨਾਮ ਦਾ ਨੈਕਲਸ ਬਣਾ ਕੇ ਆਪਣੇ ਗਲੇ 'ਚ ਪਾ ਲਓਗੇ, ਆਪਣੇ ਹਿਰਦੇ 'ਚ ਵਸਾ ਲਓਗੇ, ਤੇ ਫਿਰ ਜੋ ਤੁਸੀਂ ਕਿਹਾ ਉਹ ਅੱਗੋਂ ਠੀਕ ਹੈ ਕਿ ਜਦ ਨਾਨਕ ਨਾਮ ਸਮਾਇਆ ਤੇ ਪਰਮਾਤਮਾ ਦਾ ਨਾਮ ਤੁਹਾਡੇ ਅੰਦਰ ਸਮਾ ਜਾਏਗਾ, ਤੁਹਾਡੇ ਨਾਮ ਦੇ ਅੰਦਰ ਪਰਮਾਤਮਾ ਚਲਾ ਜਾਏਗਾ। ਸਵਾਲ ਹੈ ਕਿ ਜਦੋਂ ਵੀ ਤੁਸੀਂ ਕੋਈ ਸ਼ਬਦ ਪੜ੍ਹਦੇ ਹੋ, ਸ਼ਬਦ ਦਾ ਅਰਥ ਕਰਦੇ ਹੋ, ਮੈਂ ਦੇਖਿਆ ਮਤਲਬ ਯੂ ਆਲ ਆਰ ਡੂਇੰਗ ਵੈਰੀ ਵੈਲ, ਬਹੁਤ ਤੁਸੀਂ ਮਿਹਨਤ ਨਾਲ ਹਰ ਚੀਜ਼ ਦਾ ਜਵਾਬ ਦਿੰਦੇ ਹੋ, ਪਰ ਕਈ ਵਾਰੀ ਕਿਉਂਕਿ ਤੁਹਾਨੂੰ ਪਤਾ ਵੀ ਗੁਰੂ ਸਾਹਿਬ ਨੇ ਇਹੋ ਹੀ ਕਹਿਣਾ, ਸੋ ਤੁਸੀਂ ਉਹਨੂੰ ਆਪਣੇ ਸ਼ਬਦਾਂ 'ਚ ਕਹਿ ਦਿੰਦੇ ਹੋ ਕਿ ਭਾਵੇਂ ਉਸ ਸ਼ਬਦ ਦੇ ਵਿੱਚ ਉਹਦਾ ਮਤਲਬ ਕੁਝ ਹੋਰ ਹੋਵੇ, ਬਟ ਅਲਟੀਮੇਟਲੀ ਕਿਉਂਕਿ ਜਵਾਬ ਉਹੀ ਹੋਣਾ ਜੋ ਤੁਸੀਂ ਕਿਹਾ। ਜਿਸ ਤਰ੍ਹਾਂ ਹੁਣ ਦਵਿੰਦਰ ਨੇ ਕਿਹਾ ਜਾਂ ਬਾਕੀਆਂ ਨੇ ਜਿਹੜਾ ਟ੍ਰਾਂਸਲੇਸ਼ਨ ਕੀਤੀ ਹੈ, ਪਰ ਜਿਹੜੇ ਵਿੱਚੋਂ ਨਾ ਕੀ ਵਰਡ ਚੁਣ ਲਿਆ ਕਰੋ। ਇੱਥੇ ਉਹਨਾਂ ਨੇ ਕੀ ਵਰਡ ਕਿਹਾ ਕਿ ਤੁਸੀਂ ਪਰਮਾਤਮਾ ਦਾ ਨਾਮ, ਜਿਸ ਤਰ੍ਹਾਂ ਤੁਸੀਂ ਆਪਣੇ ਗਲੇ 'ਚ ਮਾਲਾ ਪਾਉਂਦੇ ਹੋ, ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਇੱਕ ਮਾਲਾ ਪਾ ਲਓ ਜਿਹੜੀ ਹਰ ਵੇਲੇ ਤੁਹਾਡੇ ਕੋਲ ਰਹੇਗੀ, ਜਾਂ ਮਾਲਾ ਇੱਕ ਬੀਟ ਬਣਾ ਕੇ ਵੀ ਮਾਲਾ ਦੇ ਨਾਲ ਉਹਦਾ ਨਾਂ ਜਪਦੇ ਹੋ, ਨਾਮ ਦੀ ਇੱਕ ਮਾਲਾ ਬਣਾ ਲਓ ਤੇ ਹਰ ਵੇਲੇ ਤੁਸੀਂ ਉਹਦਾ ਨਾਂ ਜਪੋ। ਸੋ ਕਈ ਵਾਰੀ ਕਈ ਸ਼ਬਦ ਐਸੇ ਨੇ ਜਿਹੜੇ ਤੁਹਾਨੂੰ, ਜਿਹਨੂੰ ਅਸੀਂ ਕੀ ਵਰਡ ਕਹਿੰਦੇ ਆ, ਜਿਹੜੇ ਤੁਹਾਨੂੰ ਉਸ ਪੂਰੇ ਸ਼ਬਦ ਦਾ ਮਤਲਬ ਸਮਝਾ ਸਕਦੇ ਨੇ। ਵਜ਼ੀਰ ਜੀ, ਸ਼ਬਦ ਨੰਬਰ 2 ਸਾਰੇ ਹੋ ਗਏ ਨਾ? ਪਹਿਲੇ ਐਵਰੀਬਾਡੀ ਹੈਜ਼ ਡਨ ਕੀਤਾ? ਹਾਂਜੀ ਡਨ ਹੋ ਗਿਆ, ਪਹਿਲਾ ਹੋ ਗਿਆ, ਦੂਜਾ ਅੱਛਾ ਚਲੋ। ਮਾਲੀ ਗੌੜਾ ਮਹੱਲਾ ਪੰਜਵਾਂ। ਮਨ ਤਨ ਬਸ ਰਹੇ ਗੋਪਾਲ। ਗੋਪਾਲ ਮੇਰੇ ਮਨ ਤਨ ਦੇ ਵਿੱਚ ਵਸਿਆ ਹੋਇਆ ਹੈ। ਦੀਨ ਬੰਦ ਭਗਤ ਬਛਲ ਸਦਾ ਸਦਾ ਕਿਰਪਾਲ। ਉਹ ਦੀਨਾਂ ਨੂੰ ਤਾਰਨ ਵਾਲਾ, ਭਗਤਾਂ ਨੂੰ ਬਚਾਉਣ ਵਾਲਾ ਭਗਤ ਬਛਲ ਸਦਾ ਸਦਾ ਕਿਰਪਾਲ। ਉਹ ਹਮੇਸ਼ਾ ਕਿਰਪਾਲੂ ਰਹਿੰਦਾ ਹੈ, ਉਹੀ ਮੇਰੇ ਮਨ ਵਿੱਚ ਵਸਿਆ ਹੋਇਆ ਹੈ। पूर्ण रेवा सकल मंडल एक स्वामी सोए। नहीं जी, आद अंत मद है अते तुहि प्रभ बिना नाही कोय। हाँ जी मिंदर हाँ जी, ਆਦ ਅੰਤ ਤੋਂ ਟਾਈਮ ਤੋਂ ਪਹਿਲਾਂ ਵੀ ਸੀ ਤੇ ਹੁਣ ਵੀ ਆ, ਅੰਤ ਮਦ, ਤੇ ਉਹਦੇ ਬਿਨਾ ਹੋਰ ਕੋਈ ਕੀ ਨਿਗਾ। ਉਹ ਟਾਈਮ ਤੋਂ ਪਹਿਲਾਂ ਵੀ ਸੀ ਤੇ ਹੁਣ ਵੀ ਆ ਤੇ ਬਾਅਦ ਵਿੱਚ ਵੀ ਰਹੇਗਾ। ਪਰਮਜੀਤ ਨੈਕਸਟ। He is totally penetrating and pervading all worlds. He is the one and the only one of the universe. ਚਾਰੋਂ ਪਾਸੇ ਉਹੀ ਉਹ ਹੈ, ਇੱਕ ਸਵਾਮੀ ਸੋਈ, ਜਿਹਨੂੰ ਕਹਿੰਦੇ ਸਰਵ ਵਿਆਪਕ ਹੈ। ਉਹ ਇੱਕੋ ਹੀ ਸਵਾਮੀ ਹੈ, ਇੱਕੋ ਹੈ ਬਈ, ਇੱਕੋ ਹੈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸੋ ਇੱਥੇ ਉਹ ਕਹਿ ਰਹੇ ਨੇ ਕਿ ਪੂਰਨ ਰਿਹਾ ਸਕਲ ਮੰਡਲ ਇੱਕ ਸਵਾਮੀ ਸੋਏ। ਚਾਰੋਂ ਪਾਸੇ ਜਾ ਕੇ ਦੇਖ ਲਓ, ਇੱਕੋ ਹੀ ਵਾਹਿਗੁਰੂ ਹੈ। ਗੁਰਜੀਤ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਓ। ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਓ। ਮੇਰੇ ਕਰਨ ਕਹਿੰਦਾ ਤੂੰ ਉਹਦਾ ਨਾਮ ਸੁਣ, ਤੇ ਰਸਨਾ ਜੀਭ ਆਪਣੇ ਉਹਦਾ ਤੁਸੀਂ ਗੁਣ ਗਾਓ, ਨੇਤਰ ਆਪਣਾ ਅੱਖਾਂ ਉਹਦੇ ਦਰਸ਼ਨ ਤੁਸੀਂ ਕਰੋ, ਤਾਂ ਜੀਭ ਉਹਦਾ ਹਰ ਗੁਣ ਗਾਵੋ। ਸਾਰੇ ਬੋਡੀ ਮੈਂ ਉਹਦਾ ਆਰਾਧਨਾ ਕਰਦਾ ਹਾਂ। ਹਾਂਜੀ, ਬਲ ਹਾਰੇ ਜਾਏ ਸਦਾ ਨਾਨਕ ਦੇ ਆਪਣਾ ਨਾਮ। ਤੇ ਮਾਲਕ ਜੀ ਤੁਸੀਂ ਆਪਣੀ ਕਿਰਪਾ ਕਰਕੇ ਆਪਣਾ ਨਾਮ ਦੇਵੋ, ਤੁਹਾਡੇ ਉੱਤੇ ਬਲਿਹਾਰੇ ਜਾਣਾ ਆ। ਬਲ ਇਹ ਹੁਣ ਜਿਹੜਾ ਪੰਜਾਬੀ ਦਾ ਖਾਸ ਵਰਡ ਆ, ਬਲਿਹਾਰੇ ਜਾਣਾ। ਮਾਵਾਂ ਕਹਿੰਦੀਆਂ ਹੁੰਦੀਆਂ ਬੱਚਿਆਂ ਨੂੰ ਆਮ ਤੌਰ ਤੇ, ਮੈਂ ਤੇਰੇ ਤੋਂ ਬੁਲਾਰੇ ਜਾਂਦੀ ਹਾਂ, ਸਦਕੇ ਜਾਂਦੀ ਹਾਂ। ਇਹ ਪਿਆਰ ਦਾ ਹੀ ਵਰਡ ਹੈਗਾ। ਨਾਨਕ is forever a sacrifice to you. Please bless me with your name. ਨਵਤੇਜ, ਨੇਮ ਦਾ ਕੀ ਮਤਲਬ ਹੈ? ਨਾਮ ਜਿੱਦਾਂ ਇੱਕ ਨਾਮ ਇਸ ਤਰ੍ਹਾਂ ਕੋਈ ਜਿੱਦਾਂ ਕੋਈ ਪੁੱਲ ਹੈ ਜਿਹੜਾ ਸਾਨੂੰ ਤੇ ਵਾਹਿਗੁਰੂ ਨੂੰ ਜੋੜਦਾ ਹੈ। ਓਕੇ, ਵਾਹਿਗੁਰੂ ਦਾ ਮਿਲਾਪ ਕਰਾਉਂਦਾ ਸਾਨੂੰ। ਠੀਕ ਹੈ। ਬਬਲੀ ਨੈਕਸਟ ਸ਼ਬਦ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਹ ਕਿਹੜੇ ਪੇਜ ਤੇ ਡਾਕਟਰ ਜੀ? 988। ਇਹ ਭਗਤ ਨਾਮਦੇਵ ਜੀ ਦਾ ਹੈਗਾ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਕਿ ਸਾਰੇ ਜਿਹੜੇ ਰਾਮ ਬੋਲਦੇ ਨੇ ਇੱਕ ਹੀ ਮਿੱਟੀ ਦੇ ਨਾਲ, ਆਪਣੇ ਦਿਲ ਦੇ ਨਾਲ ਮਾਸਟਰ ਦਾ ਨਾਮ ਲੈਂਦੇ ਨੇ। ਰਾਮ ਬਿਨਾ ਕੋ ਬੋਲੇ ਰੇ।
ਤੇ ਕੋਈ ਹੋਰ ਵਾਹਿਗੁਰੂ ਦਾ ਨਾਮ who else speaks other than ਵਾਹਿਗੁਰੂ? ਉਹ ਕਹਿੰਦੇ ਨੇ ਉਲਟਾ ਹੈ ਕਿ ਭਗਤ ਨਾਮਦੇਵ ਇਹ ਕਹਿ ਰਹੇ ਨੇ ਕਿ ਹਰ ਤੇ ਦਿਲ ਵਿੱਚ ਵਾਹਿਗੁਰੂ ਖੁਦ ਹੀ ਬੋਲਦਾ ਹੈ ਤੇ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਨਹੀਂ ਬੋਲਦਾ। ਸਭ ਘਟ ਰਾਮ ਬੋਲੇ ਰਾਮਾ ਬੋਲੇ, ਘਟ ਮਨੇ ਦਿਲ ਹਾਰਟ, ਤੁਹਾਡੀ ਆਤਮਾ ਤੁਹਾਡੇ ਅੰਦਰ परमात्मा ਹੀ ਬੋਲਦਾ ਹੈ। ਔਰ ਰਾਮ ਬਿਨਾ ਕੋ ਬੋਲੇ ਰੇ, ਉਸ ਤੋਂ ਬਿਨਾ ਕੋਈ ਨਹੀਂ ਹੈ ਸੰਸਾਰ ਵਿੱਚ। ਤੇ ਜਦੋਂ ਵੀ ਤੁਹਾਨੂੰ ਕੋਈ ਅੰਦਰੀ ਆਪਣੀ ਕੌਨਸ਼ੀਅਸ ਵਿੱਚ ਆਵਾਜ਼ ਆਉਂਦੀ ਹੈ ਤੇ ਉਹ परमात्मा ਦੀ ਹੀ ਆਵਾਜ਼ ਹੈ। ਆਵਾਜ਼ ਹੈ। ਹਾਂਜੀ ਨਵਤੇਜ, एकल माटी कुंजर चीटी भांजन है वो नाना रे। एक मिनट डॉक्टर मैं ना लभ रहे शब्द मैंने मुझे मिला नहीं। कोई डर नहीं, कोई डर नहीं। दविंदर शब्द है। ਹਾਂਜੀ, एकल माटी ਇੱਕੋ ਹੀ ਮਾਟੀ ਆ ਜਿਹਦੇ ਨਾਲ ਹਾਥੀ ਕੀੜੀ ਤੇ ਜਿਨ੍ਹਾਂ ਨੂੰ ਇੱਕੋ ਹੀ ਮਾਟੀ ਦੇ ਨਾਲ ਬਣਾਇਆ ਜਾਂਦਾ, ਉਸ ਪਰਮਾਤਮਾ ਨੇ ਬਣਾਇਆ। ਭਾਵੇਂ ਉਹ ਕੀੜੀ ਹੈ ਤੇ ਭਾਵੇਂ ਉਹ ਹਾਥੀ ਹੈ, ਹਾਥੀ ਆ, ਕੋਈ ਮਿੱਟੀ ਹੈ ਜਿੰਨੇ ਇੰਨੀ ਕਿਸਮ ਦੀਆਂ ਚੀਜ਼ਾਂ ਪਰਮਾਤਮਾ ਨੇ ਬਣਾਈਆਂ। ਹਾਂਜੀ ਅੱਗੇ ਬੋਲੋ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਜੰਗਮ ਕੀਟ ਕੀੜੀ ਜੋ ਵੀ ਸਭ ਕੁਝ ਬਣਾਇਆ ਰੱਬ ਨੇ, ਹਰ ਇੱਕ ਦੇ ਅੰਦਰ ਪਰਮਾਤਮਾ ਹੀ ਰਹਿੰਦਾ ਹੈ, ਉਹੀ ਸਮਾਇਆ। ਇੱਥੇ ਦੇਖੋ ਉਹਨਾਂ ਨੇ ਭਗਤ ਨਾਮਦੇਵ ਨੇ 2 ਜਾਂ 3 ਚੀਜ਼ਾਂ ਨੂੰ ਡਿਫਰੈਂਸ਼ੀਏਟ ਕੀਤਾ। ਅਸਥਾਵਰ ਇਹ ਉਹਨਾਂ ਨੇ, ਵੈਸੇ ਤੇ ਦਾ ਮਤਲਬ ਹੈ ਦਰਖਤ, ਪਰ ਇਹਦਾ ਮਤਲਬ ਹੈ ਜਿਹੜੀਆਂ ਚੀਜ਼ਾਂ ਆਪਣੀ ਜਗ੍ਹਾ ਤੋਂ ਹਿਲਦੀਆਂ ਨੇ, ਜਿਹੜੀਆਂ ਚੀਜ਼ ਮੂਵ ਨਹੀਂ ਕਰਦੀਆਂ। ਤੇ ਜੰਗਮ ਨਾਲ ਜਿਹੜੀਆਂ ਚੀਜ਼ ਮੂਵ ਕਰਦੀਆਂ, ਸੋ ਸਥਾਈ ਰਹਿਣ ਵਾਲੀਆਂ ਚੀਜ਼ਾਂ, ਮੂਵ ਕਰਨ ਵਾਲੀਆਂ ਚੀਜ਼ਾਂ ਕੀਟ ਪਤੰਗਮ। ਤੇ ਆ ਜਿਹੜੇ ਤੁਸੀਂ ਕੀੜੇ ਮਕੌੜੇ ਜੋ ਵੀ ਕੁਛ ਕਹਿੰਦੇ ਹੋ, ਘਟ ਰਾਮ ਸਮਾਨਾ ਨੇ, ਗੱਲ ਤੇ ਉਹ ਦਿਲ ਦੀਆਂ ਕਰ ਰਹੇ ਨੇ। ਈਚ ਐਂਡ ਐਵਰੀ ਹਾਰਟ परमात्मा is there. That is what most important. जिया जंत सब तुद उपाय, जित जित भाना तित तित लाए, सब किछ कीता तेरा होवे, ना ही किछ असाड़ा जियो। किन्ने जीव जंतु ने बनाते, डिफरेंट ना हो गए। हर एक दी तुसीं बंदर देखो, बायोलॉजिकल उन्हां दा तुसीं उन्हां नूं डाइसेक्ट करके देखो, ਇੱਕੋ ਜਿਹੀਆਂ ਚੀਜ਼ਾਂ ਨੇ ਸਾਰਿਆਂ ਦੇ ਦਿਲ ਤਾਂ ਰੱਖਦੇ ਨੇ। ਇਹੋ ਹੀ ਉਹ ਭਗਤ ਨਾਮਦੇਵ ਇੱਥੇ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਚੱਲ ਪਰਮਜੀਤ ਨੈਕਸਟ। ਏਕਲ ਚਿੰਤਾ ਰਾਖੇ ਅਨੰਤਾ, ਔਰ ਤਾਂ ਜੋ ਸਭ ਯਾਸਾ ਰੇ। ਇੱਕ ਵਾਹਿਗੁਰੂ ਨੂੰ ਯਾਦ ਕਰੋ, ਸਭ ਕੁਝ ਹੋਰ ਭੁੱਲ ਜਾਓ। ਬੈਂਡ ਨੂੰ ਹੈ ਨਾ, ਜੋ ਏਕਲ ਚਿੰਤਾ ਦੀ ਜਗ੍ਹਾ ਚਿੰਤਾ ਹੈ। ਜਿਹੜਾ ਇੱਕ ਹੈ ਨਾ ਉਹਨੂੰ ਯਾਦ ਕਰੋ, ਵਾਹਿਗੁਰੂ ਨੂੰ, the one Lord, and ਔਰ ਤਜੋ ਸਭ ਆਸਾ ਰੇ। ਤਜੋ ਮੈਨੇ ਛੱਡ ਦੇਣਾ ਤੇ ਬਾਕੀ ਜਿਹੜੇ ਹੋਪਸ ਨੇ ਉਹ ਸਾਰੀ ਛੱਡ ਦੋ। ਪ੍ਰਣ ਮੈਂ ਨਾਮਾ ਭੈ ਨੇ ਕਾਮਾ, ਕੋ ਠਾਕਰ ਕੋ ਦਾਸਾ ਰੇ। ਪ੍ਰਣ ਨੇ ਮੈਨੇ ਅਰਦਾਸ ਕਰਨੀ, ਜਿਹੜੀ ਮੈਂ ਸ਼ੁਰੂ ਚ ਕਹਿ ਚੁੱਕਾ। ਉਹ ਨਾਮ ਤੇ ਅਰਦਾਸ ਕਰਦਾ, ਕੀ ਕਹਿੰਦਾ? ਭੈ ਨੇ ਕਾਮਾ, ਆਪਣੇ ਆਪ ਨੂੰ ਡਿਟੈਚ ਕਰ ਲਓ, ਕਰ ਲਓ। ਪਰਮਾਤਮਾ ਦੇ ਵਾਸਤੇ ਟਾਈਮ ਕੱਢੋ, ਪਰਮਾਤਮਾ ਦੇ ਵਾਸਤੇ ਵਕਤ ਕੱਢੋ, ਜਿਹੜਾ ਕਿ ਤੁਹਾਡੇ ਸਾਰਿਆਂ ਦਾ ਮਾਲਕ ਹੈ ਔਰ ਤੁਸੀਂ ਉਹਦੇ ਸਲੇਵ ਹੋ। ਸੋ ਪਲੀਜ਼ ਇਹੀ ਉਹ ਕਹਿ ਰਿਹਾ ਇੱਥੇ ਨਾਮਦੇਵ, ਭਾਵੇਂ ਕੀੜੀ ਕਹਿ ਲਓ, ਭਾਵੇਂ ਹਾਥੀ ਕਹਿ ਲਓ, ਦਰਖਤ ਕਹਿ ਲਓ, ਦਰਿਆ ਕਹਿ ਲਓ, ਪਹਾੜ ਕਹਿ ਲਓ, ਸਭ ਦੇ ਵਿੱਚ ਹੀ ਉਸ ਅਕਾਲ ਪੁਰਖ ਦਾ ਵਾਸਾ। ਸਾਰਿਆਂ ਦੇ ਦਿਲ ਵਿੱਚ ਹੀ ਪਰਮਾਤਮਾ ਧੜਕਦਾ ਔਰ ਸਾਰਿਆਂ ਦੇ ਦਿਲ ਵਿੱਚ ਹੀ ਪਰਮਾਤਮਾ ਰਹਿੰਦਾ। ਸਾਡੇ ਕੋਲ 6-7 ਮਿੰਟ ਹੈਗੇ ਨੇ, ਸੋ ਅਸੀਂ ਹਿਸਟਰੀ ਦਾ ਇੱਕ ਪੇਜ ਕਰ ਲਈਏ, ਇੱਕ ਚੈਪਟਰ ਕਰ ਲਈਏ, ਐਜ਼ ਵੀ ਅਗਰੀਡ ਲਾਸਟ ਟਾਈਮ। ਇੱਥੇ ਵੀ ਸਾਡਾ ਜਿਹੜਾ ਸਟਾਰਟ ਹੈ ਉਹ ਨਾਰਮਲੀ ਨਵਤੇਜ ਦਿੰਦਾ ਹੁੰਦਾ। ਨਵਤੇਜ, ਮੁਗਲ ਸਾਰੇ ਮੁਗਲ ਰਾਜਿਆਂ ਦੇ ਨਾਮ ਬੋਲ ਦਿਓ ਫਟਾਫਟ। ਬਾਬਰ, ਅਕਬਰ, ਹੁਮਾਯੂੰ। ਬਾਬਰ, ਅਕਬਰ, नो, हुमायूं, अकबर, फिर अपने जहांगीर, शाहजहां ते औरंगजेब। ठीक है। ਹੁਣ ਇਹਨੇ ਮੈਂ ਕਿਸੇ ਨੂੰ ਕਹਾਂਗਾ ਤੁਸੀਂ 10 ਗੁਰੂਆਂ ਦੇ ਨਾਮ ਬੋਲਦੇ ਹੋ, ਕਿਉਂਕਿ ਉਹ ਤੁਹਾਨੂੰ ਆਉਂਦੇ ਨੇ।
ਸੋ 10 ਗੁਰੂਆਂ ਦਾ ਟਾਈਮ ਤੇ ਆ ਜਿਹੜੇ ਨੇ 4 ਜਾਂ 5 ਮੁਗਲਾਂ ਦੇ ਨਾਂ ਲਏ ਨੇ। ਬਾਬਰ 1, ਹਮਾਯੂੰ 2, ਅਕਬਰ 3, ਜਹਾਂਗੀਰ 4, ਸ਼ਾਹਜਹਾਨ 5, ਔਰੰਗਜ਼ੇਬ 6 ਤੇ ਬਹਾਦਰ ਸ਼ਾਹ ਕਹਿ ਲਓ 7, ਫਰੂਕ ਸ਼ਾਹ ਨੂੰ ਗਿਣਨਾ ਤੇ ਗਿਣਨਾ ਨਹੀਂ ਗਿਣਨਾ ਤਾਂ ਨਾ ਸੀ। ਇਹ 7 ਮੁਗਲ ਤੇ 10 ਗੁਰੂ ਸਾਹਿਬਾਨ। ਇਟ ਇਜ਼ ਦੀ ਸੇਮ ਪੀਰੀਅਡ। ਜਿਸ ਵੇਲੇ ਔਰੰਗਜ਼ੇਬ ਦੀ ਡੈਥ ਹੋ ਗਈ ਤੇ ਔਰੰਗਜ਼ੇਬ ਨੇ, ਤੁਹਾਨੂੰ ਪਤਾ ਹੀ ਹੈ ਕਿਹੜੇ ਕਿਹੜੇ ਗੁਰੂ ਸਾਹਿਬ ਦੇ ਵੇਲੇ ਔਰੰਗਜ਼ੇਬ ਸੀ, ਕੋਈ ਦੱਸ ਸਕਦਾ ਤੁਹਾਡੇ ਤੋਂ? ਦਵਿੰਦਰ? ਗੁਰੂ ਹਰ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ। ਓਕੇ, ਕਿਹੜੇ ਕਿਹੜੇ ਵਕਤ ਅਕਬਰ ਸੀ ਬਬਲੀ? ਗੁਰੂ ਅਰਜਨ ਦੇਵ ਜੀ ਦੇ ਟਾਈਮ। ਹਾਂਜੀ ਤੇ ਚੌਥੇ ਨੂੰ ਹਾਂਜੀ, ਗੁਰੂ ਰਾਮਦਾਸ ਜੀ ਦੇ ਐਂਡ ਗੁਰੂ ਅਮਰਦਾਸ ਜੀ। ਬੋਲੀ ਜਾ, ਹਾਂਜੀ, ਤੁਸੀਂ ਬੋਲੀ ਜਾਓ। ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ। ਗੁਰੂ ਅੰਗਦ ਦੇ ਵੇਲੇ ਨਹੀਂ ਸੀ ਉਹ? ਨਹੀਂ ਸੀਗੇ। ਅੱਛਾ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਜੀ। ਨਾ, ਗੁਰੂ ਹਰਗੋਬਿੰਦ ਵੇਲੇ ਵੀ ਨਹੀਂ ਸੀ। ਬਸ 3 ਗੁਰੂਆਂ ਦੇ ਨਾਮ ਸੀ ਉਹ। ਅਕਬਰ ਸੀ, ਅਕਬਰ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ। ਗੁਰੂ ਗੁਰਦੀਪ, ਗੁਰੂ ਅੰਗਦ ਦੇਵ ਜੀ ਦੇ ਵੇਲੇ ਕਿਹੜਾ ਮੁਗਲ ਸੀ? ਹਮਾਯੂੰ। ਹਮਾਯੂੰ। ਬਾਬਰ, ਹਮਾਯੂੰ ਤੇ ਅਕਬਰ। ਇਦੋਂ ਤੱਕ ਕੋਈ ਇਤਿਹਾਸ ਵਿੱਚ ਐਸਾ ਨਹੀਂ ਮਿਲਦਾ ਕਿ ਇਹਨਾਂ ਦੇ ਵਕਤ ਕੋਈ ਅੰਡਰਗਰਾਉਂਡ ਜਾਂ ਜਬਰਨ ਕਨਵਰਸ਼ਨ ਹੋਈ ਹੋਵੇ ਜਾਂ ਕੋਈ ਹਿੰਦੂ ਮੰਦਰ ਢਾਏ ਹੋਣ। ਲੇਕਿਨ ਇਹ ਸੀ ਕਿ ਤੀਰਥਾਂ ਤੇ ਜਾਣ ਦੀ ਤਾਂ ਮਨਾਹੀ ਸੀ। ਤੀਰਥਾਂ ਤੇ ਜਾਣ ਤੇ ਟੈਕਸ ਲੱਗਦਾ ਸੀ ਜਹਾਂਗੀਰ ਦੇ ਵੇਲੇ ਤੋਂ। ਮਹਿੰਦਰ, ਗੁਰੂ ਅਰਜਨ ਦੇਵ ਜੀ ਦੀ ਜਿਹੜਾ ਜੋਤੀ ਜੋਤ ਸਮਾਣਾ, ਉਹ ਕਿਹੜੇ ਗੁਰੂ ਦੇ ਵੇਲੇ ਆ, ਕਿਹੜੇ ਮੁਗਲ ਦੇ ਵੇਲੇ ਆ? ਉਹ ਹੈਗਾ ਜੀ ਗੁਰੂ ਜਹਾਂਗੀਰ ਬਾਦਸ਼ਾਹ। ਪਰਮਜੀਤ, ਗੁਰੂ ਤੇਗ ਬਹਾਦਰ ਜੀ ਦਾ ਜੋਤੀ ਜੋਤ ਸਮਾਣਾ ਕਿਹੜਾ ਮੁਗਲ ਸੀ? ਔਰੰਗਜ਼ੇਬ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਨਵਤੇਜ ਕੌਣ ਸੀ? ਔਰੰਗਜ਼ੇਬ। ਔਰੰਗਜ਼ੇਬ। ਔਰੰਗਜ਼ੇਬ ਦੀ ਡੈਥ ਤੋਂ ਬਾਅਦ, ਜਿਸ ਤਰ੍ਹਾਂ ਅਸੀਂ ਕਿਹਾ ਬਹਾਦਰ ਸ਼ਾਹ ਸੀ, ਚਲੋ ਉਹਨੂੰ ਵੀ ਛੱਡ ਦਿਓ। ਇਸ ਕਰਕੇ ਪੜ੍ਹਦੇ ਹਾਂ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਨਾਲ ਥੋੜਾ ਫਰੈਂਡਲੀ ਸੀ। ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਗਏ ਨੇ, ਦੱਖਣ ਵੱਲ, ਉੱਥੇ ਜਿੱਥੇ ਉਹ ਜੋਤੀ ਜੋਤ ਸਮਾਏ ਨੇ। ਉਹਦੇ ਬਾਅਦ ਮੁਗਲ ਤਕਰੀਬਨ ਰਾਜ ਖਤਮ ਹੋ ਗਿਆ। ਲਾਸਟ ਕਿਹੜਾ ਰਾਜਾ ਸੀ ਮੁਗਲ ਰਾਜਾ ਬਾਅਦ ਐਮਪਰਰ ਜਿਹੜਾ ਅੰਗਰੇਜ਼ਾਂ ਤੱਕ ਰਿਹਾ? ਬਹਾਦਰ ਸ਼ਾਹ ਨਹੀਂ, ਜਿਹੜਾ ਇੰਪੋਰਟੈਂਟ ਹੈ, ਜਿਹੜਾ ਬਹੁਤ ਸਾਲ ਜਿਹਨੇ ਰਾਜ ਕੀਤਾ? ਬਹਾਦਰ ਸ਼ਾਹ ਜ਼ਫਰ। ਹਾਂਜੀ, ਬਹਾਦਰ ਸ਼ਾਹ ਜ਼ਫਰ। ਉਹ ਤੇ ਲਾਸਟ ਸੀ ਨਾ, ਇਹਨੇ ਬਹੁਤ ਸਾਲ ਰਾਜ ਕੀਤਾ। ਪਰਮਜੀਤ? ਇਸੇ ਅਹਿਮਦ ਸ਼ਾਹ ਅਬਦਾਲੀ। ਨਹੀਂ, ਮੁਹੰਮਦ ਸ਼ਾਹ ਰੰਗੀਲਾ। ਮੁਹੰਮਦ ਸ਼ਾਹ ਰੰਗੀਲਾ ਜਿਹਨੇ ਮੇਰੇ ਖਿਆਲ 30 ਸਾਲ ਰਾਜ ਕੀਤਾ। ਉਹ ਚੂੰਕਿ ਉਹਦਾ ਨਾਂ ਤਾਂ ਇਤਿਹਾਸ ਪਤਾ ਨਹੀਂ ਹੁੰਦਾ, ਸਾਰੀਆਂ ਜਿਹੜੀਆਂ ਸਟੇਟਸ ਹਨ they declared themselves independent including ਪੰਜਾਬ। ਉਹ ਸਿਰਫ ਸ਼ਰਾਬ ਪੀਂਦਾ ਸੀ ਤੇ ਕੰਜਰੀਆਂ ਨਚਾਉਂਦਾ ਸੀ। ਬਟ ਹੀ ਵਾਸ ਇਨ ਦਿੱਲੀ ਤੇ ਉਹਦਾ ਕਬਜ਼ਾ ਸੀ। ਮੁਹੰਮਦ ਸ਼ਾਹ ਰੰਗੀਲਾ, ਰੰਗੀਲਾ ਮੀਨਸ ਡਿਬੌਚ, ਪਰ ਉਹਨੂੰ ਕਹਿੰਦੇ ਸਨ ਨਾ ਉਹਦਾ ਮੁਹੰਮਦ ਸ਼ਾਹ ਸੀ। ਜਿਸ ਵੇਲੇ ਸਟੇਟਸ ਦੇ ਕੋਲ, ਜਿਸ ਤਰ੍ਹਾਂ ਤੁਸੀਂ ਅੱਜ ਦੇਖੋ ਆਈ ਐਮ ਨਾਟ ਅ ਪੋਲੀਟੀਸ਼ੀਅਨ, ਪਰ ਮੈਂ ਅੱਜ ਦੇਖੋ, ਜੇ ਤੁਸੀਂ ਟੀਵੀ ਦੇਖਦੇ ਹੋ ਜੋ ਬੰਗਾਲ ਵਿੱਚ ਹੋ ਰਿਹਾ, ਅਗਰ ਕਿਸਾਨਾਂ ਦਾ ਜੋ ਵੀ ਕੁਝ ਪ੍ਰੋਟੈਸਟ ਹੋ ਰਿਹਾ ਜੇ ਵਾਇਲੈਂਟ ਹੋ ਜਾਏ, ਜੋ ਪੰਜਾਬ ਵਿੱਚ ਹੋਏਗਾ ਜਾਂ ਜੋ ਉੜੀਸਾ ਜਾਂ ਅਸਾਮ ਵਿੱਚ ਹੋਏਗਾ, ਇਹ ਜਦੋਂ ਸੈਂਟਰ ਬਹੁਤ ਜ਼ੁਲਮ ਕਰਦਾ ਹੈ ਤਾਂ ਫਿਰ ਸਟੇਟਸ ਜਿਹੜੀਆਂ ਆਪਣਾ ਸਿਰ ਚੁੱਕ ਲੈਂਦੀਆਂ। ਈਵਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਔਰੰਗਜ਼ੇਬ ਨੇ ਮਿਲਣਾ ਸੀ ਤੇ ਉਹ ਸਾਊਥ ਗਿਆ ਹੋਇਆ ਸੀ, ਉੱਥੇ ਰਿਵੋਲਟ ਹੋਇਆ ਸੀ। ਸੋ ਇਹ ਤੇ ਦੁਨੀਆ ਦਾ ਚੱਕਰ ਇੰਝ ਹੀ ਰਿਹਾ, ਕੋਈ ਨਾ ਕੋਈ ਸਟੇਟ ਰਿਵੋਲਟ ਕਰਦੀ ਹੈ। ਪਿਛਲੇ ਵੀਕ ਅਸੀਂ ਪੜ੍ਹਿਆ ਸੀ
ਪਹਿਲਾ ਇੰਪੋਰਟੈਂਟ ਗਵਰਨਰ ਸੀ ਅਬੂ ਸਾਮਦ। ਉਹਦੇ ਵੇਲੇ ਕੁਝ ਜੋ ਚਾਰ ਜਿਹੜੀਆਂ ਚੀਜ਼ਾਂ ਹੋਈਆਂ, ਕਿਉਂਕਿ ਉਦੋਂ ਨਵੇਂ ਬੰਦਾ ਬਾਤ ਦੀ ਡੈਥ ਹੋਈ ਸੀ। ਕੁਝ ਲੋਕ ਬੰਦੇ ਦੇ ਫੌਰ ਸਨ, ਕੁਝ ਬੰਦੇ ਦੇ ਅਗੇਂਸਟ ਸਨ। ਤੋ ਬੰਦਾ ਹੀ ਖਾਲਸਾ ਤੇ ਤਤ ਖਾਲਸਾ ਬਣ ਗਏ ਸਨ, ਜਿਹਦੀ ਮਾਤਾ ਸੁੰਦਰੀ ਨੇ ਸੁਲਾਹ ਕਰਾਈ ਸੀ। ਹੁਣ ਸੈਕਿੰਡ ਅੱਜ ਅਸੀਂ ਪੜਾਂਗੇ, ਉਹਦਾ ਨਾਮ ਹੈ ਜ਼ਕਰੀਆ ਖਾਨ। ਜ਼ੈਡ ਤੋਂ ਯਾਦ ਕਰ ਲਓ, ਸਿੱਧਾ ਹੀ ਏ ਤੋਂ ਅਬੂ ਸਾਮਦ ਤੇ ਏ ਤੋਂ ਸ਼ੁਰੂ ਹੁੰਦਾ, ਉਹਦੇ ਬਾਅਦ ਸਿੱਧਾ ਤੁਸੀਂ ਜ਼ੈਡ ਤੇ ਚਲੇ ਜਾਓ। ਜ਼ਕਰੀਆ ਖਾਨ, ਇਹਦੀ ਹਕੂਮਤ 10 ਸਾਲ ਰਹੀ ਹੈ। ਇਹਦੇ ਹਕੂਮਤ ਵਿੱਚ ਵੀ ਜਿਹੜੀ ਤੁਸੀਂ ਮੇਨ ਚੀਜ਼ਾਂ ਸਮਝ ਰਹੇ ਆ ਉਹ ਇਹ ਨੇ ਕਿ ਇਹਨੇ ਵੀ ਸਿੱਖਾਂ ਤੇ ਬੜਾ ਜ਼ੁਲਮ ਕੀਤਾ। ਸਿੱਖ ਜੰਗਲਾਂ ਵਿੱਚ ਚਲੇ ਗਏ ਨੇ। ਇਹ ਉਹਨਾਂ ਨੂੰ ਲੱਭ ਕੇ ਮਾਰਦਾ ਸੀ ਕਿ ਕਿਹੜੀ ਉਹਨਾਂ ਦੀ ਹਾਈਡ ਆਊਟ ਹੈ। ਉਹ ਫਿਰ ਹੋਰ ਸੰਘਣੇ ਜੰਗਲਾਂ ਵਿੱਚ ਚਲੇ ਜਾਂਦੇ ਸਨ ਆਪਣੇ ਆਪ ਨੂੰ ਬਚਾਉਣ ਲਈ। ਪਰ ਕਿਤੇ ਨਾ ਕਿਤੇ ਕਦੀ ਨਾ ਕਦੀ ਤੁਹਾਨੂੰ ਪਤਾ ਜ਼ਾਲਮ ਦੇ ਵਿੱਚ ਵੀ ਦਿਲ ਵਿੱਚ ਆ ਜਾਂਦਾ ਕਿ ਕਿੰਨਾ ਕੋ ਮੈਂ ਜ਼ੁਲਮ ਕਰਾਂਗਾ। ਉਹਨੇ ਵੀ ਕਦੀ ਸੋਚਿਆ ਚਲੋ ਸਿੱਖਾਂ ਦੇ ਨਾਲ ਸੁਲਾਹ ਕਰ ਲਓ, ਕਿਉਂਕਿ ਵਿੱਚ ਕੋਈ ਨਾ ਕੋਈ ਬੰਦਾ ਹੁੰਦਾ ਜ਼ਰੂਰ ਜਿਹੜਾ ਸੁਲਾਹ ਕਰਾਉਣਾ ਚਾਹੁੰਦਾ ਜਾਂ ਬਖੇੜਾ ਪਾਉਣਾ ਚਾਹੁੰਦਾ। ਦੋਨੋਂ ਕਿਸਮ ਦੇ ਬੰਦੇ ਹੁੰਦੇ ਨੇ। ਸੋ ਦੇਰ ਆਰ ਪੀਪਲ ਜਿਹੜੇ ਫਿਰ ਜ਼ਕਰੀਆ ਖਾਨ ਦਾ ਸੁਨੇਹਾ ਲੈ ਕੇ ਸਿੱਖਾਂ ਕੋਲ ਆਏ ਕਿ ਉਹ ਤੁਹਾਨੂੰ ਕੁਝ ਪਿੰਡ ਦੇ ਦੇਗਾ, ਤੁਸੀਂ ਸਿਰਫ ਉਹਨਾਂ ਪਿੰਡਾਂ ਦਾ ਰੈਵਨਿਊ। ਕਿਉਂਕਿ ਹੁੰਦਾ ਕੀ ਸੀ, ਸਿੱਖ ਜੰਗਲਾਂ ਵਿੱਚ ਰਹਿੰਦੇ ਸਨ, ਰੋਟੀ ਕਿੱਥੋਂ ਖਾਣਗੇ, ਪੈਸਾ ਕਿੱਥੋਂ ਆਏਗਾ? ਕੋਈ ਨਾ ਕੋਈ ਪਿੰਡ ਦੇ ਲੁੱਟਦੇ ਹੋਣਗੇ। ਔਰ ਜੇ ਤੁਸੀਂ ਲੁੱਟੋਗੇ ਤੇ ਗੌਰਮੈਂਟ ਦੀਆਂ ਅੱਖਾਂ ਜਾਓਗੇ, ਫਿਰ ਜਾ ਕੇ ਤੁਸੀਂ ਲੁਕ ਜਾਓਗੇ। ਸੋ ਉਹਨੇ ਕਿਹਾ, ਪਰ ਕਿਉਂਕਿ ਉਹ ਗੌਰਮੈਂਟ ਦੇ ਕਾਬੂ ਨਹੀਂ ਸੀ ਹੁੰਦੇ, ਕਿ ਮੈਂ ਤੁਹਾਨੂੰ ਖੁਦ ਹੀ ਕੁਝ ਪਿੰਡ ਦੇ ਦੇਣਾ, ਉਹ ਪਿੰਡਾਂ ਦਾ ਤੁਸੀਂ ਰੈਵਨਿਊ ਰੱਖੋ। ਮੈਂ ਤੁਹਾਨੂੰ ਕੁਝ ਜਿਸ ਤਰ੍ਹਾਂ ਗੌਰਮੈਂਟ ਦਿੰਦੀ ਹੈ ਪਦਮ ਸ਼੍ਰੀ ਵਗੈਰਾ, ਮੈਂ ਤੁਹਾਨੂੰ ਨਵਾਬੀਆਂ ਵੀ ਦੇ ਦੇਣਾ। ਔਰ ਫਿਰ ਤੁਸੀਂ ਸਾਡੇ ਨਾਲ ਬਹੁਤਾ ਪੰਗਾ ਨਾ ਲਓ, ਸਾਡੇ ਨਾਲ ਸਾਡੀ ਹਕੂਮਤ ਨੂੰ ਡਿਸਟਰਬ ਨਾ ਕਰੋ। ਸਿੱਖਾਂ ਨੇ ਕਿਹਾ ਠੀਕ ਹੈ, ਮੰਨ ਲਿਆ। ਉਹਨਾਂ ਨੇ ਇੱਕ ਉਸ ਵੇਲੇ ਦਾ ਜਿਹੜਾ ਟਾਈਟਲ ਸੀ ਨਵਾਬ, ਉਹਨਾਂ ਨੇ ਇੱਕ ਨਵਾਬੀ ਭੇਜੀ। ਫਿਰ ਤੁਹਾਨੂੰ ਪਤਾ ਹੀ ਹੈ ਕਪੂਰ ਸਿੰਘ ਨੂੰ ਨਵਾਬੀ ਮਿਲੀ, ਇਹਦਾ ਨਾਮ ਬਹੁਤ ਵੱਡਾ ਹੋਇਆ। ਫਿਰ ਨਵਾਬ ਕਪੂਰ ਸਿੰਘ ਬੜਾ ਵੱਡਾ ਯੋਧਾ ਸੀ। ਭਾਈ ਤੁਸੀਂ ਅਗਰ ਪੂਰਾ ਇਤਿਹਾਸ ਦੇਖੋਗੇ, ਬੰਦਾ ਬਹਾਦਰ ਤੋਂ ਬਾਅਦ ਤੁਹਾਡਾ ਕੋਈ ਲੀਡਰ ਹੋਇਆ ਨਹੀਂ। ਹੁਣ ਇਹਨਾਂ ਦਾ ਨਾਂ ਜਿਹੜਾ ਆਉਂਦਾ ਕਪੂਰ ਸਿੰਘ ਦਾ, ਜਿਹਨੂੰ ਨਵਾਬ ਕਪੂਰ ਸਿੰਘ ਦਾ, ਉਹ ਤੁਹਾਡਾ ਇੱਕ ਲੀਡਰ ਬਣ ਕੇ ਉਭਰੇਗਾ। ਕਦੀ ਇਹਨਾਂ ਸਰਦਾਰਾਂ ਦੀਆਂ ਸ਼ਕਲਾਂ ਦੇਖੋ ਨਾ, ਤੁਸੀਂ ਡਰੀ ਜਾਂਦੇ। ਜਿਹੜੀ ਇਹਨਾਂ ਦੀ ਢੀਲ ਡੋਲ ਸੀ ਨਾ, ਔਰ ਜਿਹੜਾ ਜ਼ਰਾ ਬਖਤਰ ਪਾਇਆ ਹੋਵੇ, ਹੱਥ 'ਚ ਖੰਡਾ ਫੜਿਆ ਹੋਵੇ, ਤੁਹਾਨੂੰ ਉਂਝ ਦੇਖ ਕੇ ਡਰ ਲੱਗਦਾ ਸੀ। ਜਿਹੜੀਆਂ ਇਹਨਾਂ ਸਰਦਾਰਾਂ ਦੀਆਂ ਉਸ ਵੇਲੇ ਸਰਦਾਰਾਂ ਦੀਆਂ ਪਰਸਨੈਲਿਟੀ ਸਨ। ਹਰੀ ਸਿੰਘ ਨਲਵਾ ਦੇਖੋ, ਇਹਨਾਂ ਦੀਆਂ ਫੋਟੋ ਜੋ ਵੀ ਸੋਭਾ ਸਿੰਘ ਨੇ ਬਣਾਈਆਂ ਜਾਂ ਓਰੀਜਨਲ ਨੇ ਇਹ ਨਹੀਂ ਮੈਨੂੰ ਪਤਾ, ਬਟ they were very very great ਸ਼ੋਧਾਸ, fearless ਸਰਦਾਰ ਸਨ ਉਹ। ਥੋੜੀ ਦੇਰ ਇਹ ਐਗਰੀਮੈਂਟ ਚੱਲਿਆ। ਫਿਰ ਜ਼ਕਰੀਆ ਖਾਨ ਨੇ ਇੱਕ ਐਗਰੀਮੈਂਟ ਹੋਰ ਭੇਜਿਆ ਕਿ ਤੁਹਾਡੇ ਚੋਂ ਕੁਝ ਬੰਦੇ ਸਾਡੀ ਫੌਜ 'ਚ ਭਰਤੀ ਹੋਣ, ਮੁਗਲ ਫੌਜ 'ਚ ਭਰਤੀ ਹੋਣ। ਇਹ ਸਰਦਾਰਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇਹ ਤੇ ਬਿਲਕੁਲ ਹੋ ਹੀ ਨਹੀਂ ਸਕਦਾ ਕਿ ਅਸੀਂ ਤੇਰੀ ਫੌਜ 'ਚ ਭਰਤੀ ਹੋਈਏ। ਸੋ ਉਹਨਾਂ ਨੇ ਉਹਦੀ ਇਹ ਸ਼ਰਤ ਠੁਕਰਾਤਾ। ਇਹ ਉਹ ਵਕਤ ਪੀਰੀਅਡ ਹੈ ਜਦੋਂ 1739 ਵਿੱਚ ਜਿਹੜਾ ਹੁਣੇ ਕੌਣ ਬੋਲ ਰਿਹਾ ਸੀ ਇੱਥੇ, ਮਹਿਮਦ ਸ਼ਾਹ ਅਬਦਾਲੀ, ਇਹ ਹਾਲੀ ਬਹੁਤ ਦੂਰ ਹੈ ਮਹਿਮਦ ਸ਼ਾਹ ਅਬਦਾਲੀ। ਇਸੇ ਵਕਤ ਵਿੱਚ 1739 ਦੇ ਵਿੱਚ ਉਹ ਆਇਆ ਤੁਹਾਡਾ ਈਰਾਨ ਤੋਂ। ਅਬਦਾਲੀ, ਮਹਿਮਦ ਸ਼ਾਹ ਅਬਦਾਲੀ ਨਹੀਂ, ਨਾਦਰ ਸ਼ਾਹ ਆਇਆ 1739 ਚ, ਤੇ 1740 ਵਿੱਚ ਹਰਮੰਦਰ ਸਾਹਿਬ ਤੇ ਕਬਜ਼ਾ ਕੀਤਾ, ਜਿੱਥੇ ਉਹਨੇ ਨੰਗੀਆਂ ਨਚਾਈਆਂ। ਸੋ ਦੈਟ ਇਜ਼, ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਮੱਸਾ ਰੰਗੜ, ਇਹ ਸਾਰੀ ਯਾਦ ਰੱਖੋ, ਇਹ ਜ਼ਕਰੀਆ ਖਾਨ ਦੇ ਵੇਲੇ ਹੈ। ਜਿਹੜੀਆਂ ਚੀਜ਼ਾਂ ਤੁਹਾਨੂੰ 3-4 ਯਾਦ ਰੱਖਣ ਦੀ ਲੋੜ ਹੈ। 1739 ਅਟੈਕ ਆਫ ਨਾਦਰ ਸ਼ਾਹ, ਉਹਦੇ ਨਾਲ ਸਿੱਖਾਂ ਦਾ ਬਹੁਤਾ ਤਾਲੁਕ ਨਹੀਂ ਹੈ। ਉਹ ਅਟੈਕ ਤੇ ਜ਼ਕਰੀਆ ਖਾਨ ਦੇ ਉੱਤੇ ਹੀ ਹੋਇਆ, ਜਿਹੜਾ ਪੰਜਾਬ ਦਾ ਗਵਰਨਰ ਸੀ। ਉਹ ਦਿੱਲੀ ਤੱਕ ਆਇਆ, ਮੁਹੰਮਦ ਸ਼ਾਹ ਰੰਗੀਲਾ ਵੀ ਲੇਟ ਗਿਆ ਉਹਦੇ ਅੱਗੇ। ਉਹਨੇ ਤੁਹਾਨੂੰ ਮੈਂ ਦੱਸਿਆ ਸੀ ਨਾ, ਜੇ ਤੁਹਾਨੂੰ ਪਤਾ ਨਹੀਂ ਕਿੰਨਾ ਕੋਈ ਯਾਦ ਰਹਿੰਦਾ ਚੀਜ਼ਾਂ, ਕਿ ਨਾਦਰ ਸ਼ਾਹ ਦਾ
ਕਿਸੇ ਸਿਪਾਹੀ ਨੂੰ ਐਸਾ ਨਾ ਮੁਗਲ ਹੀ ਸਨ ਨਾ, ਮੁਗਲਾਂ ਨੇ ਮਾਰਤਾ। ਇਹ ਜਿਸ ਵੇਲੇ ਖਬਰ ਨਾਦਰ ਸ਼ਾਹ ਨੂੰ ਪਹੁੰਚੀ ਤੇ ਕਹਿੰਦੇ ਨੇ ਨਾਦਰ ਸ਼ਾਹ ਨੇ ਆਪਣੀ ਤਲਵਾਰ ਕੱਢੀ, ਪਰ ਉਹਨੇ ਕਿਹਾ ਜਦ ਤੱਕ ਮੈਂ ਆਪਣੀ ਤਲਵਾਰ ਵਾਪਸ ਮਿਆਨ ਵਿੱਚ ਨਹੀਂ ਪਾਉਂਦਾ ਤੁਸੀਂ ਮਾਰੀ ਜਾਓ ਜੋ ਤੁਹਾਡੇ ਅੱਗੇ ਆਏ। ਮੈਂ ਉਹਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਸੀ ਤੇ ਕਹਿੰਦੇ ਨੇ ਸਾਰਾ ਦਿਨ ਦਿੱਲੀ ਵਿੱਚ ਮੈਸਾਕਰ ਹੁੰਦਾ ਰਿਹਾ ਸੀ, ਕਤਲੇਆਮ ਹੁੰਦਾ ਰਿਹਾ ਸੀ। ਅਖੀਰ ਮੁਹੰਮਦ ਸ਼ਾਹ ਰੰਗੀਲਾ ਆ ਕੇ ਨਾਦਰ ਸ਼ਾਹ ਦੇ ਪੈਰੀ ਡਿੱਗਿਆ। ਉਹਨੇ ਕਿਹਾ ਕਿ ਪਲੀਜ਼ ਸਾਨੂੰ ਮਾਫ ਕਰ ਦਿਓ, ਸਾਡੇ ਸਿਪਾਹੀਆਂ ਕੋਲੋਂ ਗਲਤੀ ਹੋ ਗਈ ਹੈ, ਦਿੱਲੀ ਨੂੰ ਬਖਸ਼ ਦਿਓ। ਤੇ ਫਿਰ ਉਹਨੇ ਤਲਵਾਰ ਮਿਆਨ ਚ ਪਾਈ ਸੀ। ਜਿਹੜੀ ਗੱਲ ਸਾਡੇ ਨਾਲ ਤਲਕ ਰੱਖਦੀ ਹੈ ਉਹ ਇਹ ਹੈ ਕਿ ਜਦੋਂ ਪੰਜਾਬ ਵਿੱਚੋਂ ਲੰਘਿਆ, ਜਿਹੜੀ ਉਹਦੀ ਕੋਲ ਲੁੱਟ ਸੀ, ਪੈਸਾ, ਤੇਲਾ, ਹਾਥੀ, ਘੋੜੇ, ਕੁੜੀਆਂ, ਬਹੁਤ ਸਾਰੀਆਂ ਚੀਜ਼ਾਂ ਸਿੱਖਾਂ ਨੇ ਖੋਹ ਲਈਆਂ। ਤੇ ਜਿਸ ਵੇਲੇ ਸਿੱਖ ਹੋ ਕੇ ਚਲੇ ਗਏ ਜੰਗਲਾਂ ਚ ਵਾਪਸ, ਤਾਂ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਬੁਲਾਇਆ ਤੇ ਉਹਨੂੰ ਪੁੱਛਿਆ ਇਹ ਕੌਣ ਨੇ ਜਿਨ੍ਹਾਂ ਨੇ ਇੰਨੀ ਜੁਰਤ ਕੀਤੀ ਹੈ, ਇੰਨਾ ਸਾਹਸ ਕੀਤਾ, ਇੰਨੀ ਹਿੰਮਤ ਕੀਤੀ ਹੈ ਕਿ ਮਨੂੰ ਲੁੱਟ ਕੇ ਲੈ ਗਏ ਨੇ। ਉਹਨਾਂ ਨੇ ਕਿਹਾ ਤੇ ਮੈਂ ਵੀ ਨਹੀਂ ਜਾਣਦਾ ਕੌਣ ਨੇ। ਉਹਨੇ ਪੁੱਛਿਆ ਕਿੱਥੇ ਰਹਿੰਦੇ ਨੇ? ਉਹਨੇ ਕਿਹਾ ਤੇ ਘੋੜੇ ਦੀ ਕਾਠੀ ਤੇ ਰਹਿੰਦੇ ਨੇ। ਸੌਂਦੇ ਕਿੱਥੇ ਨੇ? ਉੱਥੇ ਹੀ ਸੌਂਦੇ ਨੇ, ਘੋੜੇ ਦੇ ਉੱਤੇ। ਉਹਨੇ ਕਿਹਾ ਕਿ ਫਿਰ ਉਹ ਦਿਨ ਦੂਰ ਨਹੀਂ ਜਦ ਕੇ ਪੰਜਾਬ ਤੇ ਰਾਜੇ ਕਰਨਗੇ। ਇਹ ਕਹਾਵਤ ਹੁੰਦੀ ਹੈ ਜੋ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ। ਔਰ ਤੁਹਾਨੂੰ ਪਤਾ ਫਿਰ ਸਿੱਖਾਂ ਨੇ ਰਾਜ ਕੀਤਾ। 1740 ਵਿੱਚ ਹਰਿਮੰਦਰ ਸਾਹਿਬ ਤੇ ਮੱਥਾ ਰੰਗਣ ਨੇ ਕਬਜ਼ਾ ਕੀਤਾ। ਤਾਂ ਫਿਰ ਉਹਦਾ ਸਿਰ ਵੱਢਣ ਲਈ ਦੋ ਸਰਦਾਰ ਬੀਕਾਨੇਰ ਤੋਂ ਚੱਲੇ ਸਨ, ਸੁੱਖਾ ਸਿੰਘ ਤੇ ਮਹਿਤਾਬ ਸਿੰਘ, ਔਰ ਉਹਨਾਂ ਨੇ ਮੱਥਾ ਰੰਗਣ ਦਾ ਸਿਰ ਲਾਤਾ ਸੀ। ਤੁਸੀਂ ਇਹ ਹਿਸਾਬ ਲਗਾਓ ਕਿੰਨੀ ਕੁ ਸਿਕਿਉਰਿਟੀ ਹੋਏਗੀ ਹਰਿਮੰਦਰ ਸਾਹਿਬ ਦੇ ਇਰਦ ਗਿਰਦ, ਜਦਕਿ ਉਹਨਾਂ ਨੂੰ ਪਤਾ ਸੀ ਕਿ ਜੋ ਕੁਛ ਉਹ ਕਰ ਰਹੇ ਨੇ ਉਹ ਗਲਤ ਹੈ। ਉਹ ਸਿਕਿਉਰਿਟੀ ਨੂੰ ਤੋੜ ਕੇ ਹਰਿਮੰਦਰ ਸਾਹਿਬ ਤੱਕ ਪਹੁੰਚਣਾ, ਮੱਥਾ ਰੰਗਣ ਨੂੰ ਫੜਨਾ ਔਰ ਫਿਰ ਉੱਥੋਂ ਫਰਾਰ ਹੋਣਾ। ਠੀਕ ਹੈ, ਬਾਅਦ ਚ ਪਕੜੇ ਗਏ ਸਨ, ਦੋਨੋਂ ਮਾਰੇ ਗਏ ਸਨ, ਪਰ ਉਹਨਾਂ ਨੇ ਆਪਣਾ ਕੰਮ ਜਿਹੜਾ ਸੀ ਉਹ ਕਰ ਲਿਆ ਸੀ। ਦਮਦਮਾ ਸਾਹਿਬ ਤੱਕ ਤੇ ਉਹ ਪਹੁੰਚੇ ਸਨ। ਚਲੋ ਐਨੀਵੇ, ਇਹ ਸਿੱਖ ਇਤਿਹਾਸ ਦੇ ਕੁਝ ਪੰਨੇ ਸਨ ਜਿਹੜੇ ਅੱਜ ਅਸੀਂ ਪੜ੍ਹਨੇ ਸਨ। ਇਹ ਸੈਕੰਡ ਗਵਰਨਰ ਹੈ। 4 ਗਵਰਨਰ ਨੇ, ਜਿਸ ਤੋਂ ਬਾਅਦ ਫਿਰ ਸਿੱਖ ਆਉਣਗੇ, ਮਿਸਰਾਂ ਆਉਣਗੀਆਂ, ਪੰਜਾਬ ਵਿੱਚ ਤੁਹਾਡਾ ਰਾਜ ਆਏਗਾ। ਬੜੀਆਂ ਕੁਰਬਾਨੀਆਂ ਤੁਸੀਂ ਦਿੱਤੀਆਂ ਇਹ ਪੰਜਾਬ ਨੂੰ ਬਚਾਉਣ ਵਾਸਤੇ, ਹਿੰਦੁਸਤਾਨ ਨੂੰ ਬਚਾਉਣ ਵਾਸਤੇ। ਜਦ ਦੇ ਤੁਸੀਂ ਬਣੇ ਹੋ ਕੁਰਬਾਨੀਆਂ ਹੀ ਕਰਦੇ ਆ ਰਹੇ ਹੋ। ਜਦ ਦੇ ਤੁਸੀਂ ਬਣੇ ਹੋ ਸਾਰੇ ਹਿੰਦੁਸਤਾਨ ਨੂੰ ਰੋਟੀ ਖਵਾਉਂਦੇ ਆ ਰਹੇ ਹੋ। ਜਦ ਦੇ ਤੁਸੀਂ ਬਣੇ ਹੋ ਹਿੰਦੁਸਤਾਨ ਦੀ ਜਿਹੜੀ ਫੌਜ ਹੈ ਉਹਦੇ ਵਿੱਚ ਸਭ ਤੋਂ ਟੌਪ ਜਿਹੜੇ ਜਰਨਲ ਨੇ ਉਹ ਤੁਸੀਂ ਹੀ ਦਿੱਤੇ ਨੇ। ਔਰ ਜਦੋਂ ਵੀ ਹਿੰਦੁਸਤਾਨ ਤੇ ਅਟੈਕ ਹੋਇਆ, ਅੱਗੇ ਮਰਨ ਵਾਲੀਆਂ ਜਿਹੜੀਆਂ ਫੌਜਾਂ ਨੇ ਉਹ ਵੀ ਤੁਹਾਡੇ ਪੂਰਵਜਾਂ ਨਹੀਂ ਦਿੱਤੀਆਂ। ਔਰ ਜਿਹੜੇ ਬੰਦੇ ਕਿਸਾਨ ਨੇ ਨਾ, ਜਿਹੜੇ ਐਜੀਟੇਸ਼ਨ ਕਰ ਰਹੇ ਨੇ, ਇਹਨਾਂ ਦੇ ਸਾਰੇ ਬੱਚੇ ਆਰਮੀ ਚ ਹਿੰਦੁਸਤਾਨ ਦੀ ਸਰਹੱਦ ਦੀ ਹਿਫਾਜ਼ਤ ਕਰ ਰਹੇ ਨੇ। ਇਹ ਗਵਰਨਮੈਂਟ ਨੂੰ ਕਦੀ ਸਮਝ ਆ ਜਾਏ ਕਿ ਅੱਜ ਹੀ ਇਹ ਐਜੀਟੇਸ਼ਨ ਖਤਮ ਹੋ ਜਾਏ। ਪਰ ਪ੍ਰੋਬਲਮ ਪਤਾ ਕੀ ਹੈ, ਹੁਣ ਮੈਂ ਪੋਲੀਟੀਸ਼ੀਅਨ ਨਹੀਂ ਹਾਂ। ਅੱਛਾ, ਹੁਣ ਲੇਟੈਸਟ ਕੀ ਹੈ ਹੁਣ ਖਬਰ? ਤੁਸੀਂ ਸਾਰੇ ਮੇਰੇ ਬੱਚੇ ਹੋ। ਮੈਂ ਉਹ ਦੋਨੋਂ ਵਕਤ ਦੇਖੇ ਨੇ ਜਦੋਂ ਅੰਗਰੇਜ਼ ਰੂਲ ਬਣਾਉਂਦੇ ਸਨ। ਸ਼ਾਇਦ ਪਰ ਵਜ਼ੀਰ ਵੀ ਮੇਰੇ ਕੋਲ ਬਹੁਤ ਛੋਟੇ ਨੇ ਕਿ ਜਦੋਂ ਅੰਗਰੇਜ਼ ਰੂਲ ਬਣਾਉਂਦੇ ਸਨ ਤੇ ਅਸੀਂ ਐਜ਼ ਏ ਇੰਡੀਅਨ ਐਜੀਟੇਸ਼ਨਾਂ ਕਰਦੇ ਸੀ। ਲਾਸਟ ਸੀ ਰੌਲਟ ਐਕਟ ਬਣਿਆ ਸੀ, ਸਾਈਮਨ ਕਮਿਸ਼ਨ ਆਇਆ ਸੀ ਉਹਨੂੰ ਅਪਲਾਈ ਕਰਨ। ਪੰਜਾਬ ਦੇ ਬਾਜ਼ਾਰਾਂ ਵਿੱਚ ਇੰਨੇ ਵੱਡੇ ਜਲੂਸ ਨਿਕਲੇ ਸਨ ਜਿੱਥੇ ਉਹਨਾਂ ਨੇ ਲਾਠੀ ਚਾਰਜ ਕੀਤਾ ਸੀ ਤੇ ਲਾਜਾ ਲਾਜਪਤ ਰਾਏ ਦੀ ਡੈਥ ਹੋ ਗਈ ਸੀ, ਜਿਹਦਾ ਬਦਲਾ ਲੈਣ ਭਗਤ ਸਿੰਘ ਨੇ ਬੰਦੂਕ ਚੁੱਕੀ ਸੀ। ਸੋ ਇਹ ਜਿਹੜੇ ਅੱਜ ਕੱਲ੍ਹ ਹੁਕਮਰਾਨ ਨੇ ਨਾ, ਇਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਕਿ ਪੰਜਾਬ ਨੇ ਹੀ ਊਧਮ ਸਿੰਘ ਨੂੰ ਪੈਦਾ ਕੀਤਾ। ਇੱਥੇ ਆਇਆ ਸੀ ਉਹ। ਤੁਹਾਨੂੰ ਕੋਈ ਖਿਆਲ ਹੈ ਕਿ ਐਕਸਟਰਨ ਹਾਲ ਚ ਗਿਆ ਪਿਸਤੌਲ ਲੈ ਕੇ ਤੇ ਉਹਨੂੰ ਇਹ ਨਹੀਂ ਪਤਾ ਕਿ ਮੈਂ ਫੜਿਆ ਜਾਵਾਂਗਾ ਤੇ ਫਾਂਸੀ ਲੱਗ ਜਾਏਗੀ। ਜਨਰਲ ਡਵਾਇਰ ਨੂੰ ਜਿਹੜੇ ਤੁਹਾਡੇ ਪੂਰਵਜ ਭੈਣ ਭਰਾ ਕਜ਼ਨ ਸਾਰੇ ਫੌਜ ਚ ਨੇ, ਉਹਨਾਂ ਨੂੰ ਨਹੀਂ ਪਤਾ ਕਿ ਜਿਹਨਾਂ ਨਾਲ ਮਰ ਜਾਣਾ। ਜਿਸ ਸਰਹੱਦ ਦੀ ਸੇਵਾ ਕਰ ਰਹੇ ਨੇ, ਜਿਸ ਸਰਹੱਦ ਨੂੰ ਬਚਾ ਰਹੇ ਨੇ, ਉਸੇ ਸਰਹੱਦ ਤੇ ਕਦੀ ਗੋਲੀਆਂ ਚੱਲਣਗੀਆਂ ਔਰ ਗਵਰਨਮੈਂਟ ਸਭ ਤੋਂ ਪਹਿਲਾਂ ਉਹਨਾਂ ਨੂੰ ਭੇਜੇਗੀ। ਚਾਹੋਗੇ ਤੁਸੀਂ ਹੀ ਹਿੰਦੁਸਤਾਨ ਦੇ ਰਖਵਾਲੇ ਹੋ, ਤੁਸੀਂ ਹੀ ਹਿੰਦੁਸਤਾਨ ਦੀ ਲੋਕਾਂ ਦੀ ਪੇਟ ਦੇ ਵਿੱਚ ਅੰਨ ਪਾ ਰਹੇ ਹੋ।
ਸਭ ਤੋਂ ਇੰਪੋਰਟੈਂਟ ਕੰਮ ਤੁਹਾਡੀ ਕੌਮ ਹੀ ਕਰ ਰਹੀ ਹੈ, ਕਰਦੀ ਰਹੀ ਹੈ, ਔਰ ਤੁਸੀਂ ਹੀ ਐਕਚੁਅਲੀ ਹਿੰਦੁਸਤਾਨ ਦੇ ਅਸਲੀ ਸਪੂਤ ਹੋ। ਅੱਗੋਂ ਵਾਹਿਗੁਰੂ ਦੇ ਹੱਥ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Good evening, good afternoon. Thank you.